टीवी देख रहे ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਹੋਸਟ ਮਿੱਕਾ ਗਿੱਲ ਅੱਜ ਤੁਹਾਡੇ ਰੂਬਰੂ ਹੋਏ ਆ ਇੱਕ ਨਵੀਂ ਪੇਸ਼ਕਸ਼ ਲੈ ਕੇ। ਪਰ ਸਾਡੇ ਅੱਜ ਦੇ ਜਿਹੜੇ ਗੈਸਟ ਨੇ ਉਹ ਪ੍ਰਭ ਕੈਂਥ ਹੀ ਹੋਣਗੇ ਕਿ ਕਿਉਂਕਿ ਪਿਛਲੀ ਵਾਰੀ ਜਦੋਂ ਅਸੀਂ ਉਹਨਾਂ ਦੇ ਨਾਲ ਰੂਬਰੂ ਹੋਏ ਸੀਗੇ ਤੇ ਮੈਨੂੰ ਲੱਗਿਆ ਸੀ ਕਿ ਅਸੀਂ ਜਸਟੀਫਾਈ ਨਹੀਂ ਕਰ ਸਕੇ ਜਿੰਨਾ ਕਿ ਉਹ ਕੰਮ ਕਰਦੇ ਨੇ ਤੇ ਲੋੜ ਸੀ ਕਿ ਅਸੀਂ ਇਸ ਵਾਰੀ ਦੁਬਾਰਾ ਫਿਰ ਉਹਨਾਂ ਨੂੰ ਪਾਰਟ 2 ਲੈ ਕੇ ਆਏ ਆ। ਪਿਛਲੇ ਵੀਕ ਮੈਂ ਦੇਖ ਰਹੀ ਸੀਗੀ ਕਿ ਜਿਹੜੀ ਗ੍ਰੈਟਾ ਥਨਬਰਗ ਨੇ ਉਹ ਨਿਊਯਾਰਕ ਦੇ ਵਿੱਚ ਆਏ ਸੀਗੇ ਕੋਈ ਯੂਐਨਓ ਦੀ ਮੀਟਿੰਗ ਸੀਗੀ ਰਿਗਾਰਡਿੰਗ ਐਨਵਾਇਰਨਮੈਂਟ ਤੇ ਜਦੋਂ ਉਹ ਪਹੁੰਚੇ ਤੇ ਡੇਲੀ ਸ਼ੋ ਦੇ ਜਿਹੜੇ ਹੋਸਟ ਨੇ ਟਰੈਵਰ ਉਹਨਾਂ ਨੇ ਉਹਨਾਂ ਨੂੰ ਹੋਸਟ ਕੀਤਾ ਤੇ ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਕਿ ਵਾਟ ਇਜ਼ ਦ ਡਿਫਰੈਂਸ ਦੈਟ ਯੂ ਸੀ ਕਿ ਜਿੱਥੇ ਉਹ ਸਵੀਡਨ ਰਹਿੰਦੇ ਨੇ ਉਹਨਾਂ ਦੇ ਲੋਕਾਂ ਦੇ ਤੇ ਨਿਊਯਾਰਕ ਦੇ ਲੋਕਾਂ ਵਿੱਚ ਉਹਨਾਂ ਨੂੰ ਕੀ ਫਰਕ ਆਇਆ। ਮੈਨੂੰ ਲੱਗਦਾ ਜਿੰਨੇ ਵੀ ਉਹ ਦੇਖਿਆ ਹੋਏਗਾ ਐਪੀਸੋਡ ਉਹਨਾਂ ਨੂੰ ਇੱਕ ਬੜਾ ਸ਼ੌਕ ਲੱਗਿਆ ਹੋਏਗਾ ਕਿ ਉਹਨਾਂ ਨੇ ਕਿਹਾ ਕਿ ਓਵਰ देयर ਪੀਪਲ ਬਿਲੀਵ ਕਿ देयर इज अ नीड एनवायरनमेंट ਦੇ ਵਿੱਚ ਇੱਥੇ people are still trying to believe they are not sure yet। ਸਾਡੀ ਸਾਰਿਆਂ ਦੀ ਡਿਊਟੀ ਹੈਗੀ ਹੈ। ਜਦੋਂ ਮੈਂ ਪ੍ਰਭ ਦੇ ਨਾਲ ਪਿਛਲੀ ਵਾਰੀ ਵੀ ਗੱਲ ਕੀਤੀ ਤੇ ਬੜਾ ਹੀ ਸਾਨੂੰ ਲੱਗਿਆ ਕਿ ਵੀ ਹਾਲੇ ਲੋਕੀ ਇਹਦੇ ਬਾਰੇ ਉਨਾ ਸੋਚਣ ਨਹੀਂ ਲੱਗੇ ਜਿੰਨਾ ਕਿ ਸੋਚਣਾ ਚਾਹੀਦਾ ਹੈ। ਸੋ ਅੱਜ ਦੀ ਸਾਡੀ ਜਿਹੜੀ ਹੈਗੀ ਹੈ ਐਪੀਸੋਡ ਇਹਦੇ ਵਿੱਚ ਅਸੀਂ ਜਿੱਥੇ ਕਿ ਪ੍ਰਭ ਬਾਰੇ ਗੱਲ ਕਰਾਂਗੇ ਉੱਥੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਇਹਦੇ ਬਾਰੇ ਸਾਨੂੰ ਸੋਚਣ ਦੀ ਕਿੰਨੀ ਜ਼ਿਆਦਾ ਲੋੜ ਹੈ। ਅੱਜ ਦੇ ਫਿਰ ਸੈਗਮੈਂਟ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਪੰਜਾਬੀਆਂ ਦੀ ਗ੍ਰੈਟਾ ਪ੍ਰਭ ਕੈਂਥ। ਵੈਲਕਮ ਪ੍ਰਭ ਕੈਂਥ। थैंक यू सो मच मिका भैन जी दोबारा थोड़े शो ਦੇ ਵਿੱਚ ਬੁਲਾਉਣ ਲਈ ਔਰ ਜਿੰਨੇ ਵੀ ਉਡਾਨ ਦੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੇ ਜਿੱਦਾਂ ਅਸੀਂ ਕਾਫੀ ਸਰੋਤਿਆਂ ਨੇ ਤੇ ਪਿਛਲੀ ਵਾਰੀ ਦੇਖ ਲਿਆ ਹੋਣਾ ਦਰਸ਼ਕਾਂ ਨੇ ਸਾਡਾ ਪ੍ਰੋਗਰਾਮ ਬਟ ਦੇਰ ਮਾਈਟ ਬੀ ਸਮ ਜਿਨ੍ਹਾਂ ਨੇ ਐਤਕੀ ਪਹਿਲੀ ਵਾਰੀ ਦੇਖਣਾ ਹੈ। ਸੋ ਅਸੀਂ ਥੋੜਾ ਜਿਹਾ ਤੁਹਾਡਾ ਪਿਛਲੀ ਦੇ ਵਿੱਚੋਂ ਜਿਹੜੀ ਐਪੀਸੋਡ ਦੇ ਵਿੱਚੋਂ ਥੋੜੀਆਂ ਜਿਹੀਆਂ ਗੱਲਾਂ ਕਰਾਂਗੇ ਜ਼ਰੂਰ ਕਿ ਤੁਸੀਂ ਇਹ ਜਦੋਂ ਪ੍ਰਭ ਕੈਨੇਡਾ ਆਏ ਸੀ ਸ਼ੀ ਵਾਜ਼ ਇਨ 9th ਗ੍ਰੇਡ ਤੇ 9th ਗ੍ਰੇਡ ਚ ਆ ਕੇ ਤੁਹਾਨੂੰ ਇੱਥੇ ਕਿੰਨੀਆਂ ਕੀ ਚੈਲੰਜਸ ਦਾ ਸਾਹਮਣਾ ਕਰਨਾ ਪਿਆ ਸੀ? ਇੱਥੇ ਆਣਾ ਹੀ ਇੱਕ ਚੈਲੰਜ ਹੁੰਦਾ ਹੈ। ਉਸ ਤੋਂ ਬਾਅਦ ਸੁਸਾਇਟੀ ਦੇ ਵਿੱਚ ਇੰਟੀਗ੍ਰੇਟ ਕਰਨਾ ਵੀ ਇੱਕ ਚੈਲੰਜ ਹੈ। ਫਿਰ ਸਕੂਲ ਜਾਣਾ ਵੀ ਇੱਕ ਚੈਲੰਜ ਹੈ। ਰੈਂਟ ਪੇ ਕਰਨਾ ਉਹ ਤਾਂ ਖੈਰ ਪੇਰੈਂਟਸ ਨੇ ਕਰਨਾ ਸੀਗਾ ਬਟ ਸੋ ਬਹੁਤ ਸਾਰੇ ਚੈਲੰਜਸ ਸੀਗੇ ਜੋ ਹਾਈ ਸਕੂਲ ਦੇ ਵਿੱਚ ਥਰੂ ਹੋਈ ਬਟ ਮੈਨੂੰ ਲੱਗਦਾ ਕਿ ਹਰ ਇੱਕ ਚੈਲੰਜ ਨੇ ਮੋਟੀਵੇਟ ਹੀ ਕੀਤਾ ਹੈ ਔਰ ਹਰ ਇੱਕ ਚੈਲੰਜ ਨੇ ਇੱਕ ਪਾਵਰ ਦਿੱਤੀ ਹੈ ਜਿਹਦੇ ਨਾਲ ਬੜੀ ਸਟਰੋਂਗ ਲੀਡਰਸ਼ਿਪ ਸਕਿੱਲਸ ਆਈ ਨੇ। ਹਾਂਜੀ, ਜਦੋਂ ਅਸੀਂ ਇਹਨਾਂ ਨਾਲ ਪਿਛਲੀ ਵਾਰੀ ਗੱਲ ਕਰ ਰਹੇ ਸੀ ਇਹਨਾਂ ਚੈਲੰਜਸ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਚੈਲੰਜ ਜਿਹੜਾ ਕਿ ਇੱਥੇ ਉਦਾਂ ਵੀ ਜ਼ਰੂਰੀ ਨਹੀਂ ਕਿ ਨਵੇਂ ਆਏ ਇਮੀਗ੍ਰੈਂਟਸ ਲਈ ਇੱਥੋਂ ਰਹਿੰਦੇ ਬੱਚਿਆਂ ਲਈ ਵੀ ਇੱਕ ਬੜਾ ਵੱਡਾ ਹੈਗਾ ਜਿਹਨੂੰ ਕਿ ਆਪਾਂ ਬੁਲਿੰਗ ਕਹਿੰਦੇ ਹਾਂ ਹਨਾ। ਸੋ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਹਨੂੰ ਫੇਸ ਕੀਤਾ ਤੇ ਉਹਦੀਆਂ ਦੂਜਿਆਂ ਲਈ ਇੱਕ ਚਾਨਣ ਮੁਨਾਰਾ ਬਣੇ। ਉਹਦੇ ਬਾਰੇ ਜ਼ਰੂਰ ਦੱਸੋ। ਸੋ ਬੁਲਿੰਗ ਇਸ ਕਰਕੇ ਹੁੰਦੀ ਕਿਉਂਕਿ ਲੋਕ ਤੁਹਾਨੂੰ ਐਕਸੈਪਟ ਨਹੀਂ ਕਰ ਪਾਉਂਦੇ। ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਫਿਟ ਨਹੀਂ ਬੈਠਦੇ ਹੋ, ਤੁਹਾਡੀ ਐਕਸੈਂਟ ਡਿਫਰੈਂਟ ਹੋ ਸਕਦੀ ਹੈ ਔਰ ਕਈ ਜਿਹੜੇ ਨਵੇਂ ਬੱਚੇ ਆਉਂਦੇ ਨੇ ਉਹਨਾਂ ਦੇ ਕੋਲ ਤਾਂ ਕਮਿਊਨੀਕੇਸ਼ਨ ਸਕਿੱਲਸ ਵੀ ਬਹੁਤ ਲਿਮਿਟਡ ਹੁੰਦੇ ਨੇ। ਮੇਰੇ ਕਮਿਊਨੀਕੇਸ਼ਨ ਸਕਿੱਲਸ ਅੱਛੇ ਸੀਗੇ ਬਟ ਉਹ ਐਕਸੈਂਟ ਇੰਡੀਅਨ ਐਕਸੈਂਟ ਸੀਗੀ ਸੋ ਉਹਦਾ ਮਜ਼ਾਕ ਉਡਾਇਆ ਜਾਣਾ, ਫਿਰ ਜਿਸ ਤਰੀਕੇ ਦੇ ਕੱਪੜੇ ਪਾਣੇ ਉਹਦਾ ਮਜ਼ਾਕ ਉਡਾਇਆ ਜਾਣਾ। ਬਟ ਇਹ ਸਾਰੀਆਂ ਚੀਜ਼ਾਂ ਨੂੰ ਓਵਰਕਮ ਕਰਨ ਲਈ ਨਿਊ ਇਮੀਗ੍ਰੈਂਟ ਕਲੱਬ ਸਟਾਰਟ ਕੀਤਾ ਜਿਹਦੇ ਨਾਲ ਜੋ ਬੱਚੇ ਨਵੇਂ ਆਉਂਦੇ ਸੀਗੇ ਉਹਨਾਂ ਨੂੰ ਆਪਣੀ ਤਰਫ ਤੋਂ ਫੁੱਲ ਫਲੈਜ ਹੈਲਪ ਕਰਨੀ ਆਪਣੀ ਲੰਚ ਆਵਰਸ ਦੇ ਵਿੱਚ ਔਰ ਇਹ ਨਹੀਂ ਕਿ ਕੋਈ ਕਲਾਸ ਮੈਂ ਮਿਸ ਕੀਤੀ ਹੈ ਜਾਂ ਫਿਰ ਸੋ ਆਫਟਰ ਸਕੂਲ ਜਾਂ ਡਿਊਰਿੰਗ ਲੰਚ ਆਵਰ ਜਿਸ ਵੀ ਟਾਈਮ ਇਨਫੈਕਟ ਟੀਚਰਸ ਵੀ ਕਾਲ ਕਰਦੇ ਸੀਗੇ ਕਿ ਹੁਣ ਅਸੀਂ ਅਸਾਈਨਮੈਂਟ ਬੱਚਿਆਂ ਨੂੰ ਦੇਣ ਲੱਗੇ ਆ ਤੁਸੀਂ ਇੱਕ ਵਾਰੀ ਆਪਣੀ ਲੈਂਗੁਏਜ ਦੇ ਵਿੱਚ ਇਹਨਾਂ ਬੱਚਿਆਂ ਨੂੰ ਐਕਸਪਲੇਨ ਕਰ ਦਿਓ। ਸੋ ਬਹੁਤ ਵਧੀਆ ਲੱਗਦਾ ਸੀਗਾ ਔਰ ਇਸ ਚੀਜ਼ ਨੇ ਹੋਰ ਮੋਟੀਵੇਟ ਕੀਤਾ ਕਿ ਇਸ ਤਰੀਕੇ ਦਾ ਕੰਮ ਕਰਨਾ ਹੈ। ਤੁਹਾਨੂੰ ਤੇ ਨਹੀਂ ਸੀਗਾ ਲੈਂਗੁਏਜ ਬੈਰੀਅਰ ਬਟ देयर वर ਫਿਊ ਇਮੀਗ੍ਰੈਂਟਸ ਜਿਨ੍ਹਾਂ ਨੂੰ ਕਿ ਲੈਂਗੁਏਜ ਦੀ ਵੀ ਪ੍ਰੋਬਲਮ ਸੀ ਸੋ ਪ੍ਰਭ ਉਹਨਾਂ ਦਾ ਬਹੁਤ ਹੈਲਪ ਕਰਦੇ ਸੀ ਤੇ ਨਾਲ ਦੀ ਨਾਲ ਉਦੋਂ ਹੀ ਇਹਨਾਂ ਨੂੰ ਜਾਗ ਲੱਗ ਗਈ এনवायरमेंट ਦੇ ਪ੍ਰਤੀ ਪਿਆਰ ਹੋ ਗਿਆ ਬਹੁਤ ਕਿਉਂਕਿ ਇਹਨਾਂ ਨੂੰ ਤੁਹਾਨੂੰ ਮੈਂਟਰ ਮਿਲ ਗਏ ਸੀਗੇ ਉਦੋਂ ਹਨਾ। ਜੀ ਆਈ ਥਿੰਕ ਲਾਈਫ ਦੇ ਵਿੱਚ ਨਾ ਮੈਂਟਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ। ਇਹ ਮਾਈਂਡਸੈਟ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਸਾਰਾ ਕੁਝ ਪਤਾ ਹੈ, ਤੁਸੀਂ ਸਰਵਗੁਣ ਸੰਪੰਨ ਨਹੀਂ ਹੋ ਸਕਦੇ। ਸੋ ਮੈਂਟਰ ਮੇਰੇ ਹੁਣ ਵੀ ਨੇ ਔਰ ਹੁਣ ਵੀ ਅਗਰ ਉਹ ਕਹਿੰਦੇ ਪ੍ਰਭ ਤੁਸੀਂ ਇਸ ਡਾਇਰੈਕਸ਼ਨ 'ਚ ਜਾ ਰਹੇ ਹੋ ਇੱਥੇ ਤੁਸੀਂ ਗਲਤ ਹੋ ਤੇ ਉਹ ਗੁੱਡ ਲਿਸਨਿੰਗ ਈਅਰਸ ਮੇਰੇ ਕੋਲ ਹਮੇਸ਼ਾ ਹੀ ਰਹਿੰਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਪੋਜ਼ਿਟਿਵ ਪੁਆਇੰਟ ਹੈ ਔਰ ਹਰ ਇੱਕ ਦੇ ਵਿੱਚ ਇਹ ਹੋਣਾ ਵੀ ਚਾਹੀਦਾ ਹੈ
ਕੁਆਲਿਟੀ ਕਿ ਗੁੱਡ ਲਿਸਨਿੰਗ ਈਅਰਸ ਹੋਣੇ ਚਾਹੀਦੇ ਨੇ। ਗੁੱਡ ਦੇ ਇੱਥੇ ਮੈਨੂੰ ਇੱਕ ਗੱਲ ਯਾਦ ਆਈ, ਮੈਂ ਹਮੇਸ਼ਾ ਕਈ ਵਾਰੀ ਆਪਾਂ ਜ਼ਿਆਦਾ ਬੋਲਦੇ ਰਹਿੰਦੇ ਆ ਤੇ ਘੱਟ ਸੁਣਦੇ ਆ, ਬਟ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਸੁਣਦੇ ਜ਼ਿਆਦਾ ਨੇ। ਕਹਿੰਦੇ ਨੇ ਕਿ there is a reason why God gave us one mouth and two ears, ਕਿ ਸੁਣਨਾ ਜ਼ਿਆਦਾ ਤੇ ਬੋਲਣਾ ਘੱਟ ਹੈਗਾ ਨਾ। ਸੋ ਤੁਸੀਂ ਉਹਦੇ ਤੇ ਬਹੁਤ ਅੱਛਾ ਕੀਤਾ। ਸੋ ਫਿਰ ਤੁਸੀਂ ਹੋਰ ਵੀ ਕਈ ਐਕੋ ਕਲੱਬ ਕੀਤਾ ਤੇ এনवायरमेंट ਦੇ ਲਈ ਤੁਸੀਂ ਬਹੁਤ ਕੰਮ ਕੀਤਾ, ਉਦੋਂ ਹੀ UN ਦੇ ਵਿੱਚ ਵੀ ਤੁਸੀਂ ਉਦੋਂ ਹੀ ਤੁਹਾਡਾ ਪ੍ਰਵੇਸ਼ ਹੋ ਗਿਆ ਸੀਗਾ ਨਾ ਜੀ। ਔਰ ਸਕੂਲ ਲੈਵਲ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਓਪਰਚੁਨਿਟੀਜ਼ ਮਿਲੀਆਂ ਇਸ ਕਰਕੇ ਕਿਉਂਕਿ ਮੇਰੇ ਅੰਦਰ ਉਹ ਜ਼ੀਲ ਸੀਗੀ ਕਿ ਮੈਨੂੰ ਓਪਰਚੁਨਿਟੀਜ਼ ਚਾਹੀਦੀਆਂ ਨੇ, ਮੈਨੂੰ ਆਪਣੇ ਆਪ ਨੂੰ ਬੈਟਰ ਕਰਨਾ ਹੈ, ਮੈਨੂੰ ਆਪਣੇ ਆਸ-ਪਾਸ ਦਾ এনवायरमेंट ਬੈਟਰ ਕਰਨਾ ਹੈ। ਸੋ ਇਸ ਕਰਕੇ ਓਪਰਚੁਨਿਟੀਜ਼ ਮੈਂ ਇੰਟਰਸਟ ਸ਼ੋ ਕੀਤਾ ਕਿ ਮੈਨੂੰ ਚਾਹੀਦੀਆਂ ਨੇ ਔਰ ਮੈਂ ਡਿਜ਼ਰਵ ਕਰਦੀ ਹਾਂ, ਇਸ ਕਰਕੇ ਓਪਰਚੁਨਿਟੀਜ਼ ਚਾਹੀਦੀਆਂ ਨੇ। ਸੋ ਚਾਹੇ ਉਹ ਯੈਲੋ ਫਿਸ਼ ਰੋਡ ਪ੍ਰੋਜੈਕਟ ਹੋਏ, ਚਾਹੇ ਈਕੋ ਬੱਸ ਪ੍ਰੋਜੈਕਟ ਹੋਏ, ਚਾਹੇ ਉਹ ਰੀਵਾਈਟਲਾਈਜੇਸ਼ਨ ਆਫ ਨੈਚੁਰਲ ਏਰੀਆ ਜੋ ਕਿ ਇਟੋਬਿਕੋ ਐਂਡ ਮਿਮਿਕੋ ਕ੍ਰੀਕ ਦਾ ਸੀਗਾ ਉਹ ਏਰੀਆ ਹੋਏ, ਚਾਹੇ ਇਨਫੈਕਟ ਉਸ ਟਾਈਮ ਦੇ ਵਿੱਚ ਵੀ ਸੀਨੀਅਰਸ ਕਲੱਬ ਦੇ ਨਾਲ ਗੱਲਬਾਤ ਕਰਨਾ ਔਰ ਉਹਨਾਂ ਨੂੰ এনवायरमेंट ਬਾਰੇ ਦੱਸਣਾ ਜਾਂ ਕਲਾਈਮੇਟ ਚੇਂਜ ਬਾਰੇ ਉਸ ਸਮੇਂ ਜਿਹੜੀ ਡਿਸਕਸ਼ਨ ਸਟਾਰਟ ਹੋਣੀ, এনवायरमेंटल ਐਕਸ਼ਨ ਕਲੱਬ ਦੇ ਵਿੱਚ ਜਿਹੜੇ ਵੀ ਕੰਮ ਕਰਨੇ। ਸੋ এনवायरमेंट ਪ੍ਰਤੀ ਜਾਂ ਫਿਰ ਈਵਨ ਛੋਟੇ ਇਸ਼ੂਜ਼ ਜਿਹੜੇ ਉਸ ਟਾਈਮ ਦੇ ਵਿੱਚ ਸੀਗੇ ਉਹਨਾਂ ਦੇ ਨਾਲ ਮਤਲਬ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹਿਣਾ, ਮੈਨੂੰ ਲੱਗਦਾ ਕਿ ਉਸੇ ਟਾਈਮ ਦੇ ਵਿੱਚ ਸਟਾਰਟ ਹੋ ਗਿਆ ਸੀਗਾ। ਹਾਂਜੀ, ਜਿਵੇਂ ਕਿ ਅਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਦੱਸਿਆ ਸੀ ਕਿ ਪ੍ਰੋਬਲਮ ਦੀ ਆਪਾਂ ਉਦੋਂ ਉਹਨੂੰ ਰਿਜ਼ੋਲਵ ਕਰਨ ਲੱਗਦੇ ਆ ਜਦੋਂ ਤੱਕ ਕਿ ਆਪਾਂ ਮੰਨਦੇ ਨਹੀਂ ਕਿ ਪ੍ਰੋਬਲਮ ਹੈ। ਸੋ ਇੱਥੇ ਦੇ ਲੋਕ ਨੇ ਜਿਹੜੇ ਜਾਂ ਆਪਾਂ ਹੀ ਆ ਕਿ ਆਪਾਂ ਸੋਚਦੇ ਆ ਕਿ ਵੀ ਪਾਣੀ ਇੱਕ ਦਿਨ ਖਤਮ ਹੋ ਜਾਏਗਾ ਜਾਂ ਜਿਹੜਾ ਪਾਣੀ ਅਸੀਂ ਪੀ ਰਹੇ ਇੰਨਾ ਪੋਲਿਊਟਿਡ ਹੈਗਾ ਹਨਾ। ਦੇਰ ਆਰ ਸੋ ਮੈਨੀ ਮੂਵੀਜ਼ ਜਾਂ ਆਪਾਂ ਕਈ ਵਾਰੀ ਕੋਈ ਪੋਸਟ ਦੇਖਦੇ ਰਹਿੰਦੇ ਆ, ਆਪਾਂ ਉਹਨੂੰ ਲਾਈਕ ਕਰਕੇ ਅੱਗੇ ਚਲੇ ਜਾਂਦੇ ਆ, ਪਰ ਆਪਾਂ ਸੋਚਦੇ ਨਹੀਂ। ਇੱਕ ਵਾਰੀ ਮੈਂ ਦੇਖ ਰਹੀ ਸੀ ਇੱਕ ਬੰਦਾ ਜਾ ਰਿਹਾ ਤੇ ਉਹਦੇ ਕੁਝ ਚੋਰੀ ਹੋ ਜਾਂਦਾ, ਕਹਿੰਦਾ ਤੇਰਾ ਕੀ ਚੋਰੀ ਹੋ ਗਿਆ, ਕਹਿੰਦਾ ਮੇਰੀਆਂ 2 ਪਾਣੀ ਦੀਆਂ ਬੋਤਲਾਂ ਚੋਰੀ ਹੋ ਗਈਆਂ। ਸੋ ਇਹ ਟਾਈਮ ਆਉਣ ਵਾਲਾ ਹੈਗਾ, ਇਹਦੇ ਬਾਰੇ ਜਾਗਰੂਕ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਪਹਿਲਾਂ ਐਕਸੈਪਟ ਕਰਨਾ ਕਿ देयर इज अ प्रॉब्लम। ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗੀ, ਕੋਵਿਡ ਦੇ ਦੌਰਾਨ ਇਹ ਚੀਜ਼ ਬਾਰ-ਬਾਰ ਕਹੀ ਗਈ ਕਿ ਫ੍ਰੀਕੁਐਂਟ ਹੈਂਡ ਵਾਸ਼ਿੰਗ ਕਰਨੀ ਹੈ ਔਰ ਪਾਣੀ ਕਿਸ ਤਰੀਕੇ ਦੇ ਨਾਲ ਅਸੀਂ ਯੂਜ਼ ਕਰਨਾ ਹੈ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ। ਬਟ ਉਹਨਾਂ ਕੰਟਰੀਜ਼ ਦਾ ਕੀ ਜਿੱਥੇ ਤਾਂ ਪਾਣੀ ਹੈ ਹੀ ਨਹੀਂ। ਔਰ ਇਹ ਜਿਹੜਾ ਰੀਸੈਂਟ ਸਟੈਟ ਆਇਆ ਉਹਦੇ ਵਿੱਚ ਇਹ ਸ਼ੋ ਹੈ ਕਿ ਮੈਜੋਰਿਟੀ ਜਿਹੜਾ ਜੈਂਡਰ ਬੇਸਡ ਹੁਣ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ ਜਾਂ ਜਿਹੜੀ ਸਫਰਿੰਗ ਹੋ ਰਹੀ ਹੈ ਉਹਦੇ ਵਿੱਚ ਫੀਮੇਲਸ ਜ਼ਿਆਦਾ ਸਫਰ ਕਰ ਰਹੀਆਂ ਨੇ ਕਿਉਂਕਿ ਪਾਣੀ ਦੇ ਜਿਹੜੇ ਬੈਰਲਸ ਨੇ ਉਹ ਹੀ ਆਪਣੇ ਸਿਰ ਤੇ ਚੱਕ ਕੇ ਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਪੋਰਟ ਕਰ ਰਹੇ ਨੇ। ਔਰ ਇਸ ਚੀਜ਼ ਨੇ ਹੋਰ ਇਨਕਰੀਜ਼ ਹੋਣਾ ਹੈ ਕਿਉਂਕਿ ਨਾ ਹੀ ਅਸੀਂ ਇਸ ਚੀਜ਼ ਦੇ ਬਾਰੇ ਗੱਲ ਕਰਦੇ, ਸਾਨੂੰ ਇਹ ਕਿ ਕੋਈ ਵੀ ਮਤਲਬ ਵੀਡੀਓਜ਼ ਉਦਾਂ ਦੀਆਂ ਆਉਣ ਨਾ ਜਿਹੜੀ ਹਾਸੇ ਖੇਡੀਆਂ ਵਾਲੀਆਂ ਹੋਣ ਜਾਂ ਜਿਹਦਾ ਕੋਈ ਸਿਰ ਪੈਰ ਨਾ ਹੋਏ ਉਹ ਤਾਂ ਅਸੀਂ ਸ਼ੇਅਰ ਕਰ ਦਾਂਗੇ, ਪਰ ਜਿਹੜੀ ਅਵੇਅਰਨੈਸ ਪਰਪਸ ਵਾਸਤੇ ਵੀਡੀਓਜ਼ ਹੁੰਦੀਆਂ ਨੇ ਉਹ ਅਸੀਂ ਦੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਸਾਨੂੰ ਨੌਲੇਜ ਦੇ ਰਹੀਆਂ ਨੇ ਨਾ, ਨੌਲੇਜ ਸਾਨੂੰ ਲੈਣੀ ਪਸੰਦ ਨਹੀਂ ਹੈ। ਉਹੀ ਨਾ ਪਹਿਲਾਂ ਐਕਸੈਪਟ ਕਰਨਾ ਜ਼ਰੂਰੀ ਹੈਗਾ ਕਿ देयर इज अ प्रॉब्लम ਹੈ ਨਾ। ਗ੍ਰੈਟਾ ਕਿਉਂ ਇੰਨੀ ਮਸ਼ਹੂਰ ਹੋਈ 15 ਸਾਲ ਦੀ ਏਜ ਵਿੱਚ? ਬਿਕੋਜ਼ ਸ਼ੀ ਆਸਕਡ ਦ ਪੋਲੀਟੀਸ਼ੀਅਨਸ ਐਟ ਸੱਚ ਅ ਬਿਗ ਲੈਵਲ, ਐਡੀ ਸਟੇਜ ਤੇ ਉਹਨੇ ਕਿਹਾ ਸੀ ਹਾਊ ਡੇ ਯੂ, ਕਿ ਤੁਸੀਂ ਸੋਚ ਕਿਉਂ ਨਹੀਂ ਰਹੇ ਹੋ ਇਹਦੇ ਬਾਰੇ, ਇਹੀ ਕੁਐਸਚਨ ਸੀ ਨਾ ਉਹਦਾ। ਸੋ ਇਹ ਕੁਐਸਚਨ ਸਾਨੂੰ ਜ਼ਰੂਰੀ ਨਹੀਂ ਕਿ ਜਦੋਂ ਸਰਕਾਰ ਸੋਚੇਗੀ ਜਾਂ ਕੁਝ ਕਰੇਗੀ ਅਸੀਂ ਉਦੋਂ ਹੀ ਕਰਨਾ ਹੈ, ਇਹ ਸਾਡਾ ਵੀ ਉਨੀ ਹੀ ਡਿਊਟੀ ਹੈਗੀ ਕਿਉਂਕਿ ਸਰਕਾਰ ਵੀ ਕੋਈ ਪ੍ਰੋਗਰਾਮ ਲਿਆ ਕੇ ਸਾਨੂੰ ਹੀ ਦੱਸੇਗੀ ਕਿ ਤੁਸੀਂ ਏਦਾਂ ਕਰੋ। ਸੋ ਵਾਈ ਨੋਟ ਆਪਣੀ ਵੀ ਉਨੀ ਹੀ ਹੈਗੀ, ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਅਸੀਂ ਕੀ ਛੱਡ ਕੇ ਜਾਣਾ ਹੈ, ਕਿੰਨਾ ਸੋਹਣਾ ਵਾਤਾਵਰਣ ਛੱਡ ਕੇ ਜਾਣਾ, ਇਟ ਇਜ਼ ਟੋਟਲੀ ਅਪ ਟੂ ਅਸ ਹੈ ਨਾ। ਹਾਂਜੀ, ਸੋ ਇਹਨਾਂ ਦੇ ਨਾਲ ਸਕੂਲ ਦੇ ਵਿੱਚ ਇਹਨਾਂ ਨੇ ਬੜੇ ਅੱਛੇ ਕੰਮ ਸ਼ੁਰੂ ਕਰ ਦਿੱਤੇ ਤੇ ਤੁਸੀਂ ਦੱਸ ਰਹੇ ਸੀ ਕਿ ਉਦੋਂ ਹੀ ਤੁਸੀਂ ਇੱਕ ਬੱਚਿਆਂ ਦਾ ਵੀ ਪ੍ਰੋਜੈਕਟ ਕੀਤਾ ਹੈ ਨਾ। ਜੀ, ਸੋ ਬੱਚਿਆਂ ਦੇ ਨਾਲ ਵੀ ਪ੍ਰੋਜੈਕਟ ਜਿਹੜੇ ਛੋਟੇ ਬੱਚਿਆਂ ਦੇ ਨਾਲ ਜੀ ਛੋਟੇ ਬੱਚਿਆਂ ਦੇ ਨਾਲ ਜਿਹੜੇ ਪ੍ਰੋਜੈਕਟ ਸੀਗੇ ਉਹ ਵੀ এনवायरमेंटल ਰਿਲੇਟਡ ਹੀ ਸੀਗੇ। ਔਰ ਅਸੀਂ ਜਿੰਨਾ ਵੀ ਯੂਥ ਗਰੁੱਪ ਸੀਗਾ ਤੇ ਅਸੀਂ ਯੈਲੋ ਫਿਸ਼ ਪੇਂਟ ਕਰਦੇ ਸੀਗੇ ਜਿਹੜੇ ਵੀ ਸਟ੍ਰੋਮ ਡਰੇਨਸ ਨੇ। ਹਾਂਜੀ, ਸਟ੍ਰੋਮ ਡਰੇਨਸ ਦੇ ਨਾਲ ਇਹ ਸੀਗਾ ਕਿ ਜਿਹੜਾ ਵੀ ਅਸੀਂ ਘਰ ਦੇ ਵਿੱਚ ਕਾਰ ਵਾਸ਼ ਕਰਦੇ ਆ ਜਾਂ ਜਿਹੜਾ ਵੀ ਅਸੀਂ ਕਈ ਵਾਰ ਤੇ
ਪਾਈਪ ਲਗਾ ਕੇ ਪਾਣੀ ਜਿਹੜਾ ਵੇਸਟ ਕਰਦੇ ਆ, ਸੋ ਉਹ ਕ੍ਰੀਕਸ ਦੇ ਵਿੱਚ ਜਾਂਦਾ ਹੈ। ਕ੍ਰੀਕਸ ਦੇ ਵਿੱਚ ਵਾਈਲਡ ਲਾਈਫ ਨੇ, ਉੱਥੇ ਫਿਸ਼ ਪੋਪੂਲੇਸ਼ਨ ਹੈ, ਸੋ ਉਹਨਾਂ ਦੇ ਵਿੱਚ ਅਗਰ ਤੁਸੀਂ ਅਗਰ ਉਹਨਾਂ ਦੇ ਵਿੱਚ ਆਇਲ ਜਾਏਗਾ ਉਸ ਪਾਣੀ ਦੇ ਵਿੱਚ ਤੇ ਉਹ ਖਰਾਬ ਹੋਏਗਾ। ਸੋ ਯੈਲੋ ਫਿਸ਼ ਅਸੀਂ ਪੇਂਟ ਕਰਨੀ ਤੇ ਨਾਲ ਦੀ ਨਾਲ ਬ੍ਰੋਸ਼ਰਸ ਵੀ ਦੇਣੇ ਔਰ ਉਹਦੇ ਬਾਰੇ ਅਵੇਅਰਨੈਸ ਵੀ ਕ੍ਰੀਏਟ ਕਰਨੀ ਕਿ ਇਹ ਕੰਮ ਬੰਦ ਕਰ ਦਿਓ। ਸੇਮ ਪ੍ਰੋਜੈਕਟ ਹੀ ਬ੍ਰੈਂਪਟਨ ਦੇ ਵਿੱਚ ਵੀ ਕੀਤਾ ਗਿਆ ਫॉर one cohort, ਬਟ ਯੈਲੋ ਫਿਸ਼ ਰੋਡ ਪ੍ਰੋਜੈਕਟ ਵਾਸ ਇੰਟਰੈਸਟਿੰਗ। ਮੈਂ ਉਹਦੇ ਬਾਰੇ ਗੱਲ ਕਰ ਰਹੀ ਸੀ ਜਿਹੜਾ ਕਿ ਤੁਸੀਂ ਛੋਟੇ ਬੱਚਿਆਂ ਨੂੰ ਲੈ ਕੇ ਇੱਕ ਡਾਇਨਾਸੌਰ ਤਿਆਰ ਕੀਤਾ ਸੀ ਵਿਦ ਯੂਜ਼ ਸਟਫ। ਜੀ, ਉਹ ਬ੍ਰੈਂਪਟਨ ਦੇ ਵਿੱਚ ਹੋਇਆ ਸੀਗਾ। ਸੋ ਉਹਦਾ ਨਾਂ ਸੀਗਾ ਲਿਟਰੋਸੌਰਸ। ਹਾਂਜੀ ਪ੍ਰੋਜੈਕਟ ਲਿਟਰੋਸੌਰਸ ਸੀਗਾ। ਚਿਕਨ ਮੈਸ਼ ਦੇ ਨਾਲ ਯੂਥ ਔਰ ਜਿਹੜੇ ਸੀਨੀਅਰ ਕਲੱਬ ਸੀਗੇ ਦੋਨਾਂ ਨੇ ਮਿਲ ਕੇ ਇੱਕ ਬਿਗ ਜਾਇਗੈਂਟਿਕ ਡਾਇਨਾਸੌਰ ਬਣਾਇਆ। ਪਰਪਸ ਇਹ ਸੀਗਾ ਕਿ ਆਸ-ਪਾਸ ਦੇ ਵਿੱਚ ਅਸੀਂ ਹਰ ਸਾਲ ਕਲੀਨ ਅਪ ਕਰਾਂਗੇ ਔਰ ਲੋਕੀ ਨਾ ਕੋਈ ਵੀ ਚਾਹ ਪੀ ਕੇ ਕੱਪ ਸੁੱਟਤਾ, ਪਾਣੀ ਦੀ ਬੋਤਲ ਪੀ ਕੇ ਕੱਪ ਸੁੱਟਤਾ, ਮਤਲਬ ਸਾਨੂੰ ਕੋਈ ਰਿਅਲਾਈਜੇਸ਼ਨ ਨਹੀਂ ਹੈ ਕਿ ਸਾਡੇ ਕੋਲ ਡੈਜ਼ਿਗਨੇਟਡ ਜਿਹੜੇ ਬਿਨਸ ਹੈਗੇ ਅਸੀਂ ਉਹਦੇ ਵਿੱਚ ਪਾ ਸਕਦੇ ਹਾਂ। ਸੋ ਪਰਪਸ ਇਹ ਸੀਗਾ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਸਾਫ਼ ਸੁਥਰੀ ਰਹੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਵੀ ਮਤਲਬ ਗੰਦ ਹੈ ਉਹ ਥੋੜਾ ਜਿਹਾ ਘਟ ਜਾਏ। ਸੋ ਫਰਸਟ ਈਅਰ ਜਦ ਅਸੀਂ ਕੀਤਾ ਡਾਇਨਾਸੌਰ ਕੰਪਲੀਟਲੀ ਫੁੱਲ ਸੀਗਾ। ਇਵੈਂਚੁਅਲੀ ਥੋੜਾ ਥੋੜਾ ਕੱਟ ਹੋ ਗਿਆ, ਬਟ ਉਹ ਅਪਸ ਐਂਡ ਡਾਊਨਸ ਹੁੰਦੇ ਆ। ਪਰ ਬੱਚਿਆਂ ਦੇ ਨਾਲ ਔਰ ਸੀਨੀਅਰਸ ਕਲੱਬ ਦੇ ਨਾਲ, ਐਂਡ ਸੀਨੀਅਰ ਕਲੱਬ ਦਾ ਨਾਮ ਸੀਗਾ ਚੈਟ ਐਂਡ ਚਾय ਕਲੱਬ, ਕਿ ਚੈਟ ਵੀ ਕਰੋ, ਚਾय ਵੀ ਪੀਓ ਤੇ ਡਿਸਕਸ਼ਨ ਵੀ ਕਰੋ ਔਰ ਯੂਥ ਨੂੰ ਵੀ ਇੰਗੇਜ ਕਰੋ, ਕਿਉਂਕਿ ਬੇਸਿਕ ਪਰਪਸ ਸੀਗਾ ਕਿ ਯੂਥ ਐਂਡ ਸੀਨੀਅਰਸ ਦਾ ਜਿਹੜਾ ਗੈਪ ਹੈ ਉਹਨੂੰ ਕਿੱਦਾਂ ਬ੍ਰਿਜ ਕੀਤਾ ਜਾ ਸਕਦਾ ਹੈ। ਉਹ ਨੌਲੇਜ ਸ਼ੇਅਰਿੰਗ ਦੇ ਨਾਲ ਹੋ ਸਕਦਾ ਹੈ, ਉਹ ਐਜੂਕੇਸ਼ਨ ਦੇ ਨਾਲ ਹੋ ਸਕਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਵਧੀਆ ਪ੍ਰੋਜੈਕਟ ਸੀਗਾ। 2 ਕੋਹੋਰਟ ਕੀਤੇ, ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ ਤੇ ਹੁਣ ਫਿਰ ਕੋਸ਼ਿਸ਼ ਹੈ ਕਿ ਉਹਨੂੰ ਸਟਾਰਟ ਕੀਤਾ ਜਾਏ। ਕਿ ਪ੍ਰਭ ਐਵੇਂ ਦੇ ਕਈ ਇਨੀਸ਼ੀਏਟਿਵਸ ਲੈਂਦੇ ਨੇ ਜਿਹਦੇ ਨਾਲ ਕਿ ਬੱਚਿਆਂ ਦੇ ਵਿੱਚ ਛੋਟੇ ਕਿਉਂਕਿ ਹੁਣ ਵੀ ਤੁਸੀਂ ਮੈਨੂੰ ਜਦੋਂ ਆਪਣੀ UN ਦੀ ਉਹਦੀ ਦਿਖਾ ਰਹੇ ਸੀ, ਆਈ ਸੌ ਕਿ ਸਾਰੀਆਂ ਜਿਹੜੀਆਂ ਬੱਚੀਆਂ ਦੀਆਂ ਪਿਕਚਰ ਸੀ, ਇਟ ਵਾਸ ਯੂਥ ਹੂਜ਼ ਮੋਰ, ਹਨਾ। ਕਿਉਂਕਿ ਸਾਡੇ ਟਾਈਮ ਦੇ ਜਿਵੇਂ ਹੁਣ ਸਾਡੇ ਲਈ ਇੰਟਰਨੈਟ ਵੀ ਬੜੀ ਔਖੀ ਚੀਜ਼ ਹੈ, ਸਾਡੇ ਤੋਂ ਵੱਡਿਆਂ ਲਈ ਹੋਰ ਔਖੀ ਚੀਜ਼ ਹੈ। ਸੋ ਇਦਾਂ ਹੀ ਜਿਹੜੇ এনवायरमेंट ਬਾਰੇ ਜਾਂ ਪਾਣੀ ਦੀ ਘਾਟ ਬਾਰੇ ਹੈਗਾ, ਅਸੀਂ ਉਹ ਨਹੀਂ ਦੇਖਿਆ ਹੈਗਾ ਇੰਨਾ ਸਾਡੇ ਬਜ਼ੁਰਗਾਂ ਨੇ ਜਿਹੜੇ ਸਾਡੇ ਤੋਂ ਵੀ ਵੱਡੇ ਹੈ। ਪਰ ਇਹਦੇ ਲਈ ਜਾਗਰੂਕਤੀ ਲਿਆਣੀ, ਇਹਦੇ ਲਈ ਕੰਮ ਕਰਨਾ ਜਾਂ ਬੱਚਿਆਂ ਨੂੰ ਵਾਰਨ ਕਰਨਾ, ਕਿਉਂਕਿ ਜਿਹੜੀ ਮਿਡਲ ਏਜ ਹੈਗੀ ਨਾ ਪੀੜ੍ਹੀ, ਉਹ ਕੰਮ ਕਰਨ ਦੇ ਵਿੱਚ ਰੁੱਝੀ ਹੋਈ ਹੈ, ਇੰਨੀ ਦੌੜ ਹੈ ਕੰਮ ਦੀ, ਬੜੀਆਂ ਪਰੇਸ਼ਾਨੀਆਂ ਨੇ। ਸੋ ਯੂਥ ਨੂੰ ਇਹ ਜਾਗ ਲਾਣੀ ਕਿ ਯੂਥ ਆਪਣੇ ਮਾਪਿਓ ਦੇ ਨਾਲ ਜਾ ਕੇ ਗੱਲ ਕਰੇ, ਇਟਸ ਵੈਰੀ ਇੰਪੋਰਟੈਂਟ, ਹੈ ਨਾ। ਤੇ ਉਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ, ਫਿਰ ਜਿਹੜੇ ਸੀਨੀਅਰ ਕਲੱਬ ਸੀਗੇ ਉਹਨਾਂ ਨੇ ਯੂਥ ਦੇ ਨਾਲ ਮਿਲ ਕੇ ਹੀ ਕਮਿਊਨਿਟੀ ਗਾਰਡਨਿੰਗ ਸਟਾਰਟ ਕੀਤੀ। ਸਕੂਲ ਦਾ ਫਰੰਟ ਲੌਨ ਜਿਹੜਾ ਸੀ ਮੇਨਟੇਨ ਕਰਨ ਦੀ ਰਿਸਪੌਂਸਿਬਿਲਿਟੀ ਯੂਥ ਔਰ ਸੀਨੀਅਰਸ ਦੀ ਸੀਗੀ। ਬੱਚਿਆਂ ਨੂੰ ਵਾਲੰਟੀਅਰ ਆਸ ਤਾਂ ਮਿਲਦੇ ਹੀ ਸੀਗੇ, ਪਰ ਸੀਨੀਅਰਸ ਨੂੰ ਵੀ ਅੱਛਾ ਲੱਗਦਾ ਸੀਗਾ ਕਿਉਂਕਿ ਕਈ ਫਾਰਮਿੰਗ ਬੈਕਗ੍ਰਾਉਂਡ ਤੋਂ ਵੀ ਸੀਗੇ। ਸੋ ਚੀਜ਼ ਜਦ ਪ੍ਰੋਡਕਟ ਆਣਾ ਤੇ ਯੂਥ ਵੀ ਖੁਸ਼ ਤੇ ਸੀਨੀਅਰਸ ਵੀ ਖੁਸ਼। ਸੋ ਮਤਲਬ ਕਮਿਊਨਿਟੀ ਬਹੁਤ ਹੀ ਵਧੀਆ ਜਿਹੜਾ ਪ੍ਰੋਜੈਕਟ ਸੀਗਾ ਇਹ ਮੈਨੂੰ ਲੱਗਿਆ ਔਰ ਹਰ ਤਰਫ ਤੋਂ ਐਪਰੀਸ਼ੀਏਸ਼ਨ ਮਿਲੀ। ਜਸਟ ਇਮੇਜਿਨ ਹਰ ਦੇਸ਼, ਹਰ ਪਿੰਡ, ਹਰ ਸ਼ਹਿਰ, ਹਰ ਸਟੇਟ ਦੇ ਵਿੱਚ ਜੇ ਯੂਥ ਤੇ ਬਜ਼ੁਰਗ ਰਲ ਕੇ ਆਪਣਾ ਆਲਾ ਦੁਆਲਾ ਸਵਾਰਨ ਲੱਗ ਜਾਣ ਤੇ ਮੈਂ ਕਹਿੰਦੀ ਹਾਂ ਸਰਕਾਰ ਨੇ ਵੀ ਤੇ ਆਪਾਂ ਨੂੰ ਪ੍ਰੋਗਰਾਮ ਹੀ ਦੇਣੇ ਨੇ, ਉਹ ਪੈਸੇ ਦੇ ਸਕਦੇ ਨੇ, ਬਟ ਜਿਹੜਾ ਕੰਮ ਹੈਗਾ ਇਹ ਸਾਨੂੰ ਮੈਨੂੰ ਲੱਗਦਾ ਹੈ we have to initiate it, right, है ना? जी बिल्कुल। So ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਗਏ, ਯੂਨੀਵਰਸਿਟੀ ਚ ਇਹਨਾਂ ਨੇ ਬੜੀਆਂ ਮੱਲਾਂ ਮਾਰੀਆਂ, ਹਨਾ, ਆਪਾਂ ਪਿਛਲੀ ਵਾਰੀ ਗੱਲ ਕਰ ਚੁੱਕੇ ਸੀਗੇ, ਹਨਾ। ਸੋ ਉਸ ਤੋਂ ਬਾਅਦ ਤੁਸੀਂ ਕਿੰਨੇ ਹੀ ਅਵਾਰਡਸ ਵਿਨ ਕੀਤੇ, ਕਿਉਂਕਿ ਪਿਛਲੀ ਵਾਰੀ ਸਾਡੇ ਕੋਲ ਟਾਈਮ ਹੀ ਨਹੀਂ ਬਚਿਆ ਕਿ ਇਹਨਾਂ ਦੇ ਅਵਾਰਡਸ ਬਾਰੇ ਗੱਲ ਕਰੀਏ, ਤੇ ਇਹਨਾਂ ਨੇ ਬੜੇ ਹੀ ਅਵਾਰਡ ਵਿਨ ਕੀਤੇ। ਸੋ ਅਸੀਂ ਜਾਣਨਾ ਚਾਹਾਂਗੇ ਤੁਹਾਨੂੰ ਕਿਹੜੀ ਚੀਜ਼ ਲਈ ਅਵਾਰਡ ਮਿਲੇ ਤੇ ਰੈਕਗਨੀਸ਼ਨ ਮਿਲੀ। एक्चुअली लिस्ट बहुत लंबी है, बट मैं लास्ट टाइम एक गल की सी कि 800 वॉलंटियर आवर्स सीगे जब मैं ग्रेजुएट हुई, और क्योंकि वॉलंटियर आवर्स इन्ने ज़्यादा सीगे ते लेफ्टिनेंट गवर्नर जर्नल कम्युनिटी वॉलंटियर अवार्ड मिलिया, स्कूल दे वल्लों मिलिया सीगा फॉर द वर्क दैट आई हैव डन। ते उस तो बाद फिर कैनेडा 150 ਉਹਦਾ ਵੀ ਕ੍ਰਾਈਟੇਰੀਆ ਸੇਮ ਸੀਗਾ, ਸੀਨੀਅਰਸ ਕਲੱਬ ਦੇ ਨਾਲ ਕੰਮ ਕਰਨਾ, ਨੋਮੀਨੇਟ ਕੀਤਾ ਗਿਆ ਔਰ ਮੇਰੇ ਮੈਂਟਰਸ ਅੱਛੇ ਸੀਗੇ, ਉਹ ਇਦਾਂ ਦੇ ਕੋਈ ਵੀ ਚੀਜ਼ ਆਂਦੀ ਉਹ ਨੋਮੀਨੇਟ ਸਭ ਤੋਂ ਪਹਿਲਾਂ ਕਰ ਹੀ ਦਿੰਦੇ ਆ, ਬਿਕੋਜ਼ ਯੂ ਸੋ ਮਚ ਡਿਜ਼ਰਵ ਇਟ, ਹਨਾ। ਜਦੋਂ ਆਪਾਂ ਆਲੇ ਦੁਆਲੇ ਦੇਖਦੇ, ਮੈਂ ਬਹੁਤ ਦੁਨੀਆ ਨੂੰ ਜਾਣਦੀ ਹਾਂ, ਬਟ ਮੈਨੂੰ ਲੱਗਦਾ ਹੈ এনवायरमेंट ਦੇ ਲਈ ਇੱਕ ਹੋਰ ਨੇ ਮਨਦੀਪ ਔਜਲਾ, ਉਹ ਬੜੇ ਚਿੰਤਿਤ ਨੇ, ਉਹਨਾਂ ਨੇ ਵੀ, ਤੇ ਇੱਕ ਮੈਂ ਤੁਹਾਨੂੰ ਦੇਖਦੀ ਹਾਂ, ਹਨਾ ਜੀ।
ਪਰ ਮੈਂ ਇੰਨਾ ਖਾਸ ਨਹੀਂ ਕਿਸੇ ਤੇ ਧਿਆਨ ਪੈਂਦਾ ਵੀ ਇੰਨੀ ਆਪਣੇ ਕੋਲੋਂ ਟਾਈਮ ਲਾ ਕੇ ਸਾਰਾ ਕੁਝ ਲਾ ਕੇ ਜੇ ਕੋਈ ਤੁਹਾਡੇ ਵਾਂਗਰ ਦਰਦ ਮਹਿਸੂਸ ਕਰਕੇ ਕਰਦਾ ਹੋਵੇ ਉਹ ਮੈਂ ਸੋ ਯੂ ਰੀਅਲੀ ਡਿਜ਼ਰਵ ਦੈਟ। ਉਸ ਤੋਂ ਬਾਅਦ ਫਿਰ ਮਿਲਿਆ ਸੋਵਰਨ ਮੈਡਲ ਜੋ ਕਿ ਇਥੋਂ ਦਾ ਸਿਵਿਲੀਅਨ ਅਵਾਰਡ ਹੈ, ਸੈਕੰਡ ਹਾਈਐਸਟ ਸਿਵਿਲੀਅਨ ਅਵਾਰਡ। ਉਸ ਤੋਂ ਬਾਅਦ ਉਹਦਾ ਕੀ ਹਾਊ ਡੂ ਦੇ ਸੋ ਇਹ ਜਿਹੜਾ ਅਵਾਰਡ ਸੀਗਾ ਇਹ ਮੇਰੀ ਮੈਂਟਰ ਨੇ ਭੇਜਿਆ ਵਿਦ ਸੋ ਮੈਨੀ ਰੈਫਰੈਂਸ ਲੈਟਰਸ। ਉਸ ਤੋਂ ਬਾਅਦ ਸਿਲੈਕਸ਼ਨ ਕਮੇਟੀ ਉਹਨਾਂ ਦੇ ਨਾਲ ਹੀ ਕਮਿਊਨੀਕੇਟ ਕਰਦੀ ਰਹੀ ਔਰ ਮੈਨੂੰ ਸਿਰਫ ਐਂਡ ਦੇ ਵਿੱਚ ਪਤਾ ਲੱਗਿਆ ਕਿ ਕੰਗ੍ਰੈਚੁਲੇਸ਼ਨਸ ਤੁਹਾਨੂੰ ਮਿਲ ਗਿਆ ਔਰ ਅੱਛਾ ਲੱਗਿਆ। ਸੋ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਬ੍ਰੈਂਪਟਨ ਬੋਰਡ ਆਫ ਟ੍ਰੇਡ ਦਾ ਟੌਪ 40 ਅੰਡਰ 40 ਉਹ ਵੀ ਇਨ ਦ ਫੀਲਡ ਆਫ এনवायरमेंट। ਉਸ ਤੋਂ ਬਾਅਦ ਰੀਸੈਂਟ ਹੁਣ ਜਿਹੜਾ ਹੈ ਉਹ ਕ੍ਰੈਡਿਟ ਵੈਲੀ ਕੰਜ਼ਰਵੇਸ਼ਨ ਅਵਾਰਡ ਹੈ। ਸੋ ਲਿਸਟ ਆਈ ਥਿੰਕ ਹੋਰ ਵੀ ਲੌਂਗ ਹੈ ਬਟ ਇਹੀ ਆਈ ਗੈਸ ਮੋਟੇ ਮੋਟੇ ਨੇ ਜਿਹੜੇ ਯਾਦ ਹੈ ਜ਼ਿਆਦਾ ਕਰਦੇ ਨੇ। ਹਾਂਜੀ ਕਿਉਂਕਿ ਜਦੋਂ ਵੀ ਆਮ ਸ਼ੋਰ ਕੋਈ ਅਵਾਰਡਸ ਦਾ ਟਾਈਮ ਆਉਂਦਾ ਹੈਗਾ ਵੀ ਨੋ ਕਿ ਤੁਹਾਡੇ ਤੋਂ ਇਲਾਵਾ ਬਹੁਤ ਘੱਟ ਲੋਕ ਨੇ ਜਿਹੜੇ ਇਹਦੇ ਵਿੱਚ ਇਸ ਲਾਈਕ ਮੋਸਟ ਨੀਡਡ। ਇੱਕ ਆਪਾਂ ਖਾਣੇ ਤੋਂ ਬਾਅਦ ਮੈਂ ਕਹਿੰਨੀ ਆ ਖਾਣਾ ਤੇ ਇਹ ਚੀਜ਼ਾਂ ਆਪਣੇ ਲਈ ਜ਼ਰੂਰੀ ਨੇ, ਬਾਕੀ ਲਗਜ਼ਰੀ ਤੇ ਇਹ ਸਾਰੀਆਂ ਚੀਜ਼ਾਂ you can have it, you don't need them, है ना? पर ਜਿਹੜਾ ਤੁਹਾਨੂੰ ਪਾਣੀ ਤੇ ਫੂਡ ਤੇ ਹਵਾ ਹੈਗੀ ਹੈ ਸਾਫ਼, ਇਹਦੇ ਤੋਂ ਬਗੈਰ ਅਸੀਂ ਨਹੀਂ ਜੀ ਸਕਦੇ, ਹੈ ਨਾ? ਅਸੀਂ ਕਿਤੇ ਤੁਰ ਕੇ ਵੀ ਜਾ ਸਕਦੇ ਹਾਂ। ਹੁਣ ਦੇਖੋ ਜਿਵੇਂ ਗ੍ਰੈਟਾ ਥਨਬਰਗ ਨੇ ਉਹ ਪੋਲਿਊਸ਼ਨ ਦੇ ਲਈ ਕੰਮ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਹਵਾਈ ਜਹਾਜ਼ ਚੱਲਦੇ ਨੇ ਬੜਾ ਪੋਲਿਊਸ਼ਨ ਕ੍ਰੀਏਟ ਕਰਦੇ ਨੇ। ਸੋ ਉਹਨਾਂ ਨੇ ਉਹ ਆਪ ਫਲਾਈ ਕਰਕੇ ਨਹੀਂ ਆਏ, ਉਹ ਜ਼ੀਰੋ ਕਾਰਬਨ ਉਹਨਾਂ ਨੇ ਯੂਜ਼ ਕੀਤਾ। ਇਹ ਵੈਸੇ ਤਾਂ ਅਸੀਂ ਕਹਿੰਦੇ ਕਿ ਬਹੁਤ ਸਮਾਲ ਸਟੈਪਸ ਨੇ ਬਟ ਇਹ ਸਮਾਲ ਸਟੈਪ ਹੀ ਹਿਊਜ ਨੇ। ਹਾਂਜੀ ਹਾਂਜੀ। ਤੇ ਉਹਦੇ ਚ ਉਸੇ ਸ਼ੋਅ ਦੇ ਵਿੱਚ ਮੈਂ ਦੇਖ ਰਹੀ ਸੀਗੀ ਕਿ ਉਹਨਾਂ ਦੇ ਮਮ ਨੇ ਨਾ ਜਿਹੜੇ ਪਿਆਨਿਸਟ ਨੇ, ਹਨਾ, ਤੇ ਸ਼ੀ ਯੂਜ਼ਡ ਟੂ ਟਰੈਵਲ ਅ ਲੋਟ ਕਿਉਂਕਿ ਵੀ ਬੜੇ ਮਸ਼ਹੂਰ ਨੇ ਇਸ ਕਰਕੇ ਉਹਨਾਂ ਨੂੰ ਆਉਂਦੇ ਰਹਿੰਦੇ ਸੀਗੇ। ਤੇ ਉਹਨਾਂ ਦੇ ਮਮ ਨੇ ਆਪਣਾ ਪ੍ਰੋਫੈਸ਼ਨ ਨੂੰ ਥੋੜਾ ਚੇਂਜ ਕੀਤਾ। ਇੰਸਟੈਡ ਆਫ ਗੋਇੰਗ ਅਰਾਊਂਡ ਦ ਵਰਲਡ ਉਹ ਉੱਥੋਂ ਹੀ ਆਪਣੇ ਟੀਚਿੰਗ ਦੇ ਵਿੱਚ ਕਰ ਰਹੇ ਨੇ ਜਾਂ ਕੁਝ। ਐਂਡ ਗ੍ਰੈਟਾ ਹੈਜ਼ ਨੋ ਲਾਈਕ ਉਹਨੂੰ ਕੋਈ ਰਿਮੋਰਸ ਨਹੀਂ ਹੈਗੀ, ਕਹਿੰਦੀ ਕਿ ਇਟਸ ਓਕੇ, ਹੈ ਨਾ। ਦੈਟਸ ਹਾਊ ਵੀ ਨੀਡ ਟੂ ਸੀ, ਹੈ ਨਾ। ਸੋ ਮੈਂ ਜ਼ਰੂਰ ਚਾਹਾਂਗੀ ਕਿ ਜਿਵੇਂ ਅਸੀਂ ਕੁਛ ਨਾ ਕੁਛ ਸੰਦੇਸ਼ ਦਿੰਦੇ ਆ ਕਿ এনवायरमेंट ਬਾਰੇ ਅਸੀਂ ਜ਼ਰੂਰ ਸੋਚਿਆ ਕਰੀਏ। ਗ੍ਰੈਟਾ ਇੱਕ ਛੋਟੀ ਬੱਚੀ ਹੈਗੀ ਹੈ, 15 ਸਾਲ ਦੀ ਸੀ ਤੇ ਉਹਦੇ ਮਤਲਬ ਸ਼ੀ ਵਾਸ ਸੋ ਇਮੋਸ਼ਨਲ ਅਬਾਊਟ ਦਿਸ। ਤੇ ਜਿਵੇਂ ਤੁਸੀਂ ਹੋਗੇ ਮੈਂ ਦੇਖਦੀ ਹਾਂ ਕਿ ਇਹ ਵੀ ਬਹੁਤ ਇਮੋਸ਼ਨਲ ਨੇ। ਪੜ੍ਹ ਲਿਖ ਕੇ she could have gotten a good job here, ਆਪਣਾ ਲਗਜ਼ਰੀ ਦੀ ਲਾਈਫ ਤੁਸੀਂ ਜੀ ਸਕਦੇ ਸੀ, ਪਰ ਨਹੀਂ, ਇਹਨਾਂ ਨੇ ਚੂਜ਼ ਕੀਤਾ ਕਿ ਮੈਂ ਪੰਜਾਬ ਜਾਵਾਂ, ਇੰਡੀਆ ਜਾਵਾਂ, ਉੱਥੇ ਪ੍ਰੋਜੈਕਟਸ ਕੀਤੇ, ਉੱਥੋਂ ਦੇ ਪਾਣੀਆਂ ਬਾਰੇ ਚਿੰਤਾਤੁਰ ਹੋਏ ਤੇ ਉੱਥੇ ਕਿੰਨਾ ਹੀ ਕੰਮ ਕੀਤਾ, ਹਨਾ। ਸੋ ਇੱਥੇ ਹੁਣ ਇੱਕ ਟਾਈਮ ਹੋਣ ਜਾ ਰਿਹਾ ਸਾਡੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਗੱਲ ਕਰਾਂਗੇ ਕਿ ਇਹ ਤਾਂ ਇਹਨਾਂ ਨੇ ਆਪਣੀ ਪੜ੍ਹਾਈ ਕੀਤੀ, ਅਵਾਰਡਸ ਲਏ ਤੇ ਅੱਗੋਂ ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕੀਤਾ। ਸੋ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰਸ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56 23। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ
ਪ੍ਰੋਗਰਾਮ ਉਡਾਨ ਦੇ ਵਿੱਚ। ਤੇ ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਕਿੱਦਾਂ ਇਹਨਾਂ ਨੇ ਇੱਥੇ ਆਏ ਤੇ ਆਪਣੇ ਕਿਵੇਂ ਮੱਲਾਂ ਮਾਰੀਆਂ, ਤੇ ਹੁਣ ਅਸੀਂ ਗੱਲ ਅੱਗੇ ਕਰਨ ਜਾ ਰਹੇ ਹਾਂ ਕਿ ਇਹਨਾਂ ਨੇ ਆਪਣੀ ਪੜ੍ਹਾਈ ਨੂੰ ਕਿਵੇਂ ਇੰਪਲੀਮੈਂਟ ਕੀਤਾ ਤੇ ਕਿਹੜੇ-ਕਿਹੜੇ ਪ੍ਰੋਜੈਕਟਸ ਕੀਤੇ ਇਹਨਾਂ ਨੇ। ਸੋ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਗੱਲ ਕਰਾਂਗੇ ਕਿ ਜਿਹੜੀ ਤੁਸੀਂ ਰਾਈਡਿੰਗ ਔਨ ਹੋਪ ਦੀ ਜਿਹੜੀ ਮੂਵੀ ਬਣਾਈ ਸੀਗੀ, ਉਹ ਕਿਵੇਂ ਬਣਾਈ, ਉਹਦਾ ਕਿਵੇਂ ਦਾ ਸਫ਼ਰ ਰਿਹਾ, ਕੀ ਉਹਦੇ ਤੋਂ ਸਿੱਖਣ ਨੂੰ ਮਿਲਿਆ? ਸਭ ਤੋਂ ਪਹਿਲਾਂ ਤੇ ਇਹਦੀ ਜਿਹੜੀ ਬੈਕਗ੍ਰਾਉਂਡ ਉਹ ਇਹ ਹੈ ਕਿ ਆਪਣੀ ਸਟੱਡੀਜ਼ ਕੰਪਲੀਟ ਕਰਕੇ ਕਾਰਪੋਰੇਟ ਸੈਕਟਰ ਦੇ ਵਿੱਚ ਕੰਮ ਵੀ ਕਰਕੇ, ਪਰ ਜਿਸ ਟਾਈਮ ਇਹ ਸੁਣਿਆ ਕਿ ਉੱਥੇ ਕੈਂਸਰ ਕ੍ਰਾਈਸਿਸ ਚੱਲ ਰਿਹਾ ਹੈ ਜਾਂ ਟ੍ਰੇਨ ਚੱਲ ਰਹੀਆਂ ਨੇ, ਤੇ ਦਿਮਾਗ ਦੇ ਵਿੱਚ ਇਹ ਜ਼ਰੂਰ ਸਟਕ ਕੀਤਾ ਕਿ ਵਾਈ। ਸੋ ਇਸ ਚੀਜ਼ ਦੀ ਡਿਸਕਸ਼ਨ ਮੈਂ ਆਪਣੇ ਮੈਂਟਰਸ ਦੇ ਨਾਲ ਕੀਤੀ। ਪਹਿਲੀ ਜਿਹੜੀ ਡਿਸਕਸ਼ਨ ਸੀ ਉਹ ਤਾਂ ਆਬਵੀਅਸਲੀ ਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਨਾਲ ਸੀ, ਤੇ ਉਹਨਾਂ ਨੇ ਕਿਹਾ ਕਿ ਉੱਥੇ ਜਾ ਕੇ ਸਾਨੂੰ ਦੇਖਣ ਦੀ ਲੋੜ ਹੈ ਕਿ ਉੱਥੇ ਕੀ ਚੱਲ ਰਿਹਾ ਹੈ, ਕਿ এনवायरमेंटल ਇਸ਼ੂਜ਼ ਨੇ, ਕਿ ਉੱਥੇ ਮੈਨ ਮੇਡ ਇਸ਼ੂਜ਼ ਨੇ, ਮਤਲਬ ਕੀ ਪ੍ਰੋਬਲਮ ਹੈ। ਸੋ ਫਰਸਟ ਟਾਈਮ ਜਦ ਮੈਂ ਇੰਡੀਆ ਦੇ ਵਿੱਚ ਗਈ ਤੇ ਉੱਥੇ ਪ੍ਰੀਲਿਮਿਨਰੀ ਸਟੱਡੀ ਕੀਤੀ ਗਈ, ਸਰਵੇ ਕੀਤੇ, ਇਥੋਂ ਵਾਟਰ ਟੈਸਟਿੰਗ ਕਿਟਸ ਲੈ ਕੇ ਗਈ ਤੇ ਉੱਥੇ ਟੈਸਟ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਪਾਣੀ ਖਰਾਬ ਹੋ ਰਿਹਾ ਹੈ ਜਾਂ ਕੀ ਇਸ਼ੂਜ਼ ਨੇ। ਸੋ ਉਹ ਸਾਰਾ ਡੇਟਾ ਜਦ ਕੰਪਾਈਲ ਕੀਤਾ ਤੇ ਡਾਕੂਮੈਂਟਰੀ ਫਾਰਮ ਦੇ ਵਿੱਚ ਵੀ ਕੀਤਾ। ਮੈਂ ਆਪਣਾ कैमरा लैके गई, उत्थे चीज़ां शूट कीतियां और फिर उत्थे ही एडिट करवाया गया। थोड़ी बहुत मेरी विच योगदान सीगा क्योंकि ज़्यादा इन्ना बजट नहीं सीगा, गिवन कि एवरीथिंग वाज फ्रॉम माय ओन पॉकेट। ਤੇ ਡੈਡ ਨੇ ਥੋੜੀ ਬਹੁਤ ਹੈਲਪ ਕੀਤੀ ਸੀ ਕਿਉਂਕਿ ਉਹ ਫਾਈਨੈਂਸਰ ਸੀਗੇ, ਸੋ ਐਡੀਟਿੰਗ ਚਲੋ ਥੋੜੀ ਬਹੁਤ ਠੀਕ ਠਾਕ ਹੋ ਗਈ। ਤੇ ਉਸ ਤੋਂ ਬਾਅਦ ਇਹ ਜਿਹੜਾ ਡੇਟਾ ਸੀਗਾ ਵਾਪਸ ਲੈ ਕੇ ਆਈ ਔਰ ਆਪਣੇ ਪ੍ਰੋਫੈਸਰ ਨੂੰ ਦਿਖਾਇਆ ਕਿ ਐਕਚੁਅਲੀ ਇਸ਼ੂ ਹੈ, ਹਾਂਜੀ ਇਸ ਤੇ ਨਾ ਕੋਈ ਗੱਲ ਹੋ ਰਹੀ ਹੈ। ਉਸ ਟਾਈਮ ਦੇਖ ਲਓ 2015 2016 ਦਾ ਟਾਈਮ ਪਲੱਸ ਅੱਜ ਦੇਖ ਲਓ, ਅੱਜ ਅਵੇਅਰਨੈਸ ਲੈਵਲ ਐਕਚੁਅਲੀ ਇਟ ਇਜ਼ ਮਚ ਬੈਟਰ ਕਿਉਂਕਿ ਰੋਲਾ ਪਾ ਰਹੀ ਹੈ, ਡਿਸਕਸ਼ਨ ਹੋ ਰਹੀ ਹੈ ਤੇ ਜ਼ਰੂਰ ਕਿਤੇ ਨਾ ਕਿਤੇ ਇਸ ਚੀਜ਼ ਦਾ ਇੰਪੈਕਟ ਪੈ ਰਿਹਾ ਹੈ। ਸੋ ਵਾਪਸ ਆ ਕੇ ਫਿਰ ਜਿਹੜੇ ਮੇਰੇ ਮੈਂਟਰ ਸੀਗੇ ਯਾਰਕ ਯੂਨੀਵਰਸਿਟੀ ਦੇ, ਉਹਨਾਂ ਨੇ ਇੰਟਰੋਡਿਊਸ ਕੀਤਾ ਡਾਕਟਰ ਰੁਮਿਲਾ ਵਰਮਾ ਦੇ ਨਾਲ, ਜੋ ਕਿ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਪ੍ਰੋਫੈਸਰ ਨੇ, ਹਾਈਡਰੋਲੋਜੀ ਪੜ੍ਹਾਉਂਦੇ ਨੇ। ਸੋ ਜਦ ਇਹ ਸੇਮ ਡੇਟਾ ਉਹਨਾਂ ਨੂੰ ਫਾਰਵਰਡ ਕੀਤਾ ਗਿਆ ਤੇ ਫਿਰ ਗਾਂ ਉਹਨਾਂ ਨੇ ਇੱਕ ਹੋਰ ਮੈਂਟਰ ਦੇ ਨਾਲ ਇੰਟਰੋਡਿਊਸ ਕਰਤਾ ਜੋ ਕਿ ਵਾਟਰ ਕੰਪਲਾਈਂਸ ਆਫਿਸਰ ਨੇ, ਜੋ ਦੇਖਦੇ ਨੇ ਕਿ ਵਾਟਰ ਦੇ ਕਿਹੜੇ ਪੈਰਾਮੀਟਰਸ ਨੇ, ਕਿਸ ਚੀਜ਼ ਦੇ ਨਾਲ ਸਾਨੂੰ ਕਿੱਦਾਂ ਟੈਸਟ ਕਰਨਾ ਪੈਂਦਾ ਹੈ। ਸੋ ਸਾਰੀਆਂ ਚੀਜ਼ਾਂ ਫਿਰ ਅਸੀਂ ਹੋਰ ਡਿਟੇਲ ਸਟੱਡੀ ਵਾਸਤੇ ਨੈਕਸਟ ਈਅਰ ਗਈ। ਬਟ ਰਾਈਡਿੰਗ ਔਨ ਹੋਪ ਬੇਸਿਕਲੀ ਇਹ ਸੀਗਾ ਕਿ ਪੰਜਾਬ ਕਿਸ ਤਰੀਕੇ ਦੇ ਨਾਲ ਹੋਪ ਦੇ ਨਾਲ ਰਾਈਡ ਕਰ ਰਿਹਾ ਹੈ, ਨਾ ਉੱਥੇ ਕੋਈ ਅਵੇਅਰਨੈਸ ਚੀਜ਼ ਹੈ, ਨਾ ਉੱਥੇ ਕੋਈ ਪ੍ਰੋਪਰਲੀ ਇਸ ਚੀਜ਼ ਤੇ ਗੱਲ ਕਰ ਰਿਹਾ ਹੈ। ਸੋ ਅਸੀਂ ਨੂੰ ਕਿੱਦਾਂ ਫਿਕਸ ਕਰ ਸਕਦੇ ਹਾਂ। ਸੋ ਰਾਈਡਿੰਗ ਔਨ ਹੋਪ ਸਿਰਫ 12 ਵਿਊਜ਼ ਹੀ ਨੇ ਹੁਣ ਤੱਕ, ਪਰ ਇਹ YouTube ਤੇ ਜ਼ਰੂਰ ਹੈ ਔਰ ਇਹਦਾ ਬੇਸਿਕ ਪਰਪਸ ਇਹੀ ਸੀਗਾ ਕਿ ਅਵੇਅਰਨੈਸ ਕ੍ਰੀਏਟ ਕੀਤੀ ਜਾਏ। ਔਰ ਫਰਸਟ ਸਕਰੀਨਿੰਗ ਮੇਰੇ ਪ੍ਰੋਫੈਸਰ ਦੇ ਘਰ ਹੀ ਹੋਈ ਸੀ ਦੀਵਾਲੀ ਤੇ, ਜਿੱਥੇ ਉਹਨਾਂ ਦੇ ਫੈਮਿਲੀ ਫਰੈਂਡਸ, ਉਹਨਾਂ ਦੇ ਜਿੰਨੇ ਵੀ ਰਿਲੇਟਿਵ ਆਏ, ਉਹਨਾਂ ਦੇ ਨਾਲ ਅਸੀਂ ਬੇਸਿਕ ਫੰਡ ਰੇਜ਼ ਕੀਤਾ। ਫਿਰ ਸੇਮ ਡਾਕੂਮੈਂਟਰੀ ਯਾਰਕ ਯੂਨੀਵਰਸਿਟੀ ਦੇ ਵਿੱਚ ਵੀ ਦਿਖਾਈ ਗਈ, ਜਿੱਥੇ ਹੋਰ ਮੈਂਟਰਸ ਔਰ ਹੋਰ ਜਿਹੜੇ ਰਿਸਰਚਰਸ ਸੀਗੇ ਨਾਲ ਜੁੜੇ, ਬੱਚੇ ਨਾਲ ਹੋਰ ਜੁੜੇ। ਸੋ ਟੀਮ ਇੱਕ ਬਿਗ ਬਣ ਗਈ, ਬ੍ਰੇਨਸ ਜ਼ਿਆਦਾ ਹੋ ਗਏ। ਤੇ ਉਸ ਤੋਂ ਬਾਅਦ ਫਿਰ ਸੈਕਿੰਡ ਜਦ ਈਅਰ ਜਾਣਾ ਸੀਗਾ, ਸੋ ਸਾਡੇ ਕੋਲ ਕਿਹੜੇ ਟੈਸਟਿੰਗ ਕਿਟਸ ਲੈ ਕੇ ਜਾਣੀ ਹੈ ਉਹਦਾ ਵੀ ਪ੍ਰੋਪਰ ਇੱਕ ਸੀਗਾ ਕਿ ਸਾਨੂੰ pH ਲੈਵਲ ਦੇਖਣਾ ਹੈ, ਨਾਈਟ੍ਰੇਟਸ ਦੇਖਣੇ ਨੇ ਜਾਂ ਨਾਈਟਰਾਈਟਸ ਦੇਖਣੇ ਨੇ, ਜਾਂ ਫਿਰ ਇਹ ਦੇਖਣਾ ਹੈ ਕਿ ਕਾਪਰ ਹੈ ਜਾਂ ਲੈਡ ਹੈ ਜਾਂ ਸੋ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਵੀ ਪੈਰਾਮੀਟਰਸ ਨੇ। ਔਰ ਇਨਫੈਕਟ ਆਰਓ ਸਿਸਟਮ ਜਿੱਥੇ ਲੱਗਦਾ ਹੈ, ਅਗਰ ਉਹਦੀ ਫ੍ਰੀਕੁਐਂਟ ਮੇਨਟੇਨੈਂਸ ਨਾ ਕਰੋ ਤੇ ਈਕੋਲਾਈ ਜਿਹੜਾ ਹੈ ਉਹ ਉਹਦੇ ਵਿੱਚ ਆ ਜਾਂਦਾ ਹੈ। ਸੋ ਵਾਟਰ ਟੈਸਟਿੰਗ ਜਿਹੜੀ ਕਿਟ ਸੀਗੀਆਂ, ਕੁਝ ਜਗ੍ਹਾ ਤੇ ਤਾਂ ਈਕੋਲਾਈ ਪੋਜ਼ਿਟਿਵ ਵੀ ਸੀਗੀਆਂ। ਸੋ ਪ੍ਰੋਪਰ ਡਿਟੇਲ ਸਟੱਡੀ ਹੋਈ, ਫਿਰ ਬਣਿਆ ਸਾਇਲੈਂਟ ਕਿਲਰ, cry for help, ਕਿਉਂਕਿ ਲੋਕ cry ਕਰ ਰਹੇ ਨੇ। ਸਾਇਲੈਂਟ ਕਿਲਰ ਜਿਹੜੀ ਸੀਗੀ ਉਹ ਸਪੈਸੀਫਿਕਲੀ ਸੀਗੀ ਵਿਲੇਜ ਆਰਨੇਟੂ ਦੇ ਬਾਰੇ। ਨਹੀਂ, ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗੀ ਕਿਉਂਕਿ ਆਈ ਵਾਂਟ ਟੂ ਟਾਕ ਮੋਰ ਅਬਾਊਟ, ਕਿਉਂਕਿ ਤੁਹਾਡੀ ਸ਼ੁਰੂ ਦੇ ਵਿੱਚ ਸੀਗੀ ਹਨਾ। ਸੋ ਇਹ ਤੁਸੀਂ ਦੱਸਿਆ ਕਿ 1-2 ਦਿਨਾਂ ਦੀ ਟ੍ਰੇਨ ਰਾਈਡ ਸੀਗੀ ਹਨਾ ਜੀ। ਹਾਂ, ਉਹ ਮੈਨੂੰ ਜ਼ਰੂਰ, ਬਿਕੋਜ਼ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਉਹ ਦਰਸ਼ਕਾਂ ਦੇ ਨਾਲ
ਸਾਂਝਾ ਕਰੋ। ਸੋ ਰਾਈਡਿੰਗ ਔਨ ਹੋਪ, ਕਿਉਂਕਿ ਨਾ ਉਸ ਟਾਈਮ ਜਿਹੜੇ ਉੱਥੋਂ ਦੇ ਲੋਕਲ ਹੈਲਪ ਕਰ ਰਹੇ ਸੀਗੇ, ਉਹਨਾਂ ਨੇ ਕਿਹਾ ਪ੍ਰਭ ਅਗਰ ਪਾਣੀ ਨੂੰ ਅੰਡਰਸਟੈਂਡ ਕਰਨਾ ਹੈ ਜਾਂ ਪਾਣੀ ਨੂੰ ਸਮਝਣਾ ਹੈ ਕਿ ਕਿਸ ਤਰੀਕੇ ਦੇ ਨਾਲ ਸੇਵ ਕਰਦੇ ਨੇ, ਤੇ ਰਾਜਸਥਾਨ ਜਾਣਾ ਪੈਣਾ ਹੈ, ਕਿਉਂਕਿ ਉੱਥੇ ਟਾਂਕਾ ਸਿਸਟਮ ਹੁੰਦਾ ਹੈ, ਉੱਥੇ ਜਿਸ ਤਰੀਕੇ ਦੇ ਨਾਲ ਪਾਣੀ ਸੇਵ ਕੀਤਾ ਜਾਂਦਾ ਹੈ, ਤੇ ਸਿੱਖਣਾ ਪੈਣਾ ਔਰ ਇਹ ਦੇਖਣਾ ਪੈਣਾ ਹੈ। ਐਂਡ ਆਈ ਵਾਸ ਫੋਰਚੂਨੇਟ ਇਨਫ ਕਿ ਜੋ ਵਾਟਰਮੈਨ ਆਫ ਇੰਡੀਆ ਨੇ ਛਤਰ ਸਿੰਘ ਜਾਮ, ਉਹਨਾਂ ਦੇ ਨਾਲ ਮਿਲ ਕੇ ਮੈਂ ਐਕਚੁਅਲੀ ਕਾਫੀ ਕੁਝ ਦੇਖਿਆ ਕਿ ਕਿੱਦਾਂ ਉਹ ਪਾਣੀ ਸੇਵ ਕਰਦੇ ਨੇ। ਔਰ ਇਹ ਨਹੀਂ ਕਿ ਹਾਂ ਵੀ ਮੈਂ ਪਾਣੀ ਸੇਵ ਕੀਤਾ ਜਾਂ ਮੈਂ ਆਪਣੀ ਫੈਮਿਲੀ ਵਾਸਤੇ ਕੀਤਾ ਹੈ, ਉਹ ਉਹਨਾਂ ਦੇ ਵਿੱਚ ਜਿਹੜੀ ਨਾ ਜਨਰੇਸ਼ਨ ਤੋਂ ਜਨਰੇਸ਼ਨ ਇੱਕ ਹੀ ਚੀਜ਼ ਹੈ ਕਿ ਤੁਸੀਂ ਪਾਣੀ ਆਪਣੇ ਵਾਸਤੇ ਸੇਵ ਕਰ ਰਹੇ ਹੋ, ਆਪਣੀ ਸੁਸਾਇਟੀ ਵਾਸਤੇ ਸੇਵ ਕਰ ਰਹੇ ਹੋ, ਕਿਸੇ ਦੇ ਕੋਈ ਸਿਰ ਤੇ ਇਹਸਾਨ ਨਹੀਂ ਹੈ, ਨਾ ਹੀ ਗਵਰਨਮੈਂਟ ਤੇ ਬਲੇਮ ਹੈ ਕਿ ਸਰਕਾਰ ਨੇ ਆ ਨਹੀਂ ਕੀਤਾ, ਉਹ ਜਸਟ ਨੈਚੁਰਲੀ ਕਰ ਰਹੇ ਨੇ। ਔਰ ਬਾਰਿਸ਼ ਦਾ ਪਾਣੀ ਕਿੰਨੇ ਬਿਊਟੀਫੁਲ ਤਰੀਕੇ ਦੇ ਨਾਲ ਉਹ ਸੇਵ ਕਰਕੇ ਰੱਖਦੇ ਨੇ, ਉਹਨੂੰ ਯੂਜ਼ ਕਰਦੇ ਨੇ, ਆਰਗੈਨਿਕ ਫਾਰਮਿੰਗ ਕਰਦੇ ਨੇ। ਇਹ ਸਾਰੇ ਜਿਹੜੇ ਆਈਡੀਆ ਸੀਗੇ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਸੀ, ਜੋ ਮੈਂ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਹੋ ਸਕਣ। ਇੱਥੇ ਮੈਂ ਇੱਕ ਜ਼ਰੂਰ ਗੱਲ ਸ਼ੇਅਰ ਕਰਾਂਗੀ, ਜਦੋਂ ਤੁਸੀਂ ਰਾਜਸਥਾਨ ਦੀ ਗੱਲ ਕਰ ਰਹੇ ਹੋ, ਜਦੋਂ ਅਸੀਂ ਪਿਛਲੀ ਵਾਰੀ 2 ਸਾਲ ਪਹਿਲਾਂ ਅਸੀਂ ਇੰਡੀਆ ਗਏ ਤੇ ਅਸੀਂ, ਮੇਰੀ ਇੱਛਾ ਸੀ ਕਿ ਮੈਂ ਜੈਪੁਰ ਘੁੰਮਣਾ ਚਾਹੁੰਦੀ ਸੀ, ਸੋ ਵੀ ਵੈਂਟ ਟੂ, ਉੱਥੇ ਅਸੀਂ ਗਏ ਘੁੰਮਣ ਲਈ, ਤੇ ਉੱਥੇ ਜਿਹੜੇ ਸਾਡੇ ਜਿਹੜੇ ਸਾਨੂੰ ਡਰਾਈਵ ਅਰਾਊਂਡ ਕਰਦੇ ਸੀ, ਉਹੀ ਤੁਹਾਡੇ ਗਾਈਡ ਹੁੰਦੇ ਨੇ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਦੱਸੀ ਜਿਹੜੀ ਕਿ ਮੇਰਾ ਹੁਣੇ ਯਾਦ ਆਈ, ਮੈਂ ਜ਼ਰੂਰ ਸ਼ੇਅਰ ਕਰਾਂਗੀ। ਉੱਥੇ ਉਹਨਾਂ ਨੇ ਦੱਸਿਆ ਕਿ ਪਾਣੀ ਨੂੰ ਉਹ ਕਿੰਨਾ ਪਵਿੱਤਰ ਮੰਨਦੇ ਨੇ ਤੇ ਉਹਨੂੰ ਕਿਵੇਂ ਪ੍ਰੀਜ਼ਰਵ ਕਰਦੇ ਨੇ। ਉਹਨਾਂ ਦੇ ਜਦੋਂ ਖਾਣਾ ਖਾਣ ਦਾ ਸਿਸਟਮ ਵੀ ਹੁੰਦਾ, ਭਾਵੇਂ ਕੋਈ ਅਮੀਰ ਹੈਗਾ, ਭਾਵੇਂ ਕੋਈ ਜਗੀਰਦਾਰ ਹੈ, ਭਾਵੇਂ ਰਾਜੇ ਵੀ ਹੁੰਦੇ ਸੀ, ਇੱਕ ਪਲੇਟ ਪਰੋਸੀ ਜਾਂਦੀ ਸੀ, ਹਸਬੈਂਡ ਵਾਈਫ ਬੈਠਦੇ ਸੀ, ਉਹਨੂੰ ਫੀਡ ਕਰਦੇ ਸੀ, ਫਿਰ ਬਾਕੀ ਦੇ ਸਾਰੇ ਜਣੇ ਉਸੇ ਪਲੇਟ 'ਚ ਖਾਂਦੇ ਸੀ, ਕਿਉਂਕਿ they wanted to wash only one plate. This is how beautifully they preserve the water. ਐਨੀ ਵੀ ਟੂਟੀ ਖੋਲੀ ਧੋਈ ਗਏ। ਐਂਡ ਜਿਹੜੇ ਰਾਜੇ ਹੁੰਦੇ ਸੀ, ਆਮ ਸ਼ੋਰ ਉਹਨਾਂ ਕੋਲ ਤੇ ਬਹੁਤ ਪਾਣੀ ਹੋਣਾ, ਬਟ ਉਹ ਵੀ ਪ੍ਰੀਜ਼ਰਵ ਕਰਦੇ ਹੁੰਦੇ ਸੀਗੇ। ਸੋ ਅਗੇਨ ਟੂ ਯੂ। ਹਾਂਜੀ, ਸਟੈਪ ਵੈਲਸ ਰਾਜਸਥਾਨ ਦੇ ਵਿੱਚ ਇੰਨੇ ਬਿਊਟੀਫੁਲ ਤਰੀਕੇ ਦੇ ਨਾਲ, ਔਰ ਪਾਣੀ ਬਚਾਣਾ ਮਤਲਬ ਅੰਡਰਗਰਾਉਂਡ ਵਾਟਰ ਰੀਚਾਰਜ ਕਿੱਦਾਂ ਕਰਨਾ ਹੈ, ਜਾਂ ਫਿਰ ਇਹ ਸਾਰਾ ਕੁਝ ਆਲਰੇਡੀ ਉੱਥੇ ਹੈ। ਸੋ ਅਗਰ ਇਹ ਕਨਸੈਪਟ ਜਾਂ ਆਰਗੈਨਿਕ ਫਾਰਮਿੰਗ ਜਾਂ ਇਹ ਸਾਰੀਆਂ ਚੀਜ਼ਾਂ ਅਗਰ ਇੱਕ ਸਟੇਟ ਕਰ ਸਕਦਾ ਹੈ, ਤੇ ਪੰਜਾਬ ਵੀ ਕਰ ਸਕਦਾ ਹੈ, ਔਰ ਬਾਕੀ ਕਿਉਂ ਨਹੀਂ ਕਰ ਸਕਦੇ। ਸੋ ਉਸ ਤੋਂ ਬਾਅਦ ਫਿਰ ਮੈਂ ਪੰਜਾਬ ਆਈ, ਔਰ ਰਾਈਡਿੰਗ ਔਨ ਹੋਪ ਦੇ ਵਿੱਚ ਥੋੜੇ ਬਹੁਤ ਗਲਿੰਪਸ ਉਹਦੇ ਜ਼ਰੂਰ ਸ਼ੋ ਕੀਤੇ ਗਏ ਨੇ। ਸੋ ਪਰਪਸ ਫਿਰ ਇੱਥੇ ਉਹ ਤਾਂ ਸੋਲਵ ਹੋ ਹੀ ਗਿਆ, ਕਿਉਂਕਿ ਮੇਰੇ ਨਾਲ ਹੋਰ ਟੀਮ ਜੁੜ ਗਈ, ਹੋਰ ਬ੍ਰੇਨ ਜੁੜ ਗਈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ। ਫਿਰ ਇਸ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ ਰਿਵਾਈਵ ਪੰਜਾਬ, ਕਿਉਂਕਿ ਸਾਨੂੰ ਨਾਟ ਜਸਟ ਕਿ ਵਾਟਰ ਰਿਵਾਈਵ ਕਰਨੇ ਨੇ, ਸਾਨੂੰ ਆਪਣੀ ਮੈਂਟੈਲਿਟੀ ਵੀ ਰਿਵਾਈਵ ਕਰਨ ਦੀ ਲੋੜ ਹੈ। ਸਾਨੂੰ ਅਗਰ ਹੁਣ ਜੋ ਸੋਚਣੀ ਸਾਡੀ ਅੱਜ ਤੋਂ 10 ਸਾਲ ਪਹਿਲਾਂ ਸੀਗੀ, ਉਹਨੂੰ ਛੱਡ ਕੇ ਸਾਨੂੰ ਹੁਣ ਅੱਗੇ ਸੋਚਣਾ ਪੈਣਾ ਹੈ ਕਿ ਪ੍ਰੈਜ਼ੈਂਟ ਅਸੀਂ ਕੀ ਕਰ ਰਹੇ ਹਾਂ, ਉਹਦਾ ਰਿਪਰਕਸ਼ਨ ਜਿਹੜੀ ਨੈਕਸਟ ਜਨਰੇਸ਼ਨ ਹੈ ਉਸ ਤੇ ਕੀ ਪੈਣਾ ਹੈ, ਉਹਨਾਂ ਦੀਆਂ ਪੀੜ੍ਹੀਆਂ ਤੇ ਕੀ ਪੈਣਾ। ਇਹ ਸੋਚ ਕੇ ਜਿਹੜਾ ਹੈ ਅਵੇਅਰਨੈਸ ਕੈਂਪੇਨ ਕੰਟੀਨਿਊਸਲੀ ਫਿਰ ਚੱਲਦਾ ਰਿਹਾ, ਔਰ ਅਸੀਂ ਐਜੂਕੇਸ਼ਨ ਤੇ ਹੀ ਫੋਕਸ ਕੀਤਾ। ਹਾਂਜੀ, ਸੋ ਇਹ ਤੇ ਸੀਗੇ ਇਹਨਾਂ ਦਾ ਰਾਈਡਿੰਗ ਔਨ ਹੋਪ, ਕਿ ਇਹਨਾਂ ਨੇ ਸ਼ੁਰੂ ਕਿਵੇਂ ਕੀਤਾ। ਇੱਕ ਇਹਨਾਂ ਨੂੰ ਪਤਾ ਲੱਗ ਗਿਆ ਕਿ ਦਿਸ ਇਜ਼ ਹਾਊ ਵੀ ਨੀਡ ਟੂ ਗੋ ਮੀਟ ਪੀਪਲ, ਉਹਨਾਂ ਨੂੰ ਉਹਨਾਂ ਦੀ ਡਾਟਾ ਇਕੱਠਾ ਕਰਨਾ, ਤੇ ਫਿਰ ਉਹਨਾਂ ਨੂੰ ਹੈਲਪ ਕਿਵੇਂ ਪ੍ਰੋਵਾਈਡ ਕਰਨੀ ਤੇ ਗਾਈਡ ਕਿਵੇਂ ਕਰਨਾ ਹੈ। ਫਿਰ ਤੁਸੀਂ ਦੂਸਰਾ ਤੁਹਾਡਾ ਸਟੈਪ ਸੀਗਾ ਬਿਗ ਸਟੈਪ ਸਾਇਲੈਂਟ ਕਿਲਰ ਦਾ, ਹੈ ਨਾ? ਹਾਂਜੀ, ਸਾਇਲੈਂਟ ਕਿਲਰ ਦੀ ਇੰਟਰਸਟਿੰਗ ਸਟੋਰੀ ਇਹ ਹੈ ਕਿ ਸਾਇਲੈਂਟ ਕਿਲਰ ਜਦ ਮੈਂ ਇਹ ਪ੍ਰੋਜੈਕਟ ਸਟਾਰਟ ਕੀਤਾ ਸੈਕਿੰਡ, ਤੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਉਸ ਟਾਈਮ ਨਾਲ ਸੀਗੇ, ਦਿੱਲੀ ਯੂਨੀਵਰਸਿਟੀ ਤੋਂ ਡਾਕਟਰ ਤੇਜਵੀਰ ਸਿੰਘ ਰਾਣਾ ਨਾਲ ਜੁੜੇ। ਉਹਨਾਂ ਨੇ ਫਿਰ ਨਾਲ ਟੀਮ ਆਪਣੀ ਭੇਜੀ ਸੀ, ਅਬਾਊਟ 20 ਸਟੂਡੈਂਟਸ ਸੀਗੇ, ਔਰ ਮੈਂ ਰੇਡੀਓ ਪ੍ਰੋਗਰਾਮ ਕਰ ਰਹੀ ਸੀ ਵੈਂਕੂਵਰ ਦੇ ਵਿੱਚ, ਟੋਰਾਂਟੋ ਬੈਠੀ ਵੈਂਕੂਵਰ ਰੇਡੀਓ ਪ੍ਰੋਗਰਾਮ ਕਰ ਰਹੀ ਸੀ। ਆਸਟ੍ਰੇਲੀਆ 'ਚੋਂ ਕਿਸੇ ਨੇ ਸੁਣਿਆ, ਉਹ ਕਹਿੰਦੇ ਕਿ ਸਾਡੇ ਉੱਥੇ ਆਈ ਥਿੰਕ ਹਮਚਿੜੀ ਜਾਂ ਕੋਈ ਇੱਦਾਂ ਦਾ ਹੀ ਵਿਲੇਜ ਸੀਗਾ, ਹਮਚਿੜੀ ਹੈਗਾ, ਤੇ ਨਹੀਂ ਚੱਪੜ ਵਿਲੇਜ ਸੀਗਾ, ਚੱਪੜਚਿੜੀ ਕੁਝ ਏਦਾਂ ਦਾ ਨਾਮ ਸੀਗਾ। ਸੋ ਉੱਥੇ ਸਾਡਾ ਏਰੀਆ ਹੈਗਾ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਤੁਹਾਡੇ ਰਹਿਣ ਦਾ ਇੰਤਜ਼ਾਮ ਕਰ ਦਾਂਗੇ। ਸੋ ਆਲਮੋਸਟ 2 ਵੀਕਸ 3 ਵੀਕਸ ਕਿਵੇਂ ਗਏ ਪਤਾ ਵੀ ਨਹੀਂ ਲੱਗਿਆ, ਔਰ ਉਹਨਾਂ ਦੇ ਉਹ ਸਕੂਲ ਬੱਸ ਵੀ ਉਹਨਾਂ ਨੇ ਸਾਨੂੰ ਦੇਤੀ ਕਿ ਤੁਸੀਂ ਜਾਓ, ਜਾ ਕੇ ਆਪਣਾ ਰਿਸਰਚ ਵਰਕ ਕਰਕੇ ਆਓ। ਇਟ ਵਾਸ ਵੈਰੀ ਇੰਟਰਸਟਿੰਗ। ਸੋ ਉਸ ਤੋਂ ਬਾਅਦ ਫਿਰ ਡੈਫੀਨੇਟਲੀ ਫੰਡ ਰੇਜ਼ ਜਿਹੜੀ ਸੀਗੀ ਉਹ ਰੇਡੀਓਜ਼ ਤੇ ਹੋਈ, ਔਰ ਹੈਲਪ ਥੋੜੀ ਬਹੁਤ ਮਿਲੀ। ਉਸ ਤੋਂ ਬਾਅਦ ਸਾਇਲੈਂਟ ਕਿਲਰ ਜਿਹੜੀ ਹੈ ਫਿਰ ਐਲਬੀਐਨ ਥੀਏਟਰਸ ਦੇ ਵਿੱਚ ਦਿਖਾਈ ਗਈ, ਜਿੱਥੇ ਕਿ ਹੋਰ ਲੋਕਾਂ ਨੂੰ ਪਤਾ ਲੱਗਿਆ ਕਿ ਡੈਫੀਨੇਟਲੀ ਸਾਨੂੰ ਇਸ ਚੀਜ਼ ਬਾਰੇ ਗੱਲ ਕਰਨ ਦੀ ਲੋੜ ਹੈ। ਅਗਰ ਅਸੀਂ ਹੈਲਪ ਨਹੀਂ ਵੀ ਕਰ ਸਕਦੇ ਤੇ ਆਪਣੇ ਪਿੰਡ ਨੂੰ ਅਡਾਪਟ ਕਰਕੇ ਕੰਮ ਕਰ ਸਕਦੇ ਹਾਂ।
ਐਨਆਰਆਈਜ਼ ਨੇ ਇਹਨਾਂ ਨੇ ਦੱਸਿਆ ਕਿ ਬੜੇ ਐਨਆਰਆਈਜ਼ ਇਹਦੇ ਵਿੱਚ ਕੰਮ ਕਰ ਰਹੇ ਨੇ ਆਪਣੇ ਪਿੰਡਾਂ ਦੇ ਵਿੱਚ, ਜਿਵੇਂ ਕਿ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ, ਆਮ ਹੀ ਸੁਣਨ ਚਾਹੁੰਦਾ ਹੈ। ਸੋ ਉਹਦੇ ਬਾਰੇ ਵੀ ਜ਼ਰੂਰ ਦੱਸੋ। ਜੀ ਸੋ ਸਾਇਲੈਂਟ ਕਿਲਰ ਜਿਹੜੀ ਸੀਗੀ ਕਿ ਪੋਇਜ਼ਨ ਕਿਸ ਤਰੀਕੇ ਦੇ ਨਾਲ, ਚਾਹੇ ਉਹ এনवायरमेंट ਦਾ ਪਾਣੀ ਹੈ, ਲੈਂਡ ਹੈ, 에ਅਰ ਹੈ, ਉਹ ਸਲੋਲੀ ਕਿਲ ਕਰ ਰਹੇ ਹੈ। ਪਾਣੀ ਤਾਂ ਡੈਫੀਨੇਟਲੀ ਹੈ ਕਿਉਂਕਿ ਪੈਸਟੀਸਾਈਡਸ ਇਨਫ ਸਪਰੇ ਹੋ ਰਹੇ ਨੇ, ਔਰ ਪੈਸਟੀਸਾਈਡ ਦਾ ਵੀ ਇਸ ਤਰੀਕੇ ਦਾ ਸੀਗਾ ਕਿ ਜੇ ਗਵਾਂਢੀਆਂ ਨੇ 6 ਬੈਗ ਮੋਨੋਕ੍ਰੋਟੋਫਾਸ ਦੇ ਪਾਏ ਨੇ ਤੇ ਅਸੀਂ ਉਸ ਤੋਂ ਜ਼ਿਆਦਾ ਹੀ ਪਾਉਣੇ ਨੇ, ਕਿਉਂਕਿ ਇਹ ਜਿਹੜੀ ਹਰਡ ਮੈਂਟੈਲਿਟੀ ਹੈ ਇਹ ਦੇਖਣ ਨੂੰ ਮਿਲਦੀ ਹੈ। ਬੈਨ ਪੈਸਟੀਸਾਈਡਸ ਜਿਹੜੇ ਨੇ ਉਹ ਸਟਿਲ ਅਵੇਲੇਬਲ ਹੁੰਦੇ ਨੇ, ਔਰ ਮਤਲਬ ਲੋਕ ਉਹਨੂੰ ਯੂਜ਼ ਕਰਦੇ ਨੇ ਵਿਦਆਊਟ ਨੋਇੰਗ। ਜਦੋਂ ਆਪਾਂ ਗੱਲ ਕਰ ਰਹੇ ਸੀ, ਇਹਨਾਂ ਨੇ ਦੱਸਿਆ DDT ਆਪਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਸਰਕਾਰ ਵੱਲੋਂ ਛਿੜਕੀ ਜਾਂਦੀ ਸੀ ਮੱਛਰਾਂ ਨੂੰ ਕੰਟਰੋਲ ਕਰਨੀ, ਕਿਉਂਕਿ ਮਲੇਰੀਆ ਬਹੁਤ ਹੁੰਦਾ ਸੀ, ਪਰ ਉਹ ਹੁਣ ਇਸ ਵੇਲੇ ਬੈਂਡ ਹੈਗਾ ਨਾ, ਬਟ ਇਟ ਇਜ਼, ਇਹਨਾਂ ਨੇ ਪ੍ਰਭ ਨੇ ਦੱਸਿਆ ਕਿ ਇਟ ਇਜ਼ ਸਟਿਲ ਅਵੇਲੇਬਲ ਹੈ ਨਾ। ਕੁਝ ਇਦਾਂ ਦੇ ਕੈਮੀਕਲਸ ਵੀ ਨੇ, ਪੈਸਟੀਸਾਈਡਸ ਨੇ, ਜੇ ਇੱਕ ਸਰਟਨ ਨਹੀਂ ਰੱਖਦਾ ਜਿਹੜੇ ਪੈਸਟੀਸਾਈਡਸ ਰੱਖਦੇ ਨੇ ਤੇ ਉਹ ਕਿਸੇ ਹੋਰ ਤੋਂ ਲੈ ਲੈਣਗੇ। ਸੋ ਬੇਸਿਕਲੀ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਨੂੰ ਮਿਲ ਹੀ ਜਾਣਾ ਆ। ਸੋ ਇਸ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਫਸਲਾਂ ਦਾ ਵੀ ਨੁਕਸਾਨ ਕਰ ਰਹੇ ਹੋ, ਉਹਦੇ ਉੱਪਰ ਜਿਹੜੇ ਜੀਵ ਜੰਤੂ ਆਉਂਦੇ ਨੇ। ਪੀਕੌਕ ਦੀ ਪੋਪੂਲੇਸ਼ਨ ਪੰਜਾਬ ਦੇ ਵਿੱਚ ਸੀਗੀ, ਹੁਣ ਹਾਰਡਲੀ ਦੇਖਣ ਨੂੰ ਮਿਲਦੀ ਹੈ। ਬਰਡਸ ਦੀ ਪੋਪੂਲੇਸ਼ਨ ਪੰਜਾਬ ਦੇ ਵਿੱਚ ਹੁਣ ਹਾਰਡਲੀ ਦੇਖਣ ਨੂੰ ਮਿਲਦੀ ਹੈ, ਕਿਉਂਕਿ ਅਸੀਂ ਮਾਰ ਚੁੱਕੇ ਹਾਂ, ਅਸੀਂ ਪੂਰਾ ਈਕੋਸਿਸਟਮ ਪੰਜਾਬ ਦਾ ਕੋਲੈਪਸ ਕਰ ਚੁੱਕੇ ਹਾਂ। ਸੋ ਇਹਦੇ ਵਿੱਚ ਹੁਣ ਅਸੀਂ ਬਲੇਮ ਨਹੀਂ ਦੇ ਸਕਦੇ। ਔਰ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੂੰਗੀ ਕਿ ਅਗਰ ਅਸੀਂ ਕਹਿੰਦੇ ਆ ਕਿ ਇੰਡਸਟਰੀਅਲ ਹੈ, ਠੀਕ ਹੈ, ਇੰਡਸਟਰੀ ਨੂੰ ਵੀ ਆਪਣਾ ਡਿਊ ਡਿਲੀਜੈਂਸ ਕਰਨਾ ਚਾਹੀਦਾ, ਬਟ ਕੰਜ਼ਿਊਮਰ ਤਾਂ ਅਸੀਂ ਆ ਨਾ। ਹਾਂਜੀ, ਸਾਨੂੰ ਕੱਪੜੇ ਪਾਣੇ ਆ। ਬਿਲਕੁਲ ਬਿਲਕੁਲ। ਜਦੋਂ ਤੱਕ ਅਸੀਂ ਨਹੀਂ ਸੋਚਦੇ ਕਿ ਸਾਨੂੰ ਇਹਦੀ ਲੋੜ ਹੈਗੀ ਹੈ, ਤਾਂ ਹੀ ਹੁਣ ਜਿਵੇਂ ਫਾਰਮਰਸ ਪ੍ਰੋਟੈਸਟ ਵੀ ਇਸੇ ਕਰਕੇ ਚੱਲ ਰਿਹਾ ਨਾ ਕਿ ਉਹਨਾਂ ਨੂੰ ਬਿੱਲ ਨਹੀਂ ਚਾਹੀਦੇ ਤੇ ਤੁਸੀਂ ਤੇ ਸਰਕਾਰ ਦੇ ਕੰਨਾਂ ਤੱਕ ਖੜਕਾ ਰਹੇ ਹੋ। ਇਹ ਵੀ ਚੀਜ਼ਾਂ ਸਾਨੂੰ ਮੁੱਦੇ ਚੁੱਕਣੇ ਪੈਣਗੇ, ਸਰਕਾਰ ਤਾਂ ਹੀ ਸੁਣੇਗੀ। ਜੀ ਸੋ ਸਾਇਲੈਂਟ ਕਿਲਰ ਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ, ਔਰ ਉਹਦੇ ਨਾਲ ਟੀਮ ਹੋਰ ਐਕਸਪੈਂਡ ਹੁੰਦੀ ਗਈ, ਆਈਡੀਆਜ਼ ਹੋਰ ਐਕਸਪੈਂਡ ਹੁੰਦੇ ਗਏ, ਔਰ ਉਸ ਤੋਂ ਬਾਅਦ ਫਿਰ ਨੈਕਸਟ ਈਅਰ ਪੰਜਾਬ ਜਾਣ ਦਾ ਕਿ ਕੀ ਹੋਰ ਕਰ ਸਕਦੇ ਹਾਂ ਅਸੀਂ, ਕਿੱਦਾਂ ਦਾ ਡੇਟਾ ਹੈ। ਫਿਰ ਉਹ ਵਾਟਰ ਸੈਂਪਲਿੰਗ ਫਿਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਟੈਸਟ ਹੋਈ, ਉਹਦਾ ਡੇਟਾ ਵੀ ਗੈਦਰ ਕੀਤਾ ਗਿਆ। ਸੋ ਦਿੱਲੀ ਯੂਨੀਵਰਸਿਟੀ ਵੱਲੋਂ ਹਿਊਜ ਹੈਲਪ ਮਿਲੀ, ਔਰ ਫਿਰ ਉਸ ਤੋਂ ਬਾਅਦ ਇੱਥੋਂ ਦੀ ਯੂਨੀਵਰਸਿਟੀ ਦੇ ਨਾਲ ਸੀਗੀ। ਸੋ ਟੀਮ ਐਕਸਪੈਂਡ ਹੁੰਦੀ ਗਈ ਤੇ ਸਾਇਲੈਂਟ ਕਿਲਰ ਜਿਹੜਾ ਸੀਗਾ RNA2 ਪਲੱਸ ਉਹਦੇ 200 ਮੀਟਰ ਏਰੀਆ ਦੇ ਵਿੱਚ ਜਿੰਨੇ ਵੀ ਵਿਲੇजेस ਸੀਗੇ ਕਿ ਕਿਸ ਤਰੀਕੇ ਦੇ ਨਾਲ ਮੈਂਟਲ ਡਿਸੇਬਿਲਿਟੀ, ਫਿਜ਼ੀਕਲ ਡਿਸੇਬਿਲਿਟੀ, ਇੱਕ ਪਿੰਡ ਦੇ ਵਿੱਚ 5 ਹੋਣ 6 ਪੇਸ਼ੈਂਟ ਹੋਣ ਤੇ ਅੰਡਰਸਟੈਂਡੇਬਲ ਹੈ, ਜੇ 10 ਹੋਣ 15 ਹੋਣ ਨਾ ਫਿਰ ਜ਼ਰੂਰ ਹੈ ਕਿ ਇੱਥੇ ਕੀ ਚੀਜ਼ ਚੱਲ ਰਹੀ ਹੈ। ਉੱਥੇ ਪਤਾ ਲੱਗਿਆ ਕਿ ਇੱਕ ਸ਼ੂਗਰ ਮਿਲ ਸੀਗੀ, ਜਿਹੜਾ ਗੰਦਾ ਪਾਣੀ ਹੈ ਜਾਂ ਜੋ ਵੀ ਵੇਸਟ ਵਾਟਰ ਹੈ ਉਹ ਉਹਨਾਂ ਨੇ ਥੱਲੇ ਡਿਗ ਕਰਕੇ ਤੇ ਧਰਤੀ ਦੇ ਵਿੱਚ ਹੀ ਉਹ ਪਾਣੀ ਸੁੱਟਦੇ ਸੀ, ਰਾਦਰ ਦੈਨ ਕਿ ਉਹਨੂੰ ਪ੍ਰੋਪਰਲੀ ਸਾਫ਼ ਕਰਕੇ ਤੇ ਉਹਨੂੰ ਡਿਸਚਾਰਜ ਕੀਤਾ ਜਾਏ। ਸੋ ਉਹਦੇ ਕਰਕੇ ਲੋਕ ਬਿਮਾਰ ਹੋਣੇ ਸ਼ੁਰੂ ਹੋਏ, ਉਸ ਚੀਜ਼ ਤੇ ਅਵੇਅਰਨੈਸ ਥੋੜੀ ਬਹੁਤ ਕ੍ਰੀਏਟ ਹੋਣੀ ਸ਼ੁਰੂ ਹੋਈ। ਫਿਰ ਇੰਟਰਸਟਿੰਗਲੀ ਮੇਰਾ ਫਿਰ ਮੌਕਾ ਮਿਲਿਆ, ਮੈਨੂੰ ਐਕਚੁਅਲੀ ਕਾਲ ਆਈ ਕਿ ਤੁਸੀਂ ਸਾਡੇ ਵਿਲੇਜ ਵੀ ਆ ਕੇ ਦੇਖੋ ਕਿ ਕੀ ਬਣ ਰਿਹਾ। ਸੋ ਮੋਗੇ ਡਿਸਟ੍ਰਿਕਟ ਦੇ ਵਿੱਚ ਮਾੜੀ ਮੁਸਤਫਾ ਮੈਂ ਪਿੰਡ ਗਈ, ਔਰ ਉੱਥੇ ਦੇਖਿਆ ਕਿ ਗਵਰਨਮੈਂਟ ਹਸਪੀਟਲ ਹੈ, हॉस्पिटल ਦਾ ਲੈਂਡ ਵੀ ਬਹੁਤ ਵੱਡਾ ਹੈ, 7 ਏਕੜ ਜਾਂ 8 ਏਕੜ ਦੇ ਆਸ-ਪਾਸ ਉਹ ਲੈਂਡ ਹੋਣਾ ਆ, ਔਰ ਉਹ ਹਸਪੀਟਲ ਜਿਸ ਨਾਮ ਦਾ ਹਸਪੀਟਲ ਹੈ, ਔਰ ਐਮਟੀ ਬਿਲਡਿੰਗ ਹੈ। ਉੱਥੇ ਮਤਲਬ ਉੱਥੇ ਕੋਈ ਆਂਦਾ ਨਹੀਂ ਹੈ, ਪਰ ਉੱਥੇ ਸਰਕਾਰੀ ਪੇਮੈਂਟ ਜ਼ਰੂਰ ਡਾਕਟਰਾਂ ਨੂੰ ਮਿਲ ਜਾਂਦੀ ਹੈ, ਜਿਵੇਂ ਕਿ ਕਾਗਜ਼ਾਂ ਦੇ ਵਿੱਚ ਪੂਰਾ ਚੱਲ ਰਿਹਾ ਹੈ। ਹਾਂਜੀ, ਔਰ ਉਸ ਤੋਂ ਬਾਅਦ ਉਹਨਾਂ ਨੇ ਯੂਨਾਈਟਿਡ ਨੇਸ਼ਨ ਵੀ ਲਿਖਿਆ, WHO ਵੀ ਉਹਨਾਂ ਨੇ ਪਿੰਡ ਵਾਲਿਆਂ ਨੇ ਲਿਖਿਆ ਕਿ ਸਾਨੂੰ ਇੱਥੇ ਇੱਕ ਹਸਪੀਟਲ ਦੀ ਲੋੜ ਹੈ। ਉੱਥੇ ਐਵਰੀ ਅਦਰ ਘਰ ਜਾਂ ਤਾਂ ਕੈਂਸਰ ਪੇਸ਼ੈਂਟ ਹੋਣਾ ਆ ਜਾਂ ਫਿਰ ਤੁਹਾਨੂੰ ਹੈਪੇਟਾਈਟਿਸ C ਦਾ ਪੇਸ਼ੈਂਟ ਮਿਲਣਾ ਆ। ਸੋ ਐਵਰੀ ਘਰ ਛੱਡ ਕੇ, ਉਹ ਜਦ ਦੱਸਦੇ ਸੀ ਨਾ ਭੈਣ ਜੀ ਆਹ ਘਰ ਦੇ ਵਿੱਚ ਕੈਂਸਰ ਪੇਸ਼ੈਂਟ ਹੈ, ਆਹ ਘਰ ਦੇ ਵਿੱਚ ਹੈਪੇਟਾਈਟਿਸ ਹੈ, ਆਹ ਘਰ ਦੇ ਵਿੱਚ, ਬਹੁਤ ਹੀ ਜ਼ਿਆਦਾ ਇੱਕ ਤਾਂ ਓਵਰਵੈਲਮਿੰਗ ਇਨਫੋਰਮੇਸ਼ਨ ਕਿ ਕਿੱਦਾਂ ਤੁਸੀਂ ਕੀ ਕਰੋਗੇ ਆਪਣੀ ਤਰਫ ਤੋਂ ਜਾਂ ਕੀ ਕਰ ਸਕਦੇ ਆ। ਇਨਫੋਰਮੇਸ਼ਨ ਲੈਣਾ ਵੀ ਇੱਕ ਬਹੁਤ ਹੈ, ਔਰ ਆਈ ਨੋ ਇੰਨੀ ਇਨਫੋਰਮੇਸ਼ਨ ਲੈ ਕੇ ਉਹਨੂੰ ਅਬਜ਼ਰਵ ਕਰਨਾ ਵੀ ਬਹੁਤ, ਹਾਂਜੀ ਬਹੁਤ ਚੈਲੰਜਿੰਗ ਸੀਗਾ, ਬਟ ਸਟਿਲ ਉਹ ਸਾਰੀ ਇਨਫੋਰਮੇਸ਼ਨ ਲੈ ਕੇ ਰਿਕਾਰਡ ਕਰਕੇ ਸਾਇਲੈਂਟ ਕਿਲਰ ਬਣੀ। ਉਸ ਤੋਂ ਬਾਅਦ ਫਿਰ ਇਵੈਂਚੁਅਲੀ ਲੋਕ ਹੋਰ ਨਾਲ ਜੁੜਦੇ ਗਏ।
ਬਿਗ ਲੈਵਲ ਤੇ ਫਿਰ ਰਿਸਰਚ ਹੋਣੀ ਸ਼ੁਰੂ ਹੋ ਗਈ। ਹੁਣ ਤਾਂ ਆਬਵੀਅਸਲੀ ਯੂਨੀਵਰਸਿਟੀ ਆਫ ਟੋਰਾਂਟੋ ਦੀ ਡਾਕਟਰ ਰਮਿਲਾ ਵਰਮਾ ਐਂਡ ਟੀਮ ਵਾਟਰ ਸਪੀਕਸ ਦੀ ਜੇ ਮੈਂ ਗੱਲ ਕਰਾਂ ਤੇ ਹੁਣ ਆਫੀਸ਼ੀਅਲੀ ਇਸ ਚੀਜ਼ ਤੇ ਇਸ ਸਪੈਸੀਫਿਕ ਪੰਜਾਬ ਦੇ ਪ੍ਰੋਜੈਕਟ ਤੇ ਅਸੀਂ ਕੰਮ ਕਰ ਰਹੇ ਤੇ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਤੇ ਇਹਦੇ ਨਾਲ ਹੀ ਤੁਸੀਂ ਰੇਨ ਹਾਰਵੈਸਟਿੰਗ ਦਾ ਕੰਮ ਸ਼ੁਰੂ ਕੀਤਾ। ਤ੍ਰਿਵੇਣੀ ਦੀ ਗੱਲ, ਤ੍ਰਿਵੇਣੀ ਜਦੋਂ ਇਹਨਾਂ ਨਾਲ ਗੱਲ ਕਰ ਰਹੀ ਸੀ ਮੈਂ ਇਹਨਾਂ ਨੂੰ ਪੁੱਛਿਆ ਤ੍ਰਿਵੇਣੀ ਕੀ ਹੁੰਦੀ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਿੰਮ, ਬੋੜ ਤੇ ਪਿੱਪਲ ਇਹ ਬੜੇ ਪਵਿੱਤਰ ਮੰਨੇ ਜਾਂਦੇ ਨੇ ਕਿਉਂਕਿ ਇਹ ਰਾਤ ਨੂੰ ਵੀ ਕਾਰਬਨ ਡਾਈਆਕਸਾਈਡ ਨਹੀਂ ਛੱਡਦੇ, ਆਕਸੀਜਨ ਛੱਡਦੇ ਨੇ। ਇਟਸ ਸੇਫ ਟੂ ਸਲੀਪ ਅੰਡਰ them, ਹੈ ਨਾ। ਸੋ ਇਹਨਾਂ ਨੇ ਉੱਥੇ ਜਾ ਕੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਵਿੱਚ ਕਿ ਇਹਨਾਂ ਨੇ ਇਹਦੀ ਪਲਾਂਟੇਸ਼ਨ ਦੀ ਗਾਈਡ ਕੀਤਾ। ਸੋ ਉਹਦੇ ਬਾਰੇ ਦੱਸੋ ਸਾਨੂੰ। ਸੋ ਉਸ ਤੋਂ ਬਾਅਦ ਪੰਜਾਬ ਦਾ ਜਿੱਦਾਂ ਹੀ ਫੋਰੈਸਟ ਕਵਰ ਘੱਟ ਹੋ ਰਿਹਾ ਹੈ ਜਾਂ ਹੋਰ ਜਿਹੜੇ ਵੀ ਲੋਕਲ ਇਸ਼ੂਜ਼ ਸੀਗੇ, ਸੋ ਬੈਸਟ ਜਿਹੜੇ ਉੱਥੋਂ ਦੇ ਲੋਕਲ ਜਿਹੜੇ ਹੁਣ ਨਾਲ ਵੀ ਜੁੜੇ ਨੇ ਅਰੁਣ ਗਰਗ, ਉਹਨਾਂ ਨੇ ਕਿਹਾ ਕਿ ਲੈਟਸ ਪਲਾਂਟ ਤ੍ਰਿਵੇਣੀਆਂ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤ੍ਰਿਵੇਣੀਆਂ ਸੀਗੀਆਂ। ਹੁਣ ਕਿਉਂਕਿ ਅਰਬਨਾਈਜੇਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਘਰਾਂ ਦੀ ਉੱਥੇ ਵੀ ਲੋੜ ਪੈ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਉਹਨੂੰ ਠੀਕ ਕਰ ਸਕਦੇ ਹਾਂ। ਸੋ ਅਸੀਂ ਏਰੀਆ ਉਹ ਚੂਜ਼ ਕੀਤਾ ਜਿੱਥੇ ਸਾਨੂੰ ਪਤਾ ਸੀਗਾ ਕਿ ਜੇ ਅਰਬਨ ਐਕਸਪੈਂਸ਼ਨ ਵੀ ਹੁੰਦਾ ਹੈ ਤੇ ਉਹ ਪਲਾਂਟਸ ਜਿਹੜੇ ਨੇ ਜਾਂ ਉਹ ਟਰੀਜ਼ ਜਿਹੜੇ ਨੇ ਨਹੀਂ ਕੱਟੇ ਜਾਣਗੇ। ਅਸੀਂ ਗੁਰਦੁਆਰੇ ਚੂਜ਼ ਕੀਤੇ, ਮੰਦਿਰ ਚੂਜ਼ ਕੀਤੇ, ਡੇਰੇ ਚੂਜ਼ ਕੀਤੇ ਔਰ ਸਕੂਲ ਦੀ ਜਿਹੜੀ ਪ੍ਰਾਪਰਟੀ ਉਹ ਚੂਜ਼ ਕੀਤੀ ਕਿਉਂਕਿ ਉੱਥੇ ਪਰਮਨੈਂਟਲੀ ਅਗਰ ਟਰੀ ਲੱਗ ਗਿਆ ਤੇ ਉਹ ਜਿਹੜੇ ਹੈ ਉਹ ਨਹੀਂ ਉੱਥੇ ਕੋਈ ਹਟਾਏਗਾ ਇਨ ਦ ਨੇਮ ਆਫ ਅਰਬਨਾਈਜੇਸ਼ਨ ਕਿ ਸਾਨੂੰ ਹੁਣ ਰੋਡ ਐਕਸਪੈਂਡ ਕਰਨੀ ਹੈ, ਸਾਨੂੰ 50-60 ਇਅਰਸ ਪੁਰਾਣੇ ਟਰੀ ਜਾਂ 100 ਇਅਰਸ ਪੁਰਾਣੇ ਟਰੀ, ਕਿਉਂਕਿ ਟਰੀਜ਼ ਜਿਹੜੇ ਨੇ ਕਾਰਬਨ ਲੈਂਦੇ ਨੇ ਔਰ ਜਿਹੜਾ ਤੁਹਾਡਾ ਨੈਚੁਰਲ ਸਾਈਕਲ ਹੈ ਆਫ ਰੇਨ ਦਾ ਉਹ ਮੇਨਟੇਨ ਕਰਕੇ ਵੀ ਰੱਖਦੇ ਨੇ। ਪਕਸ਼ੀਆਂ ਦਾ ਘਰ ਵੀ ਹੁੰਦੇ ਨੇ। ਸੋ ਔਰ ਦੂਸਰੀ ਚੀਜ਼ ਇਹ ਕਿ ਜਿਹੜੇ ਨਿੰਮ ਹੈ ਇੱਕ ਬਹੁਤ ਹੀ ਐਂਟੀਬੈਕਟੀਰੀਅਲ ਉਹਦੀ ਪ੍ਰੋਪਰਟੀਜ਼ ਨੇ, ਹਵਾ ਨੂੰ ਸਾਫ਼ ਕਰਦੇ ਨੇ, ਪਲੱਸ ਉਹਦੇ ਜਿਹੜੇ ਬੀਜ ਹੈ ਉਹ ਵੀ ਇੱਕ ਬਹੁਤ ਹੀ ਵਧੀਆ ਮੈਨੂੰ ਲੱਗਦਾ ਕਿ ਫਰਟੀਲਾਈਜ਼ਰ ਦਾ ਕੰਮ ਵੀ ਕਰਦੇ ਨੇ। ਕਈ ਮੈਡੀਸਿਨਸ ਦੇ ਵਿੱਚ ਵੀ ਯੂਜ਼ ਹੁੰਦੇ ਨੇ, ਬਲੱਡ ਪਿਉਰੀਫਾਈਂਗ ਲਈ ਨੂੰ ਬਹੁਤ ਯੂਜ਼ ਕਰਦੇ ਨੇ, ਹੈ ਨਾ। ਸੋ ਇੱਕ ਆ ਪਰਪਸ ਸੀਗਾ ਕਿ ਤ੍ਰਿਵੇਣੀਆਂ ਪਲਾਂਟ ਕਰਨੀ ਹੈ, 300 ਕਰ ਚੁੱਕੇ। ਫਿਰ ਉਹਦੀ ਰਿਸਪੌਂਸਿਬਿਲਿਟੀ ਇਹ ਨਹੀਂ ਸੀਗੀ ਕਿ ਅਰੁਣ ਜੀ ਜਾ ਕੇ ਉੱਥੇ ਜਾ ਕੇ ਦੇਖਣ, ਉਹ ਫਿਰ ਪਿੰਡ ਵਾਲਿਆਂ ਤੇ ਹੀ ਲਾਤੀ ਕਿ ਤੁਸੀਂ ਇਹਨੂੰ ਵੱਡਾ ਕਰਨਾ ਹੈ, ਤੁਸੀਂ ਇਹਨਾਂ ਨੂੰ ਨਾਮ ਦੇਣਾ ਹੈ, ਨਾਮ ਦੇ ਦਿਓ ਔਰ ਇੱਕ ਸਟੋਰੀ ਲਿਖਣੀ ਹੈ, ਮਾਈ ਟਰੀ ਸਟੋਰੀ। ਸੋ ਇਹ ਬੱਚਿਆਂ ਦੇ ਨਾਲ ਪ੍ਰੋਜੈਕਟ ਸਟਾਰਟ ਕੀਤਾ ਔਰ ਹੁਣ ਵੀ ਜਿਹੜੇ ਨੇ ਨਾ ਛੋਟੀ ਛੋਟੀ ਸਟੋਰੀਜ਼ ਲਿਖ ਕੇ ਸਕਰੀਨਸ਼ਾਟ ਕਰਕੇ ਜ਼ਰੂਰ ਭੇਜਦੇ ਨੇ ਕਿ ਅੱਜ ਮੇਰਾ ਟਰੀ ਇੰਨਾ ਵੱਡਾ ਹੋ ਗਿਆ, ਅੱਜ ਇੰਨਾ ਵੱਡਾ ਹੋ ਗਿਆ। ਸੋ ਇਹ ਚੀਜ਼ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਐਟਲੀਸਟ ਚਲੋ ਬੱਚੇ ਦਾ ਕੋਈ ਇਨੀਸ਼ੀਏਟਿਵ ਲੈ ਕੇ ਕੰਮ ਕਰ ਰਹੇ ਨੇ। ਸੋ ਤੇ ਜਿਹੜਾ ਜਿਵੇਂ ਤੁਸੀਂ ਰਾਜਸਥਾਨ ਦੇ ਵਿੱਚੋਂ ਗੇਨ ਕੀਤੀ ਨੌਲੇਜ ਫॉर ਵਾਟਰ ਹਾਰਵੈਸਟਿੰਗ, ਰੇਨ ਵਾਟਰ ਹਾਰਵੈਸਟਿੰਗ, ਤੇ ਇਹ ਵੀ ਤੁਸੀਂ ਇੱਥੇ ਥੋੜੀ ਇੰਪਲੀਮੈਂਟ ਕੀਤੀ ਹੈ ਨਾ। ਜੀ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਇੱਕ ਸਕੂਲ ਦੇ ਵਿੱਚ ਕੀਤਾ ਗਿਆ ਛਾਜਲੀ ਦੇ ਵਿੱਚ ਔਰ ਉਹ ਪਾਣੀ ਜਿੰਨਾ ਵੀ ਰੇਨ ਵਾਟਰ ਦਾ ਕਲੈਕਟ ਹੁੰਦਾ ਹੈ ਉਹ ਸਿੱਧਾ ਥੱਲੇ ਅੰਡਰਗਰਾਉਂਡ ਚਲਾ ਜਾਂਦਾ ਹੈ, ਰਿਚਾਰਜ ਹੁੰਦਾ ਆ, ਗਰਾਊਂਡ ਵਾਟਰ ਰਿਚਾਰਜ ਹੁੰਦਾ ਆ ਔਰ ਉਹਦੇ ਨਾਲ ਜਿਹੜਾ ਪਾਣੀ ਬਚਦਾ ਆ ਉਹ ਪਲਾਂਟੇਸ਼ਨ ਦੇ ਵਿੱਚ ਯੂਜ਼ ਹੋ ਜਾਂਦਾ ਹੈ। ਸੈਕੰਡਲੀ ਫਿਰ ਕਮਿਊਨਿਟੀ ਗਾਰਡਨਿੰਗ ਉੱਥੇ ਬਹੁਤ ਹੀ ਬਿਗ ਵਧੀਆ ਕਨਸੈਪਟ ਸੀਗਾ ਜਿਹੜਾ ਇਨੀਸ਼ੀਏਟ ਕੀਤਾ ਗਿਆ, ਜਿਹਦੇ ਨਾਲ ਇਹ ਸੀਗਾ ਜੋ ਵੀ ਪ੍ਰੋਡਿਊਸ ਹੁੰਦਾ ਹੈ ਉਹ ਮਿਡ ਡੇ ਮੀਲ ਦੇ ਵਿੱਚ ਯੂਜ਼ ਹੋ ਜਾਂਦਾ ਹੈ ਜਾਂ ਫਿਰ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ ਔਰ ਜੋ ਮਿਡ ਡੇ ਮੀਲ ਦਾ ਵੇਸਟ ਬਚਦਾ ਆ ਉਹ ਫੇਰ ਫਰਟੀਲਾਈਜ਼ਰ ਕਨਵਰਟ ਕਰਕੇ ਫੇਰ ਮਤਲਬ ਬਹੁਤ ਹੀ ਇੱਕ ਰੀਸਾਈਕਲ ਕਰਨ ਦਾ ਇੱਕ ਪ੍ਰੋਸੈਸ, ਇੱਕ ਸਾਈਕਲ ਉੱਥੇ ਚੱਲਦਾ ਰਹਿੰਦਾ ਹੈ ਕੰਟੀਨਿਊਸਲੀ। ਹੁਣ ਦੇਖੋ ਜਿਹੜੇ ਬੱਚਿਆਂ ਨੇ ਇਸ ਏਜ ਦੇ ਵਿੱਚ ਸਿੱਖ ਲਿਆ ਜਾਂ ਦੇਖ ਲਿਆ ਉਹ ਇੰਪਲੀਮੈਂਟ ਕਰਨਗੇ। ਜੇ 100 ਨੇ ਦੇਖਿਆ ਘੱਟੋ ਘੱਟ 70 ਤੇ ਕਰਨਗੇ ਨਾ, ਜੇ 30 ਨਹੀਂ ਵੀ ਕਰਨਗੇ। ਸੋ ਇਹ ਲੋੜ ਹੈਗੀ ਹੈ ਹਰ ਸਕੂਲ, ਹਰ ਘਰ, ਹਰ ਗੁਰਦੁਆਰੇ, ਹਰ ਮੰਦਿਰ, ਹਰ ਸਭਾ ਵਾਲੀ ਥਾਂ ਤੇ ਸਾਨੂੰ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖ ਕੇ ਜਿੱਥੇ ਵੀ ਅਸੀਂ ਬੈਠੇ ਹਾਂ ਆਪਾਂ ਨੂੰ এনवायरमेंट ਬਾਰੇ ਸੋਚਣਾ ਹਰ ਇੱਕ ਦਾ ਧਰਮ ਹੈਗਾ, ਫਰਜ਼ ਹੈਗਾ। ਇਹਦੇ ਬਾਰੇ ਹੁਣ ਇਹ ਨਹੀਂ ਸੋਚਣ ਦੀ ਲੋੜ ਕਿ ਸ਼ਾਇਦ ਲੋੜ ਹੈ ਕਿ ਨਹੀਂ, ਇਹ ਸੋਚ ਕੇ ਚੱਲੋ ਕਿ ਜੇ ਅਸੀਂ ਆਪਣੀਆਂ ਆਉਂਦੀਆਂ ਪੁਸ਼ਤਾਂ ਨੂੰ ਕੋਈ ਪਾਣੀ ਜਾਂ ਹਵਾ ਸਾਫ ਸੁਥਰੀ ਦੇ ਕੇ ਜਾਣੀ ਹੈ। ਦੇਖੋ ਗਲੇਸ਼ੀਅਰ ਕਿਵੇਂ ਮੈਲਟ ਹੋ ਰਹੇ ਨੇ, ਇਹਨਾਂ ਦਾ ਕੋਈ ਰੀਜ਼ਨ ਹੈ। ਜਿਹੜੇ ਨੈਚੁਰਲ ਡਿਜ਼ਾਸਟਰਸ ਨੇ ਇਹ ਬੜਾ ਵੱਡਾ ਸਾਡਾ ਹੱਥ ਹੈ ਇਹਨਾਂ ਨੂੰ ਪ੍ਰੀਜ਼ਰਵ ਕਰਨ ਦੇ ਵਿੱਚ। ਇੱਥੇ ਫਿਰ ਇੱਕ ਟਾਈਮ ਹੋ ਗਿਆ ਛੋਟੀ ਜਿਹੀ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਅਸੀਂ ਗੱਲ ਕਰਾਂਗੇ ਪ੍ਰਭ ਹੋਰਾਂ ਦੇ ਨਾਲ ਇਹਨਾਂ ਦੇ ਜਿਹੜੇ ਹੁਣ ਐਟ ਪ੍ਰੈਜ਼ੈਂਟ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਬਾਰੇ। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰਸ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ,
ਇੰਜਨ ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ ਵੇਨ ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਤੇ ਆਓ ਹੁਣ ਆਪਾਂ ਅੱਗੇ ਗੱਲ ਤੋਰਦੇ ਹਾਂ, ਪ੍ਰਭ ਹੋਰਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੇ ਹੁਣ ਰੀਸੈਂਟਲੀ UN ਨੇਸ਼ਨ ਤੇ ਵਿਮਨ ਗਾਲਾ ਹੋਇਆ ਸੀਗਾ, ਉਹਦੇ ਵਿੱਚ ਅਬਾਊਟ 150 ਵਿਮਨ ਵਰ ਸਿਲੈਕਟਡ। ਤੇ ਇੰਨਾ ਮਾਣ ਮਹਿਸੂਸ ਹੁੰਦਾ ਹੈ ਦੱਸਦਿਆਂ ਹੋਇਆਂ ਕਿ ਪ੍ਰਭ ਵਾਸ ਵਨ ਆਫ ਦ ਪੈਨਲਿਸਟ। 3 ਪੈਨਲਿਸਟ ਸੀ, ਉਹਨਾਂ ਚੋਂ ਯੰਗੈਸਟ ਵਰ ਯੂ, ਹੈ ਨਾ? ਸੋ ਉਹਦੇ ਬਾਰੇ ਥੋੜਾ ਦੱਸੋ। ਸੋ ਯੂਨਾਈਟਿਡ ਨੇਸ਼ਨ ਵਿਮਨਸ ਗਾਲਾ ਜਿਹੜਾ ਹੈ ਰਾਈਟ ਗਰਲ, ਕਿਉਂਕਿ ਇਹ ਮੂਵਮੈਂਟ ਸੀਗਾ ਇੱਕ ਜੋ 90s ਦੇ ਵਿੱਚ ਫਲਰਿਸ਼ ਹੋਇਆ, ਜਿਹਦੇ ਵਿੱਚ ਕਿ ਵਿਮਨ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਦਰਜਾ ਮਿਲਣਾ ਚਾਹੀਦਾ ਹੈ ਜਾਂ ਉਹਨਾਂ ਦੀ ਹੋਰ ਕਿਸ ਤਰੀਕੇ ਦੇ ਨਾਲ ਹੈਲਪ ਹੋ ਸਕਦੀ ਹੈ। ਸੋ ਮੂਵਮੈਂਟ ਉਸੇ ਤਰੀਕੇ ਦੇ ਨਾਲ ਸਟਾਰਟ ਹੋਇਆ। ਮੈਨੂੰ ਥੋੜੇ ਹੀ ਵੀਕਸ ਪਹਿਲਾਂ ਇਨਵਾਈਟ ਆਇਆ ਸੀਗਾ ਕਿ ਯੂਨੀਵਰਸਿਟੀ ਆਫ ਟੋਰਾਂਟੋ ਦਾ ਜਿਹੜਾ ਚੈਪਟਰ of UN Women of that's ਉਹਦੇ ਵਿੱਚ ਤੁਸੀਂ ਬੋਲਣਾ ਚਾਹੋਗੇ। ਔਰ ਸੋ ਆਈ ਬਿਕੇਮ ਵਨ ਆਫ ਦ ਪੈਨਲਿਸਟ। ਔਰ ਮੇਰੇ ਤੋਂ ਜਿਹੜੇ ਹੋਰ 2 ਪੈਨਲਿਸਟ ਸੀਗੇ ਉਹ ਮੇਰੇ ਤੋਂ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਵੱਡੇ ਸੀਗੇ, ਬਟ ਮੈਨੂੰ ਅੱਛਾ ਇਸ ਲਈ ਲੱਗ ਰਿਹਾ ਸੀਗਾ ਕਿ ਆਈ ਵਾਜ਼ ਦ ਯੰਗੈਸਟ ਔਰ ਦ ਓਨਲੀ ਆਫ ਇੰਡੀਅਨ ਜਾਂ ਇੰਡੋ ਕੈਨੇਡੀਅਨ ਓਰੀਜਨ। ਅੱਛਾ ਲੱਗ ਰਿਹਾ ਸੀਗਾ। ਔਰ ਉਸ ਪਲੇਟਫਾਰਮ ਤੇ ਕੁਐਸਚਨਸ ਪੁੱਛੇ ਗਏ, ਜਿਹੜੇ ਯੰਗਸਟਰ ਸੀਗੇ ਜਾਂ ਜਿਹੜੇ ਵੀ ਕਲੋਜ਼ ਟੂ 150 ਪਾਰਟਿਸਿਪੈਂਟਸ ਸੀਗੇ ਜ਼ੂਮ ਦੇ ਵਿੱਚ ਇਹ ਜਿਹੜੀ ਗਾਲਾ ਹੋਇਆ। ਸੋ ਉਹਨਾਂ ਨੂੰ ਦੱਸਿਆ ਆਪਣੀ ਲਾਈਫ ਸਟੋਰੀ ਬਾਰੇ ਔਰ ਕੀ ਲਾਈਫ ਦੇ ਵਿੱਚ ਚੈਲੰਜਸ ਆਉਂਦੇ ਨੇ, ਅਸੀਂ ਉਸ ਚੈਲੰਜਸ ਨੂੰ ਕਿਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹਾਂ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਟਾਸਕ। ਔਰ ਓਪਰਚੁਨਿਟੀਜ਼ ਤੁਹਾਨੂੰ ਜੇ ਆਉਂਦੀਆਂ ਨੇ ਜਾਂ ਇੱਕ ਡੋਰ ਕਲੋਜ਼ ਹੋ ਜਾਂਦਾ, ਕਿਉਂਕਿ ਮੈਂਟਲ ਹੈਲਥ ਸਾਡੇ ਕਮਿਊਨਿਟੀ ਦੇ ਵਿੱਚ ਨਾ ਥੋੜੀ ਜਿਹੀ ਘੱਟ ਹੀ ਗੱਲ ਹੁੰਦੀ ਹੈ। ਹਾਂਜੀ। ਔਰ ਅਗਰ ਕੋਈ ਡਿਪਰੈਸ਼ਨ ਦੇ ਨਾਲ ਥਰੂ ਹੋ ਰਿਹਾ ਹੈ ਜਾਂ ਕੋਈ ਐਂਗਜ਼ਾਇਟੀ ਦੇ ਨਾਲ ਥਰੂ ਹੋ ਰਿਹਾ ਤਾਂ ਉਹਦਾ ਮਜ਼ਾਕ ਬਣਾਇਆ ਜਾਂਦਾ ਹੈ ਕਿ ਇਹ ਪਾਗਲ ਹੈ, ਇਹਨੂੰ ਸਮਝ ਨਹੀਂ ਆ ਰਹੀ ਹੈ। ਸੋ ਇਸ ਚੀਜ਼ ਦੇ ਨਾਲ ਜਿਹੜੀ ਨੈਕਸਟ ਜਨਰੇਸ਼ਨ ਹੈ ਜਾਂ ਜਿਹੜੇ ਯੰਗਸਟਰ ਸੁਣ ਰਹੇ ਸੀਗੇ, ਸੋ ਕਿੱਦਾਂ ਆਪਣੇ ਆਪ ਨੂੰ ਠੀਕ ਕਰ ਸਕਦੇ ਆ। ਫਿਰ ਇੱਕ ਕੁਐਸਚਨ ਮੇਰੇ ਤੋਂ ਪੁੱਛਿਆ ਗਿਆ ਕਿ ਬਿਗੇਸਟ ਚੈਲੰਜ ਕੀ ਸੀਗਾ ਜੋ ਹੁਣ ਤੱਕ ਮੈਂ ਫੇਸ ਕੀਤਾ ਹੈ। ਆਈ ਟੋਲਡ them ਕਿ ਸੈਕਸਿਜ਼ਮ ਐਂਡ ਪੈਟਰੀਆਰਕਲ ਸੋਸਾਇਟੀ ਜੋ ਸਾਡੀ ਇੰਡੀਅਨ ਬਣੀ ਹੋਈ ਹੈ, ਐਬਸੋਲੂਟਲੀ ਹਾਂਜੀ, ਇਹ ਮੇਰਾ ਬਿਗੇਸਟ ਚੈਲੰਜ ਸੀਗਾ। ਇੱਕ ਦਾਇਰਾ ਬਣਾ ਦਿੱਤਾ ਗਿਆ ਫੀਮੇਲਸ ਵਾਸਤੇ ਕਿ ਯੂ ਹੈਵ ਟੂ ਡੂ ਦਿਸ, ਯੂ ਹੈਵ ਟੂ ਡੂ ਦੈਟ, ਔਰ ਉਹ ਸਰਕਲ ਕੰਟੀਨਿਊਸਲੀ ਚੱਲਦਾ ਰਹਿੰਦਾ ਹੈ ਐਂਡ ਇਹਦੇ ਤੋਂ ਬਾਹਰ ਆਉਣਾ ਬੜਾ ਮੁਸ਼ਕਿਲ ਹੈ। ਸਪਾਇਰਲ ਹੈ। ਜੇਕਰ ਤੁਸੀਂ ਉਸ ਸਪਾਇਰਲ ਦੇ ਵਿੱਚ ਫਸ ਜਾਂਦੇ ਹੋ ਤੇ ਉਹ ਤੁਹਾਨੂੰ ਸਕ ਇਨ ਕਰ ਦੇਗਾ, ਪਰ ਜੇ ਤੁਸੀਂ ਉਸ ਤੋਂ ਬਾਹਰ ਨਿਕਲ ਜਾਂਦੇ ਹੋ ਤਾਂ ਡੈਫੀਨੇਟਲੀ ਤੁਸੀਂ ਇੱਕ ਡਿਫਰੈਂਟ ਜ਼ੋਨ ਦੇ ਵਿੱਚ ਬੈਠ ਕੇ ਆਪਣੇ ਕਹਿੰਦੇ ਨਾ ਵਿੰਗਸ, ਉਡਾਨ ਉਹ ਭਰ ਸਕਦੇ ਹੋ। ਬਿਲਕੁਲ, ਇਹ ਬੜਾ ਟਿਪੀਕਲੀ ਜੇ ਮੈਨੂੰ ਵੀ ਬਹੁਤ ਫੇਸ ਕਿਉਂਕਿ ਮੈਂ ਬਹੁਤ ਕਮਿਊਨਿਟੀ ਦੇ ਵਿੱਚ ਵਿਚਰਦੀਆਂ ਹੈਗੀਆਂ ਨਾ, ਬਟ ਆਈ ਡੂ ਟੇਕ ਕੇਅਰ ਆਫ ਮਾਈ ਹੋਮ। ਪਰ ਬਹੁਤੇ ਲੋਕ ਇਹ ਸੋਚਦੇ ਨੇ ਕਿ ਜੇ ਬਾਹਰ ਤੁਰੀ ਫਿਰਦੇ ਤਾਂ ਮਤਲਬ ਇਹਦਾ ਘਰ ਤੇ ਕੰਮ ਨਹੀਂ ਕਰਦੀ ਹੋਣੀ ਹੈ ਨਾ। ਸੋ ਜਾਂ ਜੇ ਉਹ ਸੋਚਦੇ ਨੇ ਕਿ ਜੇ ਮੈਂ ਔਰਤ ਆ ਮੈਨੂੰ ਪਹਿਲਾਂ ਘਰ ਦਾ ਖਿਆਲ ਰੱਖਣਾ ਚਾਹੀਦਾ ਹੈ, ਤੇ ਪਰ ਇਹਦੇ ਚ ਕਈ ਚੀਜ਼ਾਂ ਠੀਕ ਨੇ, ਬਟ ਇਟ ਸ਼ੁੱਡ ਬੀ ਅ ਟੀਮ ਵਰਕ। ਇਹ ਨਹੀਂ ਕਿ ਜੇ ਪ੍ਰਭ ਦੇ ਵਿੱਚ ਕਪੈਸਿਟੀ ਹੈਗੀ ਹੈ, ਕਹਿੰਦੇ ਕਿ ਇੱਕ ਘੋੜਾ ਜੇ ਲੰਬੀ ਰੇਸ ਦਾ ਘੋੜਾ ਹੈ ਉਹਨੂੰ ਤੁਸੀਂ ਟਾਂਗੇ ਲਈ ਨਹੀਂ ਵਾ ਸਕਦੇ, ਉਹਨੂੰ ਲੰਬੀ ਰੇਸ ਲਈ ਜਾਣ ਦਿਓ, ਹਨਾ। ਸੋ ਟੂ ਰੈਕਗਨਾਈਜ਼, ਜੇ ਹੁਣ ਸਾਨੂੰ ਲੱਗਦਾ ਹੈ ਕਿ ਪ੍ਰਭ ਨੂੰ ਅਸੀਂ ਥੋੜੀ ਜੀ ਸਪੋਰਟ ਕਰੀਏ, ਥੋੜੇ ਇਹਦੇ ਖੰਭ ਤੇ ਆਲਰੇਡੀ ਬਾਬਾ ਜੀ ਨੇ ਲਾ ਕੇ ਭੇਜੇ ਨੇ, ਪਰ ਜੇ ਸਾਡੀ ਥੋੜੀ ਜੀ ਪੁਸ਼ ਨਾਲ ਇਹ ਅਚੀਵ ਕਰ ਸਕਦੇ, ਇੱਕ ਨਾਮ ਬਣਾ ਸਕਦੇ, ਸਾਨੂੰ ਸਾਰਿਆਂ ਨੂੰ ਉਹਦੇ ਤੇ ਉਹਦੀ ਹੈਲਪ ਕਰਨੀ ਚਾਹੀਦੀ ਹੈ, ਨਾ ਕਿ ਉਹਦੇ ਪੈਰ ਅਡਾਉਣੇ ਚਾਹੀਦੇ ਨੇ ਜੀ। ਐਂਡ ਐਕਚੁਅਲੀ ਇਸ ਤੇ ਇੱਕ ਫਨੀ ਚੀਜ਼ ਹੋਰ ਮੈਂ ਐਡ ਕਰਨਾ ਚਾਹੂੰਗੀ ਕਿ ਰੀਸੈਂਟਲੀ ਕੁਝ ਬੜੀ ਇੰਟਰਸਟਿੰਗ ਪੋਜੀਸ਼ਨਸ ਲਈ ਮੈਂ ਅਪਲਾਈ ਕੀਤਾ, ਸੋ ਮੈਨੂੰ ਕਿਹਾ ਗਿਆ ਯੂ ਆਰ ਟੂ ਓਵਰ ਕੁਆਲੀਫਾਈਡ ਫॉर दैट। ਸੋ
ਮੈਨੂੰ ਫਨੀ ਇਸ ਲਈ ਲੱਗਦਾ ਹੈ ਕਿ ਓਵਰ ਕੁਆਲੀਫਿਕੇਸ਼ਨ ਹੈ ਤੇ ਤੁਹਾਨੂੰ ਕੀ ਅੰਡਰ ਕੁਆਲੀਫਿਕੇਸ਼ਨ ਚਾਹੀਦੀ ਹੈ। ਹਾਂਜੀ ਬਟ ਮੈਂ ਇੱਕ ਗੱਲ ਜ਼ਰੂਰ, ਮੈਂ ਨਾ ਮੈਨੂੰ ਵੀ ਬੜੀ ਹੈਰਾਨਗੀ ਹੋਈ ਕਿ ਵੀ ਪ੍ਰਭ ਇਜ਼ ਸੋ ਕੁਆਲੀਫਾਈਡ ਐਂਡ ਸ਼ੀ ਨੋਜ਼ ਲਾਈਕ ਸ਼ੀ ਇਜ਼ ਸੋ ਇੰਟੈਲੀਜੈਂਟ ਐਂਡ ਸ਼ੀ ਹੈਜ਼ all that you need and why she doesn't has job। ਪਹਿਲੀ ਗੱਲ ਤੇ ਚਲੋ ਇਹਨਾਂ ਨੇ ਆਪਣਾ ਪੈਸ਼ਨ ਪੰਜਾਬ ਜਾ ਕੇ ਉਹਨੂੰ ਕਰਨਾ ਚਾਹਿਆ ਤੇ ਉਹਦੇ ਚ ਟਾਈਮ ਲੱਗ ਗਿਆ, ਪਰ ਫਿਰ ਮੈਂ ਪ੍ਰਭ ਨੂੰ ਇੱਕ ਗੱਲ ਕਹੀ, ਮੈਂ ਕਿਹਾ ਕਿ ਤੁਹਾਡਾ ਮੁਕਾਮ ਬਾਬਾ ਜੀ ਵੱਲੋਂ ਨਿਸ਼ਚਿਤ ਹੈ, ਨਿਰਧਾਰਿਤ ਹੈ, ਤੁਸੀਂ ਇੱਥੇ ਕਿਤੇ ਛੋਟੀ ਮੋਟੀ ਥਾਂ ਤੇ ਫਿੱਟ ਹੀ ਨਹੀਂ ਹੋ ਸਕਦੇ। ਸੋ ਤੁਹਾਡਾ ਬਣ ਰਿਹਾ ਹੈ ਪਲੇਟਫਾਰਮ ਐਂਡ ਯੂ ਵਿਲ ਲੈਂਡ देयर ਐਂਡ ਜਸਟ ਕਈ ਵਾਰੀ ਹੁੰਦਾ ਆਪਾਂ ਨੂੰ ਟਾਈਮ ਦੀ ਵੇਟ ਕਰਨੀ ਪੈਂਦੀ ਹੈ, ਪਰ ਹੁਣ ਦੇਖੋ ਇੱਕ ਵੀਕ ਦੇ ਵਿੱਚ ਹੀ ਜਦੋਂ ਮੈਂ ਤੁਹਾਡੇ ਨਾਲ ਦੁਬਾਰਾ ਗੱਲ ਕੀਤੀ, ਸ਼ੀ ਗਾਟ ਸੋ ਮੈਨੀ ਓਪਰਚੁਨਿਟੀਜ਼ ਦੈਟ ਲੈਂਡਡ ਇਨ ਹਰ ਪਲੇਟ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਐਂਡ ਯੂ ਆਰ ਮੈਂਟ ਫॉर ਬਿਗ ਥਿੰਗਸ। ਤੁਸੀਂ ਲੰਬੀ ਰੇਸ ਦਾ ਘੋੜਾ, ਤੁਹਾਨੂੰ ਟਾਰਗੇਟ ਤੇ ਨਹੀਂ ਲਾਇਆ ਜਾ ਸਕਦਾ ਹੈਗਾ, ਸੋ ਯੂ ਸ਼ੁਡ ਬੀ ਪ੍ਰਾਊਡ ਆਫ ਯੋਰਸੈਲਫ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਮੇਰੀ ਮੈਂਟਰ ਦਾ, ਪ੍ਰੋਫੈਸਰ ਦਾ ਡੈਫੀਨਿਟਲੀ ਥੈਂਕਸ ਕਰਨਾ ਬਣਦਾ ਹੈ, ਕਿਉਂਕਿ ਉਹਨਾਂ ਨੇ ਵਾਟਰ ਸਪੀਕਸ ਦੇ ਥਰੂ ਐਜ਼ ਅ ਅਸਿਸਟੈਂਟ ਰਿਸਰਚਰ ਇਸ ਟਾਈਮ ਜੌਬ ਦਿੱਤੀ ਹੋਈ ਹੈ। ਸੋ ਆਮ ਐਕਚੁਅਲੀ ਵਰਕਿੰਗ ਪਾਰਟ ਟਾਈਮ ਰਾਈਟ ਨਾਓ। ਪਰ ਇਹ ਕਿ ਮੈਂ ਇਸ ਚੀਜ਼ ਦੀ ਮੈਂਟੈਲਿਟੀ ਦੀ ਗੱਲ ਕਰ ਰਹੀ ਹਾਂ, ਸੋ ਇਹ ਚੀਜ਼ ਮੈਂ UN ਪਲੇਟਫਾਰਮ ਤੇ ਸ਼ੇਅਰ ਕੀਤੀ ਕਿ ਇਹ ਚੀਜ਼ ਡਿਸਹਾਰਟਨ ਤੁਹਾਨੂੰ ਨਹੀਂ ਕਰਨੀ ਚਾਹੀਦੀ ਕਿ ਹੁਣ ਮੈਂ ਕੀ ਕਰਾਂਗੀ, ਮੇਰੇ ਸਾਰੇ ਰਸਤੇ ਬੰਦ ਹੋ ਗਏ। ਉਸ ਤੋਂ ਵੀ ਬ੍ਰੌਡਰ ਵਿਊ ਦੇ ਨਾਲ ਦੇਖ ਕੇ ਫਿਰ ਆਪਣੇ ਆਪ ਨੂੰ ਪੁਸ਼ ਕਰਨਾ ਚਾਹੀਦਾ, ਕਿਉਂਕਿ ਤੁਹਾਡੀ ਮੋਟੀਵੇਸ਼ਨ ਤੁਸੀਂ ਖੁਦ ਹੋ, ਨਾ ਤੁਹਾਨੂੰ ਕਿਤੇ YouTube ਦੇ ਕੋਟਸ ਜਾਂ ਜਿਹੜੇ Google ਤੇ ਕੋਟਸ ਆਉਂਦੇ ਨੇ ਉਹਨਾਂ ਨੇ ਮੋਟੀਵੇਟ ਕਰਨਾ, ਇੰਪਾਵਰ ਕਰਨਾ ਹੈ। ਜਿਹੜੀ ਇੰਪਾਵਰਮੈਂਟ ਹੈ ਤੁਹਾਨੂੰ ਆਪਣੇ ਅੰਦਰੋਂ ਹੀ ਆਣੀ ਹੈ। ਤੇ ਦੂਸਰੀ ਇੱਕ ਹੋਰ ਬੜਾ ਹੀ ਇੰਟਰਸਟਿੰਗ ਉਹਨਾਂ ਨੇ ਸਵਾਲ ਕੀਤਾ ਕਿ ਜਿਹੜਾ ਇੰਟਰਨੈਟ ਦਾ ਜ਼ਮਾਨਾ ਹੁਣ ਹੈ, ਪੁਰਾਣੇ ਟਾਈਮ ਦੇ ਵਿੱਚ ਜਿਹੜਾ ਹੈ ਮੈਗਜ਼ੀਨਸ ਦੇ ਥਰੂ ਅਵੇਅਰਨੈਸ ਕ੍ਰੀਏਟ ਕੀਤੀ ਜਾਂਦੀ ਸੀ, ਲੈਟਰਸ ਭੇਜੀਆਂ ਜਾਂਦੀਆਂ ਜੀ। ਸੋ ਹੁਣ ਦੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਐਕਟਿਵਿਜ਼ਮ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਘੱਟ ਹੋ ਗਈ ਹੈ। ਤੇ ਮੇਰਾ ਸਿਰਫ ਇੱਕ ਹੀ ਜਿਹੜਾ ਕੁਇਕ ਰਿਪਲਾਈ ਸੀਗਾ ਇਹ ਸੀਗਾ ਕਿ ਅਸੀਂ ਥੋੜੇ ਟਾਈਮ ਪਹਿਲਾਂ ਇਹ ਸੁਣਿਆ ਕਿ one book and one pen can change the world, ਤੇ ਡੈਫੀਨਿਟਲੀ one hashtag and one tweet can actually change the whole thing। ਐਂਡ ਆਪਾਂ ਨੇ ਹੁਣੇ ਦੇਖਿਆ ਹੀ ਹੈ ਕਿ ਫਾਰਮਰਸ ਪ੍ਰੋਟੈਸਟ ਦੇ ਵਿੱਚ ਇੱਕ ਰਿਹਾਨਾ ਨੇ ਹੈਸ਼ਟੈਗ ਕੀਤਾ, she didn't put so much, why aren't we talking about it? The whole world started talking about it and majority ਉੱਥੇ ਜਿਹੜੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਫਾਰਮਰ ਪ੍ਰੋਟੈਸਟ ਚੱਲ ਰਿਹਾ ਹੈ ਜਾਂ ਫਿਰ। ਸੋ ਮੈਨੂੰ ਬਹੁਤ ਵਧੀਆ ਲੱਗਿਆ ਕਿ ਐਟਲੀਸਟ ਉਸ ਪਲੇਟਫਾਰਮ ਤੇ ਮੈਂ ਇਸ ਚੀਜ਼ ਨੂੰ ਡਿਸਕਸ ਕਰ ਪਾਈ, ਦੱਸ ਸਕੀ ਕਿ ਦ ਪਾਵਰ ਆਫ ਵਰਡਸ, ਕਿਉਂਕਿ ਜਦ ਤੁਸੀਂ ਵਰਡਸ ਆਪਣੇ ਪ੍ਰੈਜ਼ੈਂਟ ਕਰਦੇ ਹੋ, ਕਮਿਊਨੀਕੇਸ਼ਨ ਇੱਕ ਇਸ ਤਰੀਕੇ ਦਾ ਟੂਲ ਹੈ ਜਿਹਦੇ ਨਾਲ ਤੁਸੀਂ ਦੁਨੀਆ ਚੇਂਜ ਕਰ ਸਕਦੇ ਹੋ। ਸੋ ਚੇਂਜ ਕਰਨ ਲਈ ਤੁਹਾਨੂੰ ਕੋਈ ਫੰਡਿੰਗ ਦੀ ਲੋੜ ਨਹੀਂ ਹੈ, ਚੇਂਜ ਕਰਨ ਲਈ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ, ਸਿਰਫ ਇੱਕ ਮਾਈਂਡਸੈਟ ਚਾਹੀਦਾ ਹੈ ਤੇ ਇੱਕ ਕਮਿਊਨੀਕੇਸ਼ਨ ਸਕਿੱਲਸ ਚਾਹੀਦੇ ਨੇ ਜਿਹਦੇ ਨਾਲ ਤੁਸੀਂ ਆਪਣੇ ਆਈਡੀਆ ਪ੍ਰੈਜ਼ੈਂਟ ਕਰੋ। ਤੇ UN ਪਲੇਟਫਾਰਮ ਦਾ ਜਿਹੜਾ ਸੀਗਾ ਇਹ ਬਹੁਤ ਹੀ ਅਮੇਜ਼ਿੰਗ ਸੀਗਾ। ਔਰ ਜਿਹੜੀ ਈਮੇਲਸ ਆਈਆਂ ਨੇ ਕਿ ਅਸੀਂ ਬਹੁਤ ਇਨਸਪਾਇਰਡ ਹੋਏ ਹਾਂ, ਸਾਡੀ ਥਿੰਕਿੰਗ ਚੇਂਜ ਹੋਈ ਹੈ, ਤੇ ਮੈਨੂੰ ਲੱਗਦਾ ਕਿ ਅਗਰ ਇੱਕ ਈਮੇਲ ਦੇ ਨਾਲ ਵੀ ਆਮ ਵੈਰੀ ਹੈਪੀ ਕਿ ਐਟਲੀਸਟ ਇੱਕ ਥਿੰਕਿੰਗ ਥਾਟ ਪ੍ਰੋਸੈਸ ਤੇ ਚੇਂਜ ਹੋਇਆ। ਐਂਡ ਯੂ ਵਿਲ ਸੀ ਮੈਨੀ ਮੋਰ। ਹੁਣ ਜਿਵੇਂ ਜਦੋਂ ਅਸੀਂ ਵੀ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਹਰ ਕੋਈ ਬੰਦਾ ਸੋਚਦਾ ਕਿ ਮੈਂ ਨਵਾਂ ਆ ਐਂਡ ਐਵਰੀਬਡੀ ਵਾਂਟਸ ਟੂ ਮੇਕ ਡਿਫਰੈਂਸ। ਜਦੋਂ ਅਸੀਂ ਵੀ ਸ਼ੁਰੂ ਕੀਤਾ, ਇਹੀ ਇਸੇ ਕਰਕੇ ਸ਼ੁਰੂ ਕੀਤਾ ਕਿ ਕੰਟਰੀਬਿਊਟ ਕਿਵੇਂ ਕਰਨਾ ਹੈਗਾ ਨਾ। ਸੋ ਮੈਂ ਜਦੋਂ ਆਪਾਂ ਤੁਹਾਡਾ ਪਿਛਲਾ ਰੀਲੇ ਕੀਤਾ, ਬੜੇ ਅੱਛੇ ਕਮੈਂਟਸ ਆਏ ਮੈਨੂੰ। ਮੇਰੇ ਭੂਆ ਜੀ ਨੇ, ਇੰਡੀਆ ਰਹਿੰਦੇ ਨੇ, ਐਂਡ ਸ਼ੀ ਇਜ਼ ਵੈਰੀ ਬਿਗ ਔਨ ਜਿਹੜੀ ਆਹ ਫਾਰਮਿੰਗ ਕਰਾਉਂਦੇ ਨੇ, ਜਿਹੜੀ ਆਰਗੈਨਿਕ ਫਾਰਮਿੰਗ ਤੇ ਉਹਨਾਂ ਨੇ ਮੈਨੂੰ ਬੜਾ ਹੀ ਪਿਆਰਾ ਨੋਟ ਭੇਜਿਆ ਕਿ ਉਹ ਤੇ ਉਹਨਾਂ ਦਾ ਬੇਟਾ ਰਾਜਸਥਾਨ ਦੇ ਵਿੱਚ ਕੋਈ ਪਾਣੀ ਦਾ ਪ੍ਰੋਜੈਕਟ ਹੈ, ਉੱਥੇ ਕੰਮ ਕਰ ਰਹੇ ਨੇ। ਐਂਡ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਜਦੋਂ ਪ੍ਰਭ ਨੈਕਸਟ ਟਾਈਮ ਆਉਣਗੇ ਤੇ ਉਹਨਾਂ ਨੂੰ ਮਿਲਣਾ ਚਾਹਣਗੇ। ਸੋ ਕਦੀ ਵੀ ਇਹ ਨਾ ਸੋਚੋ ਕਿ ਜੋ ਮੈਂ ਕਰ ਰਿਹਾ ਇਹਦਾ ਕੋਈ ਇਫੈਕਟ ਨਹੀਂ ਪਏਗਾ। ਇਫ ਯੂ ਫੀਲ, have that conviction in you कि हाँ it matters and it will make a difference। ਸੋ ਜੋ ਤੁਸੀਂ એનર્ਜੀ ਆਪਣੇ ਅੰਦਰ ਰੱਖਦੇ ਹੋ, ਉਹੀ ਜਿਹੜੀ એનર્ਜੀ ਹੈ ਯੂਨੀਵਰਸ ਚ ਜਾਂਦੀ ਹੈ। ਦਿਸ ਇਜ਼ ਵਾਟ ਆਈ ਬਿਲੀਵ ਇਨ। ਮੈਂ ਰਿਲੀਜੀਅਸ ਨਹੀਂ ਹਾਂ ਬਟ ਸਪਿਰਿਚੁਅਲ ਜ਼ਰੂਰ ਆ, ਔਰ ਉਹੀ એનર્ਜੀ ਤੁਹਾਨੂੰ ਵਾਪਸ ਪੋਜ਼ਿਟਿਵ ਫਾਰਮ ਚ ਮਿਲਦੀ ਹੈ। ਜੇ ਹਾਈ ਪਿਟ ਕਰਕੇ ਕਿ ਹਾਈ ਹੁਣ ਮੇਰੇ ਕੋਲ ਆ ਨਹੀਂ ਹੈਗਾ, ਮੈਂ ਦਿਸ ਇਜ਼ ਵਾਟ ਆਈ ਰੀਅਲੀ ਵਾਂਟਡ ਟੂ ਡੂ, ਪਰ ਮੇਰਾ ਆ ਨਹੀਂ ਹੋਇਆ, ਤੇ ਉਹ ਜਿਹੜੀ ਨੈਗੇਟਿਵਿਟੀ ਹੈ ਉਹ ਸਪਾਇਰਲ ਇੰਨਾ ਸਟਰੋਂਗ ਹੁੰਦਾ ਹੈ ਕਿ ਤੁਹਾਨੂੰ ਸਕ ਇਨ ਕਰ ਦਿੰਦਾ ਹੈ। ਬਿਲਕੁਲ ਜੀ। ਸੋ ਉਸ ਤੋਂ ਬਾਅਦ ਤੁਸੀਂ ਵਾਟਰ ਵੀ ਡੈਮ ਤੇ ਕੰਮ ਕੀਤਾ, ਉਹਦੇ ਬਾਰੇ ਜ਼ਰੂਰ, ਕਿਉਂਕਿ ਇਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ
ਤੇ ਉਹਦੇ ਵਿੱਚ ਇਹਨਾਂ ਨੇ ਅਵਾਰਡਸ ਵਿਨ ਕੀਤੇ, ਸੋ ਉਹ ਸਾਨੂੰ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ। ਵਾਟਰ ਬੀ ਡੈਮਡ ਲਾਸਟ ਈਅਰ ਨਹੀਂ ਗਈ, ਬਟ ਇਹ ਜਿਹੜੀ ਹੈ ਡਾਕੂਮੈਂਟਰੀ ਦੱਸਦੀ ਹੈ ਕਿ ਸਤਲੁਜ ਦੀ ਜਰਨੀ, ਸਤਲੁਜ ਅਸੀਂ ਟਰੈਕ ਕੀਤੀ ਸੀ, ਟਰੈਕ ਕਰਦੇ ਕਰਦੇ ਪੰਜਾਬ ਐਂਟਰ ਕੀਤੇ ਔਰ ਇਹ ਦੇਖਿਆ ਕਿ ਪਾਣੀ ਕਿੱਥੇ ਪ੍ਰੋਬਲਮ ਕਿੱਥੇ, ਉਹਦੇ ਸੋਰਸ 'ਚ ਜਾਣਾ ਚਾਹੀਦਾ ਹੈ। ਕੈਨੇਡਾ ਦੇ ਵਿੱਚ ਸੋਰਸ ਵਾਟਰ ਪ੍ਰੋਟੈਕਸ਼ਨ ਐਕਟ ਹੈ। ਅਗਰ ਇਸ ਤਰੀਕੇ ਦੇ ਸਾਡੇ ਜਿਹੜੇ ਇੱਥੇ ਰੂਲਸ ਐਂਡ ਰੈਗੂਲੇਸ਼ਨਸ ਹੈ, ਜਾਂ ਅਗਰ ਕੋਈ ਇਸ ਤਰੀਕੇ ਦਾ ਜਿਹੜਾ ਪੰਜਾਬ ਦੇ ਵਿੱਚ ਅਸੀਂ ਮਤਲਬ ਸਰਕਾਰਾਂ ਨੂੰ ਆਈਡੀਆਜ਼ ਪ੍ਰੈਜ਼ੈਂਟ ਕਰ ਸਕਦੇ ਆ, ਤੇ ਵਾਈ ਨਾਟ। ਸੋ ਸੋਰਸ ਵਾਟਰ ਦੇਖਣ ਵਾਸਤੇ ਅਸੀਂ ਟਰੈਕ ਕੀਤਾ ਔਰ ਇਹ ਜਰਨੀ ਦਿਖਾਉਂਦਾ ਹੈ। ਔਰ 4 ਪਿਲਰਸ ਜੋ ਕਿ ਡਾਕਟਰ ਮਿਲਾ ਦੀ ਰਿਸਰਚ ਤੇ ਬੇਸਡ ਹੈ, ਉਹਦੇ ਵਿੱਚ ਪਹਿਲਾ ਪਿਲਰ ਹੈ ਕਿ ਇਸ ਪਿਲਰ ਦੇ ਨਾਲ ਇੱਕ ਕੋਲੈਪਸ ਹੋ ਜਾਏਗਾ, ਮਤਲਬ ਪਾਣੀ ਜਿਹੜਾ ਹੈ ਉਹ ਗਾਂ ਆਉਣ ਵਾਲੇ ਟਾਈਮ 'ਚ ਨਹੀਂ ਮਿਲੇਗਾ ਅਗਰ ਅਸੀਂ 4 ਚੀਜ਼ਾਂ ਦਾ ਖਿਆਲ ਨਹੀਂ ਰੱਖਿਆ। ਪਹਿਲੀ ਚੀਜ਼ ਜਿਹੜੀ ਹੈ ਉਹ ਹੈ ਸਪਿਰਿਚੁਅਲਿਟੀ ਤੇ ਫਿਲਾਸਫੀ। ਪਾਣੀ ਦੇ ਨਾਲ ਹਰ ਇੱਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਪਵਨ ਗੁਰੂ, ਪਾਣੀ ਪਿਤਾ, ਜਾਂ ਫਿਰ ਹਿੰਦੂਇਜ਼ਮ ਦੇ ਵਿੱਚ ਪਾਣੀ ਨੂੰ ਮਹੱਤਵਤਾ ਦਿੱਤੀ ਗਈ ਹੈ, ਜਲ ਨੂੰ ਦੇਵਤਾ ਦਾ ਰੂਪ ਦਿੱਤਾ ਗਿਆ ਹੈ, ਫਿਰ ਖਵਾਜਾ ਪੀਰ ਕਿਹਾ ਜਾਂਦਾ ਹੈ ਇਹਨੂੰ। ਸੋ ਇਹਨੂੰ ਹਰ ਧਰਮ ਦੇ ਵਿੱਚ ਇੱਕ ਮਤਲਬ ਬਹੁਤ ਪਵਿੱਤਰ ਤੇ ਉੱਚਾ ਸਥਾਨ ਦਿੱਤਾ ਗਿਆ। ਬੈਪਟਿਜ਼ਮ ਵੀ ਤਾਂ ਪਾਣੀ ਦੇ ਵਿੱਚ ਹੀ ਹੁੰਦਾ ਹੈ, ਕ੍ਰਿਸਚੀਅਨਿਟੀ ਦੇ ਵਿੱਚ। ਹਾਂਜੀ, ਸੋ ਪਾਣੀ ਸਪਿਰਿਚੁਅਲਿਟੀ ਨੂੰ ਸਾਨੂੰ ਰਿਵਾਈਟਲਾਈਜ਼ ਕਰਨਾ ਪੈਣਾ ਹੈ, ਸਾਨੂੰ ਰੀਵਿਜ਼ਿਟ ਕਰਨਾ ਪੈਣਾ ਹੈ। ਸਾਨੂੰ ਆਪਣੀ ਜਿਹੜੀ ਸੈਂਸਿਟੀਵਿਟੀ ਹੈ ਨਾ, ਜਿਹੜੀ ਕਿ ਇਨਸਾਨਾਂ 'ਚ ਖਤਮ ਹੀ ਹੋ ਗਈ ਹੈ, ਸ਼ਾਇਦ ਕੁਝ % ਹੋਣੀ ਹੈ ਸੈਂਸਿਟੀਵਿਟੀ, ਜੇ ਉਹਨੂੰ ਰਿਵਾਈਵ ਕਰਾਂਗੇ ਤੇ ਜਿਹੜਾ ਸਾਡਾ ਇਸ ਟਾਈਮ ਪੋਲਿਊਸ਼ਨ ਹੈ ਨਾ, ਕਿਹਾ ਜਾਂਦਾ ਹੈ ਕਿ ਪੋਲਿਊਸ਼ਨ ਜਿਹੜਾ ਸਾਡੇ ਮਾਈਂਡ ਦਾ ਪੋਲਿਊਸ਼ਨ ਹੈ, ਪੋਲਿਊਸ਼ਨ ਉਹ ਨਹੀਂ ਹੈ ਜੋ ਸਾਨੂੰ ਦਿਖ ਰਿਹਾ ਹੈ ਕਿ ਇੱਕ ਤਰਫ ਸਤਲੁਜ ਕਲੀਨ ਆ ਰਹੀ ਹੈ ਤੇ ਇੱਕ ਤਰਫ ਵੱਡਾ ਜਿਹੜਾ ਗੰਦਾ ਨਾਲਾ ਆ ਉਹ ਦਿਖ ਰਿਹਾ ਹੈ ਕਿ ਕਲੀਨ ਵਾਟਰ ਵਰਸਸ ਬਲੈਕ ਵਾਟਰ। ਉਹ ਪੋਲਿਊਸ਼ਨ ਆਫ ਆਰ ਮਾਈਂਡ ਹੈ, ਕਿਉਂਕਿ ਅਸੀਂ ਆਪਣਾ ਡਿਊ ਡਿਲੀਜੈਂਸ ਨਹੀਂ ਕਰ ਸਕਦੇ, ਅਸੀਂ ਉਸ ਹੋਂਦ ਦੇ ਵਿੱਚ ਆ ਕਿ ਸਾਨੂੰ ਪ੍ਰੋਫਿਟ ਕਮਾਣਾ ਆ। ਹਾਂਜੀ, ਸਾਨੂੰ ਤੇ ਧਰਤੀ ਤੋਂ ਤੇ ਕਲੀਨ ਪਾਣੀ ਮਿਲਦਾ ਹੈ ਨਾ, ਆਪਾਂ ਉਹਨੂੰ ਕਿਵੇਂ ਪੋਲਿਊਟ ਕਰ ਦਿੰਦੇ ਆ, ਗੰਦਾ ਕਰ ਦਿੰਦੇ ਆ ਤੇ ਐਫਰਟ ਵੀ ਨਹੀਂ ਪਾਉਂਦੇ। ਤੇ ਜਦੋਂ ਤੁਸੀਂ ਗਏ ਕਰਨ ਤੇ ਇਹਨਾਂ ਨੂੰ ਡੈਥ ਥ੍ਰੈਟਸ ਤੱਕ ਮਿਲੀਆਂ ਹਨਾ ਜੀ, ਸੋ ਦੈਟ ਵਾਜ਼ not right। ਪਰ ਚਲੋ ਅਸੀਂ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਵਰਗੇ ਬੱਚੇ ਅੱਗੇ ਆ ਰਹੇ ਨੇ, ਪੜ੍ਹ ਰਹੇ ਨੇ ਇਹਦੇ ਬਾਰੇ, ਜਿਨ੍ਹਾਂ ਨੂੰ ਕਿ ਨੌਲੇਜ ਹੈ, ਗਾਈਡ ਕਰ ਰਹੇ ਨੇ। ਤੋ ਤੇ ਫਿਰ ਉਹ ਤੁਹਾਡੀ ਜਿਹੜੀ ਡਾਕੂਮੈਂਟਰੀ ਸੀ ਉਹਨੂੰ ਬੜੇ ਅਵਾਰਡਸ ਵੀ ਮਿਲੇ ਹਨਾ। ਹੁਣ ਤੱਕ ਜਿਹੜੇ ਫਿਲਮ ਫੈਸਟੀਵਲਸ ਦੇ ਵਿੱਚ ਉਹ ਚੱਲ ਰਹੀ ਹੈ, ਸੋ YouTube ਦੇ ਵਿੱਚ ਤੇ ਡਾਕੂਮੈਂਟਰੀ ਨਹੀਂ ਮਿਲੇਗੀ ਵਾਟਰ ਬੀ ਡੈਮਡ। ਇੰਡੀ ਫੈਸਟ ਫਿਲਮ ਫੈਸਟੀਵਲ ਹੋ ਗਿਆ ਜਾਂ ਫਿਰ ਮੌਂਟਰੀਅਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋ ਗਿਆ। ਹੁਣ ਰੀਸੈਂਟ ਜਿਹੜਾ ਬਿਗੇਸਟ ਮੈਨੂੰ ਲੱਗਦਾ ਹੈ ਕਿ ਸਾਡੇ ਵਾਸਤੇ ਇੱਕ ਫੈਦਰ ਇਨ ਦਾ ਕੈਪ ਹੈ, ਉਹ ਹੈ ਵਾਟਰ ਡੌਗਸ ਦੇ ਵਿੱਚ ਆਫੀਸ਼ੀਅਲ ਸਿਲੈਕਸ਼ਨ ਆਇਆ ਹੈ। ਸੋ ਉਮੀਦ ਹੈ ਕਿ ਇਹ ਵੀ ਸਕਰੀਨ ਹੋਏਗੀ, ਵਾਟਰ ਡੌਗਸ, ਟਿਫ ਤੇ ਇਦਾਂ ਦੇ ਪ੍ਰੋਮਿਨੈਂਟ ਨੇ, ਔਰ ਜੈਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ। ਸੋ ਇਦਾਂ ਦੇ ਪ੍ਰੋਮਿਨੈਂਟ ਫਿਲਮ ਫੈਸਟੀਵਲ ਸੀਗੇ ਜਿੱਥੇ ਮੂਵੀ ਨੂੰ ਸਰਾਇਆ ਗਿਆ, ਐਕੈਡੈਮਿਕ ਕਮਿਊਨਿਟੀ ਜੁੜੀ, ਕਿਉਂਕਿ ਅਲਟੀਮੇਟ ਗੋਲ ਹੈ ਕਿ ਰਿਸਰਚ, ਅਸੀਂ ਹਰ ਚੀਜ਼ ਬਲੇਮ ਨਹੀਂ ਪਾ ਸਕਦੇ, ਬਲੇਮ ਕਿਸੇ ਦਾ ਨਹੀਂ ਹੈ, ਸਾਡੀ ਰਿਸਪੌਂਸਿਬਿਲਿਟੀ ਹੈ। ਬਿਲਕੁਲ 100%। ਸੋ ਵਾਟਰ ਬੀ ਡੈਮ ਦੇ ਵਿੱਚ ਇੱਕ ਗੁੱਡ ਐਗਜ਼ਾਮਪਲ ਵੀ ਸ਼ੋ ਕੀਤਾ ਗਿਆ ਹੈ ਕਿ ਪ੍ਰੋਬਲਮਸ ਤਾਂ ਹੈ ਪਰ ਸੋਲਿਊਸ਼ਨ ਵੀ ਹੈ। ਸੋ ਸੋਲਿਊਸ਼ਨ ਇਹ ਹੈ ਕਿ ਚੱਕਰ ਵਿਲੇਜ ਦਾ ਅਸੀਂ ਐਗਜ਼ਾਮਪਲ ਦੇਖਿਆ, ਜੋ ਕਿ ਇੱਥੋਂ ਦੇ NRI ਫੈਮਿਲੀ ਸੀ ਜਿਨ੍ਹਾਂ ਨੇ ਅੰਡਰਗਰਾਉਂਡ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਕਰਵਾ ਦਿੱਤਾ ਗਿਆ, ਟਰੀ ਪਲਾਂਟੇਸ਼ਨ ਕਰਵਾ ਦਿੱਤੀ ਗਈ, ਫਿਰ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਵੀ ਉੱਥੇ ਚੱਲ ਰਿਹਾ, ਸੀਵਰੇਜ ਵੀ ਜਿਹੜਾ ਟ੍ਰੀਟ ਹੁੰਦਾ ਹੈ ਔਰ ਜਿਹੜਾ ਟ੍ਰੀਟਡ ਵਾਟਰ ਹੈ ਉਹ ਪ੍ਰੋਪਰਲੀ ਟ੍ਰੀਟ ਕਰਕੇ ਖੇਤਾਂ ਨੂੰ ਚਲਾ ਜਾਂਦਾ ਹੈ। ਸੋ ਬਿਊਟੀਫੁਲ ਵਿਊ ਹੈ। ਇਹ ਨਹੀਂ ਹੈ ਕਿ ਪੰਜਾਬ 'ਚ ਸਾਰੀਆਂ ਚੀਜ਼ਾਂ ਖਰਾਬ ਨੇ, ਗੁੱਡ ਐਗਜ਼ਾਮਪਲਸ ਵੀ ਨੇ, ਗੁੱਡ ਐਗਜ਼ਾਮਪਲਸ ਆਰ देयर। ਹਾਂਜੀ, ਤੇ ਉਸ ਚੀਜ਼ ਨੂੰ ਇਹ ਡਾਕੂਮੈਂਟਰੀ ਸ਼ੋ ਕਰਦੀ ਹੈ। ਹੋਪਫੁਲੀ ਆਉਣ ਵਾਲੇ ਟਾਈਮ 'ਚ ਜ਼ਰੂਰ ਸਕਰੀਨ ਇੱਥੇ ਕਰਾਂਗੇ, ਬਟ ਹਲੇ ਤਾਂ ਫਿਲਮ ਫੈਸਟੀਵਲ ਦੇ ਵਿੱਚ ਇਹ ਸਕਰੀਨ ਹੋ ਰਹੀ ਹੈ ਔਰ ਇੰਟਰਨੈਸ਼ਨਲ ਜਿਹੜੀ ਹੈ ਕਮਿਊਨਿਟੀਜ਼ ਦੀ ਅਟੈਂਸ਼ਨ ਗ੍ਰੈਬ ਕਰ ਰਹੀ ਹੈ। ਦੈਟਸ ਅਮੇਜ਼ਿੰਗ ਕਿ ਇਹਨਾਂ ਨੇ ਆਪਣੇ ਕੰਮ ਨੂੰ ਨਾ ਕਿ ਪੇਪਰਾਂ ਤੱਕ ਹੀ ਜਾਂ ਉਹਦੇ ਤੱਕ ਵੀ ਤੇ ਇੱਕ ਵਿਜ਼ਨ ਦੇ ਕੇ ਇੱਕ ਡਾਕੂਮੈਂਟਰੀ ਬਣਾ ਕੇ ਹੋਰਾਂ ਨੂੰ ਵੀ, ਤੁਹਾਡੇ ਕੋਲ ਇੱਕ ਸੀਗਾ ਮਾਧਿਅਮ, ਤੁਸੀਂ ਸਾਰੇ ਕਿਤੇ ਜਾ ਆਏ, ਸਭ ਕੋਲੋਂ ਨਹੀਂ ਹੁੰਦਾ ਹੈਗਾ, ਸੋ ਤੁਹਾਡੀ ਡਾਕੂਮੈਂਟਰੀ ਦੇਖ ਕੇ ਬੜੀ ਨੌਲੇਜ ਗੈਦਰ ਕਰ ਸਕਦੇ ਨੇ ਜੀ। ਸੋ ਥੈਂਕ ਯੂ ਤੁਹਾਡਾ ਸੋ ਮਚ ਫॉर दैट। ਥੈਂਕ ਯੂ ਐਕਚੁਅਲੀ ਇੱਥੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ, ਜਿਨ੍ਹਾਂ ਦੇ ਘਰ ਅਸੀਂ ਰਹੇ, ਉਹਨਾਂ ਦਾ ਸਕੂਲ ਹੈ ਸੀਬਾ ਸਕੂਲ, ਸੋ ਉਹਨਾਂ ਦਾ ਥੈਂਕ ਯੂ ਕਿ ਉਹਨਾਂ ਨੇ ਆਪਣੇ ਡੋਰਸ ਓਪਨ ਕੀਤੇ ਕਿ ਤੁਸੀਂ ਜਦ ਮਰਜ਼ੀ ਆਓ ਇੱਥੇ ਸਟੇ ਕਰੋ। ਥੈਂਕ ਯੂ ਬੁਜਰਗ ਜੀ ਵਰਗੇ ਰਿਪੋਰਟਰਸ ਦਾ ਜਿਨ੍ਹਾਂ ਨੇ ਰਿਪੋਰਟ ਕਰਦੇ ਰਹੇ ਕਿ ਹੁਣ ਅਸੀਂ ਆਹ ਪ੍ਰੋਜੈਕਟ ਕਰ ਰਹੇ ਹਾਂ, ਹੁਣ ਆਹ ਕਰ ਰਹੇ ਹਾਂ। ਥੈਂਕ ਯੂ ਅਰੁਣ ਜੀ ਵਰਗੇ ਲੋਕ ਜਿਹੜੇ ਇਸ ਪ੍ਰੋਜੈਕਟ ਦੇ ਨਾਲ ਜੁੜਦੇ ਨੇ, ਜਾਂ ਕੁਲਦੀਪ ਵਸੀ ਵਰਗੇ ਲੋਕ ਜਿਹੜੇ ਕਿ ਸਪੈਸ਼ਲ ਸਕੂਲ ਉਹ ਹੈਲਪ ਕਰਦੇ ਸੀਗੇ ਜਿਹੜੇ ਬੱਚੇ ਮੈਂਟਲੀ ਰਿਟਾਰਡਡ ਨੇ ਜਾਂ ਜਿਹੜੇ ਘਰ ਦੇ ਹੀ ਛੱਡ ਦਿੰਦੇ ਨੇ।
ਸੋ ਬੱਚਿਆਂ ਨੂੰ ਪੜ੍ਹਾਉਣਾ, ਥੈਂਕ ਯੂ। ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਲੋਕਾਂ ਦਾ ਹੈ ਜੋ ਉੱਥੇ ਹੀ ਰਹਿ ਕੇ ਆਪਣੀ ਸੈਲਰੀ 'ਚੋਂ ਕੰਮ ਕਰਦੇ ਨੇ, ਥੈਂਕ ਯੂ ਉਹਨਾਂ ਲੋਕਾਂ ਦਾ ਬਣਦਾ ਆ, ਕਿਉਂਕਿ ਇਟਸ ਆਲਵੇਜ਼ ਅ ਟੀਮ ਐਫਰਟ ਹੈ ਨਾ। ਇੱਕ ਕਹਿੰਦੇ ਨੇ ਜੇ ਤੁਹਾਡੇ ਨਾਲ ਤੁਸੀਂ ਇੱਕ ਅੱਛਾ ਕੰਮ ਕਰਨ ਇੱਕ ਸੋਚ ਲੈ ਕੇ ਨਿਕਲੇ, ਤੁਹਾਨੂੰ ਮਿਲਦੇ ਗਏ, ਕਦੀ ਤੁਹਾਨੂੰ ਵਾਲੰਟੀਅਰ ਮਿਲ ਗਏ, ਕਦੀ ਤੁਹਾਨੂੰ ਰਿਪੋਰਟਰ ਮਿਲ ਗਏ, ਕਦੀ ਤੁਹਾਨੂੰ ਜਿਹੜੇ ਨੇ ਪੈਸੇ ਇਕੱਠਾ ਕਰਕੇ ਦੇਣੀ, ਸੋ ਤੁਹਾਨੂੰ ਪੈਰ ਤੇ ਹਮੇਸ਼ਾ ਸਹਾਇਤਾ ਮਿਲਦੀ ਰਹੀ। ਸੋ ਦੈਟਸ ਵੈਰੀ ਗੁੱਡ। ਸੋ ਤੁਸੀਂ ਗੱਲ ਕੀਤੀ ਸੀ ਕਿ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਵਿੱਚ ਤੁਹਾਨੂੰ ਇੱਥੇ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ। ਹਾਂਜੀ ਜੀ, ਐਕਚੁਅਲੀ ਇਸ ਤੋਂ ਪਹਿਲਾਂ ਕੁਝ ਥੈਂਕ ਯੂਜ਼ ਹੋਰ ਕਹਿਦਾ, ਇਸ ਤੋਂ ਪਹਿਲਾਂ ਕਿ ਫੇਰ ਮੈਂ ਥੈਂਕ ਯੂਜ਼ ਇਸ ਲਈ ਵੀ ਮੈਨੂੰ ਲੱਗਦਾ ਹੈ ਕਿ ਜਿੰਨੀ ਵੀ ਟੀਮ ਹੈ ਜਿੰਨਾ ਥੈਂਕ ਯੂ ਕਰੋ ਉਹਨਾਂ ਘੱਟ ਹੈ। ਸੋ ਪੋਸਟਰ ਰਵੀ ਉਹਨਾਂ ਨੇ ਡਿਜ਼ਾਈਨ ਕੀਤਾ ਸੀ ਜੋ ਕਿ ਅਮੇਜ਼ਿੰਗਲੀ ਇਮਰਜਿੰਗ ਟੈਲੈਂਟ ਨੇ। ਫਿਰ ਜਿਹੜੀ ਸਿਨੇਮੈਟੋਗ੍ਰਾਫੀ ਇਸ ਡਾਕੂਮੈਂਟਰੀ ਦੀ ਪ੍ਰੀਤਿੰਦਰ ਸਿੰਘ, JB ਸਿੰਘ ਅਟਵਾਲ, ਐਡੀਟਰ ਵੀ JB ਸਿੰਘ ਅਟਵਾਲ ਨੇ, ਔਰ ਇਸ ਚੀਜ਼ ਨੂੰ ਪ੍ਰੋਪਰ ਵਿਜ਼ਨ ਦਿੱਤਾ ਵਨੀਤਾ ਖੰਨਾ ਨੇ, ਔਰ ਕੋ ਡਾਇਰੈਕਟਰਸ ਜਿਹੜੇ ਸੀਗੇ ਉਹ ਸੀਗੇ ਡਾਕਟਰ ਅਮਲਾ ਵਰਮਾ, ਅਸਿਸਟੈਂਟ ਡਾਇਰੈਕਟਰ ਮੈਂ ਸੀਗੀ। ਔਰ ਇਹ ਡਾਕੂਮੈਂਟਰੀ ਨੂੰ ਹੀ ਪ੍ਰਮੋਟ ਕਰਨ ਵਾਸਤੇ ਹੁਣ ਇੰਟਰਨੈਸ਼ਨਲ ਚੈਂਬਰਸ ਆਫ ਕਾਮਰਸ ਤੋਂ ਇਨਵੀਟੇਸ਼ਨ ਆਇਆ ਹੈ ਕਿ ਤੁਸੀਂ ਵਾਟਰ ਮੈਨੇਜਮੈਂਟ ਤੇ ਦੱਸੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਪਾਣੀ ਠੀਕ ਕੀਤਾ ਜਾ ਸਕਦਾ ਹੈ, ਜਾਂ ਕਿਹੜੀ ਪ੍ਰੋਬਲਮਸ ਨੇ ਔਰ ਪ੍ਰੋਬਲਮਸ ਤੋਂ ਕਿੱਦਾਂ ਨਿਕਲਿਆ ਜਾ ਸਕਦਾ ਹੈ। this is from Punjab actually. This is from Punjab, yes, but ਇਹਨਾਂ ਦਾ ਜਿਹੜਾ ਗਰੁੱਪ ਹੈ ਜਾਂ ਜਿਹੜਾ ਕੋਰ ਚੈਨਲ ਹੈ ਉਹ ਅਕ੍ਰੋਸ ਇੰਡੀਆ, ਅਕ੍ਰੋਸ ਦ ਗਲੋਬ ਨੇ, ਔਰ ਡਿਫਰੈਂਟ ਐਕਸਪਰਟਸ ਬੁਲਾਏ ਜਾਂਦੇ ਨੇ। ਸੋ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਇਹ ਇਨਵੀਟੇਸ਼ਨ ਆਇਆ, ਔਰ ਇਸ ਇਨਵੀਟੇਸ਼ਨ ਦੇ ਨਾਲ ਸੋ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਸੁਪਨਾ ਤੁਸੀਂ ਲੈ ਕੇ ਤੁਰੇ ਸੀ ਉਹਦੇ ਪੂਰੇ ਹੋਣ ਦੇ ਸਾਰ ਨਜ਼ਰ ਆ ਰਹੇ ਨੇ। ਬਿਲਕੁਲ, ਜੇ ਸੁਪਨਾ ਦੇਖਾਂਗੇ ਤਾਂ ਹੀ ਪੂਰਾ ਹੋਏਗਾ। ਸੁਪਨੇ ਦੇਖਦੇ ਦੇਖਦੇ ਵੀ ਜੇਕਰ ਡਿਪਸ ਆਉਂਦੀਆਂ ਨੇ, that doesn't mean ਕਿ ਤੁਸੀਂ ਥੱਲੇ ਜਾ ਰਹੇ ਹੋ। ਇਹ ਸੋਚੋ ਕਿ ਆ ਮੇਰਾ ਗੋਲ ਹੈ, ਮੈਂ ਇੱਥੇ ਜਾਣਾ ਹੈ, ਬੇਸ਼ੱਕ ਤੁਸੀਂ ਹੌਪ ਕਰਦੇ ਕਰਦੇ ਜਾਓ ਪਰ ਪਹੁੰਚ ਜ਼ਰੂਰ। ਹਾਂਜੀ ਬਿਲਕੁਲ। ਤੇ ਇੱਕ ਤੁਸੀਂ ਹੋਰ ਗੱਲ ਕਰ ਰਹੇ ਸੀ ਕਿ ਟ੍ਰਾਂਸ ਇੰਡੀਆ ਪਾਈਪਲਾਈਨ ਓਸ਼ਨ ਵਾਟਰ ਕਿਵੇਂ ਕਲੀਨ ਅਪ ਕਰਨਾ ਹੈ। ਹਾਂਜੀ, ਟ੍ਰਾਂਸ ਅਫਰੀਕਾ ਪਾਈਪਲਾਈਨ ਜਿਹੜਾ ਪ੍ਰੋਜੈਕਟ ਹੈ ਡਾਕਟਰ ਅਮਿਲਾ ਵਰਮਾ ਉਸ ਦੇ ਫਾਊਂਡਰ ਨੇ, one of the co-founder। ਸੋ ਇਹ ਸੀਗਾ ਕਿ ਡੀਸੈਲਿਨਾਈਜੇਸ਼ਨ ਦੇ ਨਾਲ ਪਾਣੀ ਦੀ ਪ੍ਰੋਬਲਮ ਜਿਹੜੀ ਹੈ ਗਾ ਆਉਣ ਵਾਲੇ ਟਾਈਮ 'ਚ ਕਿੱਦਾਂ ਠੀਕ ਕੀਤੀ ਜਾ ਸਕਦੀ ਹੈ। ਸੋ ਇਟਸ ਅ ਕਾਪੀਰਾਈਟਡ ਪ੍ਰੋਜੈਕਟ, ਈਵਨ ਟ੍ਰਾਂਸ ਇੰਡੀਆ ਪਾਈਪਲਾਈਨ 2। ਤੇ ਗਾਂ ਆਉਣ ਵਾਲੇ ਟਾਈਮ 'ਚ ਇੰਡੀਆ ਨੂੰ ਵਾਟਰ ਕਿੱਦਾਂ ਦਿੱਤਾ ਜਾ ਸਕਦਾ ਹੈ, ਜਾਂ ਕਿਸ ਤਰੀਕੇ ਦੇ ਨਾਲ ਵਾਟਰ ਕ੍ਰਾਈਸਿਸ ਫਿਕਸ ਕੀਤੇ ਜਾ ਸਕਦੇ ਨੇ, ਐਂਡ ਰੈਵਨਿਊ ਜਨਰੇਸ਼ਨ ਕਿੱਦਾਂ ਹੋ ਸਕਦਾ ਹੈ। ਸੋ ਇਹ ਪ੍ਰੋਜੈਕਟ ਹਲੇ ਲਾਂਚ ਆਫੀਸ਼ੀਅਲੀ ਕਰਨਾ ਹੈ। ਮੈਂ ਥੋੜੇ ਜਿਹੇ ਪਲੇਨ ਵਰਡਸ ਵਿੱਚ ਦੱਸ ਦਿੰਦੀ ਕਿਉਂਕਿ ਬੜੇ ਟੈਕਨੀਕਲ। ਇਹਦੇ ਵਿੱਚ ਇਹ ਹੈਗਾ ਬੇਸਿਕਲੀ ਕਿ ਓਸ਼ਨ ਦਾ ਪਾਣੀ ਲੈ ਕੇ ਉਹਨੂੰ ਸਾਫ਼ ਕਰਕੇ ਪੀਣ ਵਾਸਤੇ ਕਿਵੇਂ ਬਣਾਉਣਾ ਹੈ। ਹਾਂਜੀ, ਸੋ ਮੇਰੇ ਸੁਣਨ ਵਾਲੇ ਜਿਹੜੇ ਜ਼ਿਆਦਾ ਦਰਸ਼ਕ ਨੇ ਉਹ ਇਦਾਂ ਸਮਝ ਸਕਣਗੇ। ਸੋ ਇਸ ਪ੍ਰੋਜੈਕਟ ਦੇ ਵਿੱਚ ਕੰਮ ਚੱਲ ਰਿਹਾ ਹੈ ਕਿਉਂਕਿ ਓਸ਼ਨਸ ਕਿੰਨੇ 7 ਜਿਹੜੇ ਓਸ਼ਨਸ ਨੇ ਉਹਨਾਂ 'ਚ ਪਾਣੀ ਤਾਂ ਬਹੁਤ ਹੈ, 70% ਪਾਣੀ ਹੈ, ਪਰ ਉਹ ਪੀਣ ਲਾਇਕ ਨਹੀਂ ਹੈਗਾ ਹਨਾ। ਸੋ ਜੇ ਇਹਨਾਂ ਦੀ ਕਿਸੇ ਕੰਮ ਦੇ ਨਾਲ ਉਹ ਵਾਲਾ ਪਾਣੀ ਪੀਣ ਯੋਗ ਹੋ ਜਾਂਦਾ ਤੇ ਕਾਫੀ ਮੈਨੂੰ ਲੱਗਦਾ ਹੈ ਕਿ ਪ੍ਰੋਬਲਮ ਜਿਹੜੀਆਂ ਪਾਣੀ ਦੀਆਂ ਠੀਕ ਹੋ ਜਾਣਗੀਆਂ। ਸੋ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਹੋਰ ਦੱਸੋ। ਸੋ ਇਹ ਪ੍ਰੋਜੈਕਟ ਹੁਣ ਰੀਸੈਂਟਲੀ ਇਨੀਸ਼ੀਏਟ ਕੀਤਾ ਗਿਆ ਹੈ। ਆਉਣ ਵਾਲੇ ਟਾਈਮ 'ਚ ਗਵਰਨਮੈਂਟ ਦੇ ਨਾਲ ਪਲੱਸ ਦ ਬਿਜ਼ਨਸ ਜਿਹੜੇ ਨੇ ਉਹਨਾਂ ਦੇ ਨਾਲ, ਕਮਿਊਨਿਟੀ ਦੇ ਨਾਲ ਮਿਲ ਕੇ ਹੀ ਇਹ ਪ੍ਰੋਜੈਕਟ ਹੋਣਾ ਹੈ। ਸੋ ਲੈਟਸ ਜਸਟ ਸੀ। ਔਰ ਮੈਨੂੰ ਮੌਕਾ ਮਿਲਿਆ ਇਸ ਸਪੈਸੀਫਿਕ ਚੀਜ਼ ਦੀ ਫਾਊਂਡਿੰਗ ਡਾਇਰੈਕਟਰ ਬਣਨ ਦਾ। ਸੋ ਮੈਂ ਬਹੁਤ ਹੀ ਵਧੀਆ ਮਹਿਸੂਸ ਕਰ ਰਹੀ ਹਾਂ ਕਿ ਓਪਰਚੁਨਿਟੀ ਜਿਹੜੀ ਹੈ ਜਿੱਥੇ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ didn't work because you have bigger fish to fry ਹੈ ਨਾ। ਇਹ ਦੇਖੋ ਜਿਹੜਾ ਆ ਦੋ ਜਿਹੜੇ ਜਿਨ੍ਹਾਂ ਨੇ ਉਹਦੇ ਚ ਟਾਈਮ ਲਾਇਆ ਉਹ ਜਾਇਆ ਨਹੀਂ ਗਿਆ ਹੈਗਾ। ਤੇ ਤੁਹਾਨੂੰ ਖੁਸ਼ੀ ਰਹੇਗੀ ਕਿ ਦੁਨੀਆ ਚ ਕਿਸੇ ਮਰਜ਼ੀ ਨੂੰ, ਕਿਉਂਕਿ ਕੈਨੇਡਾ ਚ ਤੇ ਪਾਣੀ ਦੀ ਪ੍ਰੋਬਲਮ ਨਹੀਂ ਹੈਗੀ ਹੈ ਨਾ, ਇਹਦੇ ਵਿੱਚ ਹੋਰ এনवायरमेंटल ਪ੍ਰੋਬਲਮਸ ਨੇ ਜਿਵੇਂ ਗਲੋਬਲ ਵਾਰਮਿੰਗ ਜਾਂ ਕੁਝ ਹੋਰ। ਪਾਣੀ ਦੀ ਪ੍ਰੋਬਲਮ ਇੱਥੇ ਵੀ ਹੈਗੀ ਹੈ, ਪਾਣੀ ਦੀ ਪ੍ਰੋਬਲਮ ਇੱਥੇ ਵੀ ਹੈ। ਔਰ ਇਹ ਸਾਨੂੰ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਪਲੈਂਟੀ ਆਫ ਵਾਟਰ ਰਿਸੋਰਸਸ ਨੇ, ਬਟ ਸਾਡੀ ਜਿਹੜੀ ਗ੍ਰੇਟ ਲੇਕਸ ਨੇ ਉਹ ਸਲੋਲੀ ਸੁੱਕਦੀਆਂ ਜਾ ਰਹੀਆਂ ਨੇ। ਸਾਡੀ ਜਿਹੜੀ ਗ੍ਰੇਟ ਲੇਕਸ ਨੇ ਉਹ ਵੀ ਸਲੋਲੀ ਜਿਹੜੀਆਂ ਖਰਾਬ ਹੋ ਰਹੀਆਂ ਨੇ, ਕਿਉਂਕਿ ਜਿਹੜੇ ਅਸੀਂ ਚਾਹੇ ਉਹ ਨਹਾਉਣ ਵਾਲੇ ਸਾਬਣ ਯੂਜ਼ ਕਰਦੇ ਆ ਜਾਂ ਜਿਹੜੇ ਬੋਡੀ ਵਾਸ਼ ਯੂਜ਼ ਕਰਦੇ ਉਹਦੇ ਜਿਹੜੇ ਮਾਈਕਰੋਬਿਟਸ ਨੇ ਨਾ ਸਮਾਲ ਉਹ ਵੀ ਉਹਦੇ ਵਿੱਚ ਜਾ ਰਹੇ ਨੇ। ਪਲੱਸ ਜਿਹੜੀ ਸਾਡੀ ਮੈਡੀਸਿਨਸ ਨੇ, ਕਿਉਂਕਿ ਸਾਰੀ ਚੀਜ਼ ਹੁਣ ਨਹੀਂ ਕੱਢੀ ਜਾ ਸਕਦੀ, ਉਹਦੇ ਜਿਹੜੇ ਟ੍ਰੇਸਿਸ ਨੇ। ਔਰ ਪਤਾ ਕਿੱਦਾਂ ਲੱਗਦਾ ਹੈ ਕਿ ਪਾਣੀ ਖਰਾਬ ਹੈ ਜਦ ਫਿਸ਼ ਪੋਪੂਲੇਸ਼ਨ ਥੋੜੇ ਜਿਹੇ ਸਾਇੰਸ ਸ਼ੋ ਕਰਨਾ ਸ਼ੁਰੂ ਕਰਨ। ਤੇ ਡੈਫੀਨੇਟਲੀ ਇੱਥੇ ਵੀ ਇਸ਼ੂਜ਼ ਚੱਲ ਰਹੇ ਨੇ ਜਿਸ ਤੇ
ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਵੀ ਅਵੇਅਰਨੈਸ ਜਾਂ ਫਿਰ ਇੱਥੇ ਵੀ ਕੰਮ ਸਟਾਰਟ ਹੋ ਜਾਏਗਾ। ਇੱਥੇ ਦੀ ਇੱਕ ਗੱਲ ਇਹ ਹੈਗੀ ਹੈ ਕਿ ਜੇ ਇੱਥੇ ਕੋਈ ਸਰਕਾਰ ਰੂਲ ਬਣਾਉਂਦੀ ਹੈ ਉਹਨੂੰ ਫੋਲੋ ਕਰਨਾ, ਜੇ ਨਹੀਂ ਕੋਈ ਫੋਲੋ ਕਰਦਾ ਉਹਨੂੰ ਹੈਵੀਲੀ ਫਾਈਨ ਹੁੰਦਾ ਹੈ। ਪਰ ਇੰਡੀਆ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਉਹ ਹੈਗੇ ਨੇ ਉੱਥੇ STPs, ਪਰ ਉਹ ਕੰਮ ਨਹੀਂ ਕਰ ਰਹੇ ਹੈਗੇ ਹਨਾ, ਤੇ ਉਹਨਾਂ ਨੂੰ ਉਹ ਨਹੀਂ ਕੰਮ ਕਰ ਰਹੇ, ਉਹਦਾ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਜੇ ਫੈਕਟਰੀਆਂ ਵਾਲੇ ਆਪਣਾ ਵੇਸਟ ਸੁੱਟ ਰਹੇ ਨੇ ਉਹਦੇ ਕੋਈ ਕਨਸੀਕੁਐਂਸਸ ਨਹੀਂ ਹੈਗੇ ਹਨਾ। ਸੋ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ। ਤੇ ਪ੍ਰਭ ਬਹੁਤ ਹੀ ਅੱਛਾ ਲੱਗਿਆ ਅੱਜ ਤੁਹਾਡੇ ਨਾਲ ਇੰਨੀਆਂ ਗੱਲਾਂ ਹੋਰ ਕਰਨ ਦਾ ਮੌਕਾ ਮਿਲਿਆ, ਤੇ ਮੈਂ ਸੋਚਦੀ ਹਾਂ ਕਿ ਪ੍ਰਭ ਦੇ ਨਾਲ ਤੇ ਗੱਲਾਂ ਕਦੀ ਵੀ ਨਹੀਂ ਮੁੱਕਣੀਆਂ, ਕਿਉਂਕਿ ਜਿੰਨੀ ਦੇਰ ਤੱਕ ਇਹ ਚੀਜ਼ ਨਹੀਂ ਖਤਮ ਹੁੰਦੀ ਸਾਡਾ ਤੇ ਤੁਹਾਡਾ ਸਫ਼ਰ ਜਾਰੀ ਰਹੇਗਾ। ਸੋ ਅਸੀਂ ਚਾਹਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਤੁਹਾਨੂੰ ਜਦੋਂ ਵੀ ਤੁਸੀਂ ਕੁਝ ਨਵਾਂ ਕਰੋਗੇ ਅਸੀਂ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ। ਪਰ ਇੱਥੇ ਜਿਵੇਂ ਅਸੀਂ ਹਰ ਪ੍ਰੋਗਰਾਮ ਤੋਂ ਬਾਅਦ ਇੱਕ ਅਸੀਂ ਮੈਸੇਜ ਦੇਣਾ ਹੁੰਦਾ ਹੈ, ਸਾਡੇ ਅੱਜ ਦੇ ਪ੍ਰੋਗਰਾਮ ਦਾ ਮੈਸੇਜ ਇਹੀ ਹੈ ਕਿ ਇਹ ਇਕੱਲੇ ਪ੍ਰਭ ਦੀ ਡਿਊਟੀ ਨਹੀਂ ਹੈਗੀ ਜਾਂ ਇਹ ਇਕੱਲੀ ਸਰਕਾਰ ਦੀ ਡਿਊਟੀ ਨਹੀਂ ਹੈ। ਜਦੋਂ ਤੱਕ ਕਿ ਅਸੀਂ ਈਚ ਬੰਦਾ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਐਨਵਾਇਰਨਮੈਂਟ ਲਈ ਅਸੀਂ ਕੀ ਕਰਨਾ ਹੈ, ਜਾਂ ਪਹਿਲੀ ਗੱਲ ਤੇ ਉਹਨੂੰ ਐਕਸੈਪਟ ਕਰਨਾ ਕਿ ਪ੍ਰੋਬਲਮ ਹੈ, ਫਿਰ ਫਾਈਂਡ ਆਊਟ ਕਰਨਾ ਕਿ ਇਹਨੂੰ ਅਸੀਂ ਠੀਕ ਕਿਵੇਂ ਕਰ ਸਕਦੇ ਹਾਂ, ਉਹ ਸਾਰਾ ਸਾਡੇ ਤੇ ਹੈਗਾ। ਸੋ ਜਿਹੜਾ ਵੀ ਸੁਣ ਰਿਹਾ, ਤੁਸੀਂ ਜਿੱਥੇ ਵੀ ਬੈਠੇ ਹੋ, ਜੋ ਵੀ ਕੁਝ ਤੁਸੀਂ ਮਾੜਾ ਮੋਟਾ ਕਰ ਸਕਦੇ ਹੋ, ਕਹਿੰਦੇ ਕਿ ਕੋਈ ਵੀ ਕਹਿੰਦੇ no act of kindness ever goes wasted। ਸੋ ਤੁਸੀਂ ਭਾਵੇਂ ਛੋਟਾ ਜਿਹਾ ਕੰਮ ਕਰ ਦੋਗੇ ਉਹ ਵੇਸਟ ਨਹੀਂ ਜਾਏਗਾ। ਸੋ ਸਾਡਾ ਅੱਜ ਦਾ ਮੇਰੇ ਵੱਲੋਂ ਤੇ ਇਹੀ ਮੈਸੇਜ ਹੈ, ਤੇ ਮੈਂ ਜ਼ਰੂਰ ਚਾਹਾਂਗੀ ਪ੍ਰਭ ਤੁਸੀਂ ਵੀ ਆਪਣੇ ਮੈਸੇਜ ਦਿਓ ਕੋਈ। ਮੇਰਾ ਸਿਰਫ ਇੱਕ ਛੋਟਾ ਜਿਹਾ ਮੈਸੇਜ ਹੋ ਰਿਹਾ ਇਹ ਹੈ ਕਿ ਕਦੀ ਗਿਵ ਅਪ ਨਹੀਂ ਕਰਨਾ ਲਾਈਫ 'ਚ, ਕਿਉਂਕਿ ਅਸੀਂ ਇੱਕ ਜਦ ਬਹੁਤ ਹੀ ਡਿਪਰੈਸਿੰਗ ਸਟੇਟ ਦੇ ਵਿੱਚ ਆਉਂਦੇ ਹਾਂ ਤੇ ਸਾਨੂੰ ਹਰ ਤਰਫ ਹਨੇਰਾ ਹੀ ਦਿਖਦਾ ਹੈ, ਬਟ ਦੇयर ਇਜ਼ ਆਲਵੇਜ਼ ਅ ਲਾਈਟ, ਆਲਵੇਜ਼। ਆਪਣੇ ਮਾਈਂਡ ਦੇ ਵਿੱਚ ਤੁਸੀਂ ਉਸ ਟਾਈਮ ਡੈਡ ਹੁੰਨੇ ਹੋ ਜਾਂ ਤੁਹਾਡਾ ਬ੍ਰੇਨ ਕਹਿੰਦਾ ਆ ਕਿ ਬਸ ਹੁਣ ਕੰਮ ਖਤਮ ਹੋ ਗਿਆ, ਪਰ ਪਿੱਟ ਸਿਆਪਾ ਪਾਉਣ ਨਾਲੋਂ ਆਈ ਥਿੰਕ ਬੈਸਟ ਆਪਸ਼ਨ ਇਹ ਹੈ ਕਿ ਆਪਣੇ ਅੰਦਰ ਉਹ ਪੋਜ਼ਿਟਿਵਿਟੀ ਔਰ ਉਹ ਜ਼ੀਲ, ਜਿਸ ਦਿਨ ਤੁਹਾਡਾ ਹਾਰਟ ਡੈਡ ਹੋ ਗਿਆ ਨਾ ਉਸ ਦਿਨ ਤੁਸੀਂ ਡੈਡ ਹੋ। ਤੇ ਹਾਰਟ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਰੱਖੋ, ਤੁਹਾਡੇ ਰਸਤੇ ਵੀ ਆਪਣੇ ਆਪ ਖੁੱਲਣਗੇ। ਔਰ ਕੋਵਿਡ ਟਾਈਮ ਚੱਲ ਰਿਹਾ, ਸੋ ਚੀਜ਼ਾਂ ਅਪ ਐਂਡ ਡਾਊਨ ਮੈਨੂੰ ਲੱਗਦਾ ਹੈ ਕਿ ਸਾਰੀ ਜਨਰੇਸ਼ਨ ਦੇ ਵਿੱਚ ਹੋ ਰਹੀਆਂ ਹੋਣੀਆਂ, ਬਟ ਉਸ ਤੋਂ ਉੱਪਰ ਨਿਕਲ ਕੇ ਜੇ ਅਸੀਂ ਥੋੜਾ ਜਿਹਾ ਸੋਚਾਂਗੇ ਤੇ ਲਾਈਫ ਇਜ਼ ਬਿਊਟੀਫੁਲ। ਲਾਈਫ ਇਜ਼ ਬਿਊਟੀਫੁਲ ਐਂਡ ਇਹਨੂੰ ਬਿਊਟੀਫੁਲ ਹੋਰ ਬਣਾਉਣਾ ਸਾਡੇ ਤੇ ਬਹੁਤ ਨਿਰਭਰ ਕਰਦਾ ਹੈ। ਸੋ ਇਹਦੇ ਨਾਲ ਹੀ ਅਸੀਂ ਇਜਾਜ਼ਤ ਲੈਂਦੇ ਹਾਂ ਅੱਜ ਆਪਣੇ ਦਰਸ਼ਕਾਂ ਕੋਲੋਂ, ਤੇ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਫਿਰ ਅਸੀਂ ਏਦਾਂ ਹੀ ਵਧੀਆ ਗੈਸਟ ਲਿਆ ਕੇ ਤੁਹਾਡੀ ਹੋਰ ਨੌਲੇਜ ਵੀ ਵਧਾਵਾਂਗੇ, ਤੇ ਜ਼ਰੂਰ ਅਸੀਂ ਅੱਛੇ ਕੰਮਾਂ ਵੱਲ ਵਧਦੇ ਰਹਾਂਗੇ। ਸਾਡੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।